ਕਿਸੇ ਦੇ ਖਿਲਾਫ ਵੀ ਕਦੇ ਨਹੀਂ ਕਰਦਾ ਗੱਲ। ਮੈਂ ਵੀ ਕੋਈ ਐਸਾ ਨਹੀਂ ਕੀਤੀ ਮੈਂ ਬੋਲਦਾ ਨਹੀਂ ਦੋ ਬੰਦਿਆਂ ਨੇ। ਠੀਕ ਹੈ ਦੋ ਗੱਲਾਂ ਨੇ। ਇੱਕ ਹੈ ਗੱਲ ਇਲਮੀ ਇਤਬਾਰ ਨਾਲ, ਬਾਹਰ ਤੁਸੀਂ ਬੋਰਡ ਲਗਾਓ ਕਿ ਇਹ ਸਬਜ਼ੀਆਂ ਦੀ ਦੁਕਾਨ ਹੈ, ਸਬਜ਼ੀ ਫਰੋਸ਼ ਦਾ ਬੋਰਡ ਲਗਾਓ, ਤੇ ਅੰਦਰ ਤੁਸੀਂ ਸੋਨੇ ਦੀਆਂ ਅੰਗੂਠੀਆਂ ਬਣਾ ਰਹੇ ਹੋਵੋ ਤੇ ਵੇਚ ਰਹੇ ਹੋਵੋ, ਤੇ ਕੋਈ ਪੁੱਛੇ ਜੀ ਭਿੰਡੀਆਂ ਤੋਰੀਆਂ, ਕਹਿਣੇ ਨਹੀਂ ਭਿੰਡੀਆਂ ਤੋਰੀਆਂ ਤੇ ਕੋਈ ਨਹੀਂ, ਤੇ ਇਹ ਠੀਕ ਹੋਏਗੀ ਗੱਲ? ਨਹੀਂ। ਜਾਂ ਤੁਸੀਂ ਬਾਹਰ ਸੁਨਿਆਰੇ ਦੀ ਦੁਕਾਨ ਲਾਓ ਤੇ ਅੰਦਰ ਤੁਸੀਂ ਫਰੂਟ ਵੇਚ ਰਹੇ ਹੋ, ਤੇ ਦੋ ਦੁਰੰਗੀ ਛੋੜ ਦੇ ਜ਼ਾਲਮ, ਔਰ ਯਕ ਰੰਗ ਹੋ ਜਾ, ਮੋਮ ਹੋ ਜਾ, ਜਾਂ ਸਰਾਸਰ ਸੰਗ ਹੋ ਜਾ। ਜਾਂ ਜਿਹੜਾ ਉਹਨਾਂ ਕਿਹਾ ਕਿ ਦੁਰੰਗੀ छोड़ दीजिएगा, पसंद एक रंग कीजिएगा, बहुत पछताओगे तुमने नशैला की अगर मानी। हैं जी। तो ਇਹ ਜਿਹੜਾ ਉਹਨਾਂ ਨੇ ਬੋਰਡ ਲਾਏ ਹੈ ਖਤਮ ਨਬੂਵਤ ਤੇ ਆਮਦੇ ਜਿਹੜੀ ਗੁਫ਼ਤਗੂ ਕਰਦੇ ਨੇ ਉਹਦੇ 'ਚ ਜਿਹੜੇ ਦਲਾਇਲ ਦਿੰਦੇ ਨੇ, ਜਿਹੜਾ ਮੈਸੇਜ ਦਿੰਦੇ ਨੇ, ਜੋ ਕੋਈ ਪੇਸ਼ ਕਰਦੇ ਨੇ, ਜੋ ਕੋਈ ਸਾਬਤ ਕਰਦੇ ਨੇ, ਉਹ ਸਰਾਸਰ ਅਜਰਾ ਨਬੂਵਤ ਹੈ। ਇਹਦਾ ਪੈਸਿਆਂ ਨਾਲ, ਨਾ ਪੈਸਿਆਂ ਨਾਲ, ਵਿਰਕ ਹੋਣ ਨਾਲ ਜਾਂ ਰਾਜਪੂਤ ਜਾਂ ਭੱਟੀ ਹੋਣ ਨਾਲ ਕੋਈ ਤਲਕ ਹੈ? ਠੀਕ ਕਹਿ ਰਹੇ ਤੁਸੀਂ। ਪੈਸਿਆਂ ਦੀ। ਤੇ ਉਹਨਾਂ ਨੇ ਕਿਹਾ ਹੈ ਕਿ ਉਹ ਕੋਈ YouTube ਚੈਨਲ ਹੈ ਤੇ ਉੱਥੇ ਆ ਕੇ ਤੁਸੀਂ ਖਤਮ ਨਬੂਵਤ ਦੇ ਮੌਜੂ ਦੇ ਉੱਤੇ ਗੁਫ਼ਤਗੂ ਕਰੋ, ਤੇ ਉਹਦੀ ਵਿਊਅਰਸ਼ਿਪ ਜਿਹੜੀ ਹੈ ਉਹ ਪਤਾ ਨਹੀਂ ਮਿਲੀਅਨ ਹੈ ਜਾਂ ਕਿਤਨਾ ਹੈ। ਤੇ ਅਸਕਾਨੀ ਸਾਹਿਬ ਨੇ ਕਿਹਾ ਕਿ ਇਤਨੀ ਵੱਡੀ ਵਿਊਅਰ ਹੈ ਤੇ ਉਹਨਾਂ ਨੂੰ ਪੈਸੇ ਮਿਲਦੇ ਹੋਣਗੇ, ਉਹਨਾਂ ਕੋਲ ਫਿਰ ਮੈਨੂੰ ਵੀ ਪੈਸੇ ਦੇਣ। ਫਿਰ ਉਹ ਮਜ਼ਾਕ ਕਰਦਿਆਂ 2000 4000 ਵਗੈਰਾ ਵਗੈਰਾ। ਮੈਂ ਉਹਨਾਂ ਦੀ ਗੱਲ ਸਾਰੀ ਸੁਣਦਾ ਰਿਹਾ ਤੇ ਮੈਂ ਕੈਲਕੂਲੇਸ਼ਨ ਕਰਕੇ ਅੰਦਾਜ਼ਾ ਕੀਤਾ ਵੀ $200 ਦੇ ਉੱਤੇ ਇਹਨਾਂ ਦੀ ਗੱਲ ਹੋ ਜਾਣੀ ਚਾਹੀਦੀ ਹੈ। ਮੈਂ ਤਜਵੀਜ਼ ਕੀਤੀ ਵੀ ਇਹਨਾਂ ਨੂੰ ਤੁਸੀਂ $200 ਦਿਓ। ਉਹ ਚੂँਕਿ ਬੜਾ ਸ਼ੌਕ ਰੱਖਦੇ ਭੱਟ ਸਾਹਿਬ, ਇਹ ਜ਼ਰੂਰ ਆਵਣ, ਤੇ ਮੈਂ ਉਹਨਾਂ ਦੇ ਸ਼ੌਕ ਦੇ ਪੇਸ਼ ਨਜ਼ਰ ਉਹਨਾਂ ਦੇ ਦਰਮਿਆਨ ਇੱਕ ਕਿਸਮ ਦਾ ਉਹਨਾਂ ਨੂੰ ਕਰੀਬ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਧਰ ਗੱਲ ਮੁੱਕ ਜਾਏ ਇਹਨਾਂ ਦੀ। ਤੇ ਉਹ ਅਸਕਾਨੀ ਸਾਹਿਬ ਵੀ ਕਹਿਣ ਲੱਗੇ ਹਾਂ ਠੀਕ ਹੈ, 200 ਤੇ ਦੋਏ ਰਾਜ਼ੀ ਹੋ ਗਏ। ਤੇ ਹੁਣ ਮਸਲਾ ਆ ਗਿਆ ਕਿ ਪੈਸੇ ਕਿੱਥੇ ਰਖਾਏ ਜਾਣ। ਉਹ ਹੁੰਦੇ ਨੇ ਨਾ ਉਹਦੇ ਕੋਈ ਨੰਬਰ ਸ਼ੰਬਰ ਜਿਨ੍ਹਾਂ ਕੋਲ ਪੈਸੇ ਜਾਂਦੇ ਨੇ, ਤੇ ਉਸ ਵਕਤ ਇਹ ਅੰਦਾਜ਼ਾ ਹੋਇਆ ਕਿ ਉਹ ਜਿਹੜੇ ਨੇ ਨਾ ਵਡਾਈ ਸਾਹਿਬ, ਸਾਡੇ ਮੌਲੀ ਸਾਹਿਬ, ਉਹਨਾਂ ਨੂੰ ਪੈਸੇ ਭੇਜ ਸਕਦੇ ਨੇ। ਤੇ ਉਹਨਾਂ ਕਿਹਾ ਠੀਕ ਹੈ। ਇਹਨਾਂ ਨੇ ਉਸੇ ਵਕਤ ਹੀ ਉਹਨਾਂ ਨੂੰ ਵਾਇਰ ਕਰ ਦਿੱਤੇ। ਉਹਨਾਂ ਨੂੰ ਪੁੱਛਿਆ, ਉਹਨਾਂ ਕਿ ਪੈਸੇ ਮਿਲ ਗਏ ਨੇ। ਉਹ ਤੈਅ ਹੋ ਗਿਆ ਕਿ ਜਦੋਂ ਇਹ ਜਾਣਗੇ ਤੇ ਉਹ ਪੈਸੇ ਇਹਨਾਂ ਨੂੰ ਰਿਲੀਜ਼ ਕਰ ਦੇਣਗੇ। ਦਰਮਿਆਨ ਵਿੱਚ ਫਿਰ ਕੋਈ ਗਲਤਫਹਿਮੀ ਪੈਦਾ ਹੋ ਗਈ ਹੈ। ਕਹਿੰਦੇ ਨੇ ਮੈਂ ਉਹਨਾਂ ਕੋਲੋਂ ਪੈਸੇ ਨਹੀਂ ਲੈਣੇ, ਤੁਸੀਂ ਪੈਸੇ ਦਿਓ ਰਾਜਾ ਜਵੇਦ ਸਾਹਿਬ ਨੂੰ। ਤੇ ਇਸ ਦੇ ਉੱਤੇ ਅੱਜ ਫਿਰ ਇਹਨਾਂ ਕਈ ਦਿਨਾਂ ਤੋਂ ਆ ਰਹੇ ਨੇ, ਤੇ ਉਹ ਕਹਿੰਦੇ ਨੇ ਉਹਨਾਂ ਨੂੰ ਬੁਲਾਓ। ਹੁਣ ਕਦੇ ਉਹ ਅਵੇਲੇਬਲ ਹੁੰਦੇ ਨੇ, ਕਦੇ ਨਹੀਂ ਹੁੰਦੇ। ਮੈਂ ਕਿੱਥੋਂ ਬੁਲਾ, ਮੇਰੇ ਸਾਹਮਣੇ ਥੋੜ੍ਹੀ ਬੈਠੇ ਨੇ। ਤੇ ਸ਼ੁਕਰ ਹੈ ਕਿ ਉਹ ਹੁਣ ਇਤਫਾਕ ਨਾਲ ਇਹ ਵੀ ਹੈ, ਉਹ ਵੀ ਇਹ, ਦੋਵਾਂ ਦੀ ਆਮਣੇ ਸਾਹਮਣੇ ਗੱਲ ਹੋ ਗਈ ਹੈ। ਤੇ ਹੁਣ ਲੇਟੈਸਟ ਇਹ ਕਰਾਰ ਪਾਇਆ ਕਿ ਅਗਰ ਇਹ ਪੈਸੇ ਰਾਜਾ ਸਾਹਿਬ ਕੋਲ ਜਮ੍ਹਾਂ ਕਰਾਉਣ ਤੇ ਫਿਰ ਉਹ ਆਵਣਗੇ। तो गोया वो पहली गल जी है कैंसिल हो गई। बस इतनी गल। ये राधा कभी नहीं नाचनी, ना नौसमन थे ना राधा ने नाचना है। ये राधा कभी नहीं नाचे। भट्ट साहब ने भट्ट साहब इस काम च बड़े ये तूला रखते ने। अगे भी मैंने याद आ वो भी यहाँ नहीं है, देखें आप भी उनकी बैक में बात कोई ऐसी गल नहीं बुरी कर रहे, करन दियो गल। मैं कोई बुरी गल नहीं करन लगा, मैं कोई उन्हां दी बैक बाइटिंग नहीं करन लगा। तुसी हौसला ते रखो, कोई जरूरी नहीं होता किसी दी गल करिए। अच्छी गल करन लगा मैं ते उन्हां दी पेंशन मैं बैक बाइट नहीं कर रहा। नहीं कोई नहीं कीती जा सकती। मैं उन्हां दी सखावत दी गल करन लगा। सर मैनू भी तो रोकिया जमा साहब ने ਗੱਲ ਨਾ ਕਰ ਭਾਈ। ਤੁਹਾਨੂੰ ਤਾਂ ਰੋਕਿਆ ਨਾ, ਤੁਸੀਂ ਕਹਿ ਰਹੇ ਹੋ ਕਿ ਬਈ ਖਤਮੇ ਨਬੂਵਤ ਦਾ ਕੰਮ ਪੈਸੇ ਲੈ ਕੇ ਕਰਨਾ, ਇਹ ਬੈਕ ਬਾਈਟਿੰਗ ਹੁੰਦੀ ਏ। ਬਿਲਕੁਲ। ਉਹ ਭੱਟ ਸਾਹਿਬ ਜਿਹੜੇ ਭੱਟ ਸਾਹਿਬ ਸਨ, ਉਹਨੇ 3 ਦਫਾ ਮਿਹਣਾ ਮਾਰਿਆ ਹੈ। ਅੱਜ ਪੁੱਛੋ ਸੈਣੀ ਸਾਹਿਬ ਕੀ ਕਹਿ ਰਹੇ ਸਨ, ਪੈਸੇ ਲੈ ਕੇ ਮਿਹਣਾ ਮਾਰਿਆ। ਮਕਸਦਾਂ ਉਹ ਕਹਿ ਰਹੇ ਸਨ ਤੁਸੀਂ ਫ੍ਰੀ ਕਰਦੇ ਹੋ, ਬਾਕੀ ਕੰਮ ਤੁਸੀਂ ਫ੍ਰੀ ਕਰਦੇ ਹੋ, ਤੇ ਪੈਸੇ ਲੈ ਕੇ ਕਰਦੇ ਹੋ। ਉਹਨਾਂ ਨੇ 2 ਦਫਾ ਇਹ ਗੱਲ ਮਹਿਸੂਸ ਕੀਤੀ ਹੈ। ਯਾਰ ਜਿਹਨੂੰ ਮਿਹਣਾ ਮਾਰਿਆ ਉਹ ਸਾਹਮਣੇ ਹੀ ਸੀ ਕਿ ਪਿੱਛੇ ਸੀ? ਕੰਡ ਪਿੱਛੇ ਮਾਰਿਆ ਮਿਹਣਾ ਜਾਂ ਸਾਹਮਣੇ ਹੀ ਹੈ? ਸਾਹਮਣੇ ਹੀ ਮਾਰਿਆ ਹੈ। ਬਸ ਉਹ ਜਵਾਬ ਦੇ ਲਗਾ। ਤੇ ਮੈਂ ਉਹ ਸੈਣੀ ਸਾਹਿਬ ਨੇ ਡਿਸਕਸ਼ਨ ਕੀਤੀ ਇਸ ਬਾਰੇ ਕਿ ਮੈਂ ਦੇਖੋ ਸੈਣੀ ਸਾਹਿਬ $200 ਨਾ ਲੈਂਦੇ ਤਾਂ ਕੀ ਹੁੰਦਾ ਇਸ ਕੰਮ ਨਹੀਂ। ਉਹ ਮੈਂ ਕਹਿੰਦਾ ਦੀ ਕੋਈ ਜ਼ਰੂਰਤ ਇਹ ਹੁਣ ਦੂਸਰੀ ਗੱਲ ਛੋੜੋ ਜਿਹੜੀ ਮੈਂ ਤਾਂ ਭੱਟ ਸਾਹਿਬ ਦੀ ਖੂਬੀ ਬਿਆਨ ਕਰਨ ਲੱਗਾ ਕਿ ਭੱਟ ਸਾਹਿਬ ਇਸ ਸਖਾਵਤ ਵਿੱਚ ਯਦੇ ਤੂਲਾ ਰੱਖਦੇ ਨੇ। ਮੈਨੂੰ ਯਾਦ ਆ ਰਿਹਾ ਹੈ ਕਿ ਅੱਜ ਤੋਂ 2-2.5 ਸਾਲ ਪਹਿਲੇ ਮੇਰੇ ਖਿਆਲ ਜਦੋਂ ਨਵੀਂ ਟਿਕਟਾਕ ਸ਼ੁਰੂ ਹੋਈ ਹੈ ਨਾ, ਉਦੋਂ ਕਿਰੇ ਅਮਰ ਅਕਬਾਈ ਨਾਲ ਵੀ ਕੋਈ ਗੱਲ ਇਸ ਤਰ੍ਹਾਂ ਦੀ ਇਹਨਾਂ ਨੇ ਕੀਤੀ ਸੀ। ਉਹ ਕੁਝ ਡਾਲਰ ਸਨ, ਮੈਨੂੰ ਐਗਜ਼ੈਕਟ ਹੁਣ ਯਾਦ ਨਹੀਂ ਆ ਰਿਹਾ।
ਸ਼ਾਇਦ ਅਗਰ ਅਮਰ ਅਕਬਾਈ ਇੱਥੇ ਹੋਣ ਕਿਰੇ ਸੁਣਦੇ ਵੀ ਹੋਣ ਤਾਂ ਦੱਸਣਗੇ, ਉਦੋਂ ਉਹਨਾਂ ਨੂੰ ਵੀ ਕੋਈ ਇਸ ਤਰ੍ਹਾਂ ਦੀ ਆਫਰ ਕਰਦੇ ਸਨ ਕਿ ਮੈਂ ਤੁਹਾਨੂੰ ਇੰਨੇ ਪੈਸੇ ਦਿਆਂਗਾ, ਤੁਸੀਂ ਮੇਰੇ ਨਾਲ ਆ ਕੇ ਮੇਰੇ YouTube ਚੈਨਲ ਦੇ ਉੱਤੇ ਗੁਫ਼ਤਗੂ ਕਰੋ, ਮੈਂ ਤੁਹਾਨੂੰ ਇੰਨੇ ਪੈਸੇ ਦਿਆਂਗਾ। ਇਹ ਮੇਰੇ ਜ਼ਿਹਨ 'ਚ ਅੱਛੀ ਤਰ੍ਹਾਂ ਹੈ, ਲੇਕਿਨ ਅੱਗੋਂ ਅਮਾਊਂਟ ਯਾਦ ਨਹੀਂ ਹੈ ਤੇ ਇਹ ਵੀ ਯਾਦ ਨਹੀਂ ਕਿ ਬਈ ਉਹ ਫਿਰ ਬਣਿਆ ਕੀ ਉਹਦਾ। ਲੇਕਿਨ ਇਹ WhatsApp ਦਾ ਇੱਕ ਪੁਰਾਣਾ ਅੱਛਾ ਰਿਕਾਰਡ ਹੈ, ਉਹ ਖੁਦ ਪੈਸੇ ਲੋਕਾਂ ਨੂੰ ਆਫਰ ਕਰਦੇ ਨੇ ਕਿ ਬਈ ਇਹ ਪੈਸੇ ਲੈ ਲਓ, ਮੇਰੇ ਨਾਲ ਗੱਲ ਕਰੋ, ਤੇ ਉਹਨਾਂ ਦੀ ਇੱਕ ਖੂਬੀ ਹੈ, ਕਿਸੇ ਕੋ ਉਹਨਾਂ ਦੀ ਬੁਰਾਈ ਨਹੀਂ ਪਿਆ। ਨਹੀਂ ਕੋਈ ਬੁਰਾਈ, ਠੀਕ ਹੈ। ਇਹ ਨਹੀਂ ਕੋਈ ਜ਼ਰੂਰੀ ਹੁੰਦਾ ਵੀ ਜਿਹਦਾ ਨਾਂ ਲਿਆ ਤੇ ਅਸੀਂ ਜ਼ਰੂਰ ਹੀ ਉਹਦੀ ਬੁਰਾਈ ਕਰਨੀ ਹੈ। वो धोखा दे देते हैं, झूठ बोल देते हैं, कोई बुराई नहीं। हाँ जी, धोखा दे देते हैं, झूठ बोल देते हैं, कोई बुराई नहीं बयान कर रहे। ये उनकी पुरानी आदत है, लोगों को पैसों का कह देते हैं, फिर वो देते ही नहीं है। ये तो नहीं किया उन्होंने, ये तो नहीं बुराई नहीं बयान कर, ये नहीं किया उन्होंने, क्यों वो ये तो नहीं किया प्यारे, ये तो नहीं, कोई बुराई नहीं बयान कर रहे हम, कोई मतलब। ਉਹਨਾਂ ਦੀ ਖੂਬੀ ਇਹ ਹੈ ਕਿ ਇੱਕ ਤੈਅ ਹੋਇਆ बहुत अच्छी है WhatsApp, मेरी साहब सुन ले, WhatsApp बहुत अच्छी। ਨਜ਼ੀਰ ਸਾਹਿਬ ਜਿਹੜੇ ਨੇ ਨਾ, ਉਹਨਾਂ ਨੇ ਮੇਰੇ ਖਿਆਲ ਹੈ ਲਾਮਾ ਸਾਹਿਬ ਨਾਲ ਹੀ ਕਿਸੇ ਹਦੀਸ ਦਾ ਵਾਅਦਾ ਕੀਤਾ ਹੈ ਕਿ ਅਗਰ ਇਹ ਮੈਂ ਨਾ ਦਿਖਾ ਸਕਿਆ ਤਾਂ ਤੁਹਾਨੂੰ $300 ਦੇ ਦਿਆਂਗਾ। ਤੇ ਦੂਸਰੇ ਉਹ ਤਬੀਅਤ ਤੇ ਬਹੁਤ ਸ਼ਰੀਫ ਨੇ, ਉਹਨਾਂ ਦੂਸਰੇ ਦਿਨ ਆ ਕੇ ਕਿਹਾ ਵੀ ਨਹੀਂ ਮਿਲੀ ਹਦੀਸ ਤੇ ਮੇਰੇ ਹੁਣ 300 ਤੁਹਾਡੇ ਵੱਲ ਹੋ ਗਏ ਨੇ, ਮੈਂ ਤੁਹਾਨੂੰ ਦੇ ਦਿਆਂਗਾ। ਫਿਰ ਦਰਮਿਆਨ ਵਿੱਚ ਕੋਈ ਰੌਲਾ ਕੋਲਾ ਪੈ ਗਿਆ, ਕੋਈ ਦਿਨ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਭੱਟ ਸਾਹਿਬ ਨੇ ਕਿਹਾ ਇਹਨਾਂ ਦੀ ਥਾਂ ਮੈਂ ਦੇ ਦੇਣਾ 300, ਔਰ ਭੱਟ ਸਾਹਿਬ ਨੇ ਦੇ ਦਿੱਤੇ। ਹੁਣ ਦੱਸੋ बड़ी बात जी, हूँ ठीक है। नहीं, ये तो कह रहे थे ना कि लेके वो करते हैं रिकॉर्ड, वो मानते नहीं बाद में। फिर साहब ने नहीं बिलाल की जगह पे 300 यूरो हाँ देते हैं या ਕਮਾਲ ਨਹੀਂ ਹੈਗਾ, ਬਲਕਿ ਉਹਨਾਂ ਨੇ ਮਿਰਜ਼ਾ ਸਾਹਿਬ ਨੂੰ ਝੂਠਾ ਪਾਇਆ ਇੱਕ ਤਰ੍ਹਾਂ ਦਾ। ਇਹ ਮਿਰਜ਼ਾਈਆਂ ਦਾ ਇਹੀ ਕੰਮ ਹੈ ਕਿ ਮਿਰਜ਼ਾ ਸਾਹਿਬ ਨੂੰ ਝੂਠਾ ਪਾ ਦਿੰਦੇ ਨੇ, ਹਾਲਾਂਕਿ ਉਹਦੇ ਬਦਲੇ ਦੇ ਵਿੱਚ ਉਹਨਾਂ ਨੂੰ ਯੂਰੋ ਨਹੀਂ ਸੀ ਦੇਣੇ ਚਾਹੀਦੇ। ਉਹਨੂੰ ਪਤਾ ਨਹੀਂ ਸੀ ਨਜ਼ੀਰ ਬਿਲਾਲ ਨੂੰ ਕਿ ਇਹ ਵਾਲੀ ਜਿਹੜੀ ਗੱਲ ਮਿਰਜ਼ਾ ਸਾਹਿਬ ਕਰਦੇ ਨੇ ਉਹ ਇਸਤੰਬਾਤ ਕਰਦੇ ਨੇ ਮੁਖਤਲਿਫ ਚੀਜ਼ਾਂ ਤੋਂ। ਇਹ ਤਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹਦੇ 'ਚ ਉਹਨਾਂ ਨੇ ਐਗਜ਼ੈਕਟਲੀ ਉਹ ਵਰਡ ਨਹੀਂ ਹੈ, ਲੇਕਿਨ ਉਹਨਾਂ ਨੇ ਇਸਤੰਬਾਤ ਕੀਤੀ ਹੋਈ। ਲੇਕਿਨ ਮਿਰਜ਼ਾਈ ਖਾਮਖਾ ਸ਼ੌਕ ਦੇ ਵਿੱਚ ਲਗਾ ਲੈਂਦੇ ਨੇ ਸ਼ਰਤਾਂ ਤੇ ਫਿਰ ਜ਼ਲੀਲ ਹੁੰਦੇ ਨੇ, ਹੋਰ ਕੁਛ ਨਹੀਂ। ਇਹ ਹੁਣ ਇੱਕ ਵੱਖਰਾ ਜਿਹੜਾ ਇਸ਼ੂ ਹੈ ਕਿ ਬਈ ਉਹ ਨਹੀਂ, ਹਮੇਸ਼ਾ ਇਹੀ ਹੁੰਦਾ, ਹਮੇਸ਼ਾ ਇਹੀ ਹੁੰਦਾ। ਅਸੀਂ ਕੀ ਜਵਾਬ ਦਈਏ, ਲੇਕਿਨ ਬਹਰਹਾਲ ਉਹ ਜਿਹੜਾ ਬਾਅਦ ਹੁਣ ਕੱਲ ਦੇਖੋ ਮਿਰਜ਼ਾਈਆਂ ਨੇ 4-5 ਬੰਦੇ ਮਿਰਜ਼ਾਈ ਇੱਕ ਦੂਜੇ ਨਾਲ ਉਹ ਸਮਝ ਰਹੇ ਨੇ ਕਿ ਬੜਾ ਅਸੀਂ ਆਮਰ ਨਦੀਰ ਨੂੰ ਇਸ ਵੇਲੇ ਦਬਾਇਆ ਹੋਇਆ ਹੈ, ਅਸੀਂ 5-6 ਮਿਰਜ਼ਾਈਆਂ ਬਾਰੀ-ਬਾਰੀ ਬੋਲ ਰਹੇ ਹਾਂ, ਲੰਮੀਆਂ ਤਕਰੀਰਾਂ ਕਰ ਰਹੇ ਨੇ। ਨਤੀਜਾ ਆਖਰ ਕੀ ਹੋਇਆ? ਜੋ ਮਿਰਜ਼ਾਈਆਂ ਦੀ ਮੰਜੀ ਠੋਕੀ ਫਿਰ ਆਮਰ ਨਦੀਰ ਨੇ, ਉਹਦੇ ਨਾਲ ਮਿਰਜ਼ਾ ਸਾਹਿਬ ਦੀ ਨਾਲ ਠੋਕ ਦਿੱਤੀ ਮਿਰਜ਼ਾਈਆਂ ਦੀ ਵਜ੍ਹਾ ਨਾਲ, ਕਿਉਂਕਿ ਇਹਨਾਂ ਨੇ ਮੌਕਾ ਦਿੱਤਾ ਉਹਨਾਂ ਨੂੰ। ਵਰਨਾ ਆਮਰ ਨਦੀਰ ਸਾਹਿਬ ਨੇ ਜਿਹੜੀਆਂ ਗੱਲਾਂ ਬੜੀ ਅੱਛੀ मुनासिब अंदाज हुसैनी साहब जी जी अभी बड़े अच्छे अंदाज में बात हो रही है जी जी, और हर बंदा अच्छे बात कर रहा है जी जी। ये जो अभी इन साहब ने ये बातें वैसे अखलाक की हैं, ये जो इन्होंने की हैं अभी खुश अखलाकी वाली बातें हैं। मिर्जा साहब की मंजी ठोकती तो ठोक दी ना, बातें करें तो फिर ये कल सारा प्रोग्राम हमने सुना है, वो हर जगह अब बज रहा है, हर जगह बज रहा है जो मिर्जाइयों ने जो काम करवाया है आमर नदीर के हाथों। आमर नदीर तो मुखालिफ है मिर्जा साहब का, मिर्जाइयों ने उसको मौका दिया कि एक लंबी तकरीरें 2 दफा वो करे, मिर्जाइयों ने मौका दिया। मिर्जाइयों के पास तो कोई दलील नहीं थी, अलबत्ता आमर नदीर ने उनका सब कुछ जो है ना कचूमर निकाल दिया। और इस वक्त जगह जगह वो वाला जो राणा साहब आमर नदीर का जो है ऑडियो वो बज रहा है जगह जगह। आप जवाब आएगा तो फिर ये गुस्सा करेंगे। मैं तो नहीं गुस्सा करूंगा, मैं तो कहता हूँ आप जवाब दें और मेरी बात का भी गुस्सा ना करें। आप जो मर्जी कहें, मैं आपको कभी नहीं कहता कुछ ना कहें, मज साइकिल मेरी भी सुने का और एक पीप ज़रा फोड़े का सब काज़ब की बात की जाए और उस सतह पर गुफ्तगू को आप देखिए मज साइकिल रजाई, ये पता नहीं ये मिर्जा महमूद ने ये फलसफा मज साइकिल वाला कब दिया था, मुझे तो पता नहीं है। मिर्जा महमूद मेरे ख्याल जब नंगी औरतें देखने गया था उससे पहले मज साइकिल रजाई वाला फलसफा भी देके गया था इनको, टोनी को देके गया था, टोनी मिर्जाई को। मिर्जा महमूद नंगी औरतों को देखने से पहले मज साइकिल रजाई का फलसफा देके गया था।
उनकी बदबू और ताफुन को महसूस करके हाँ जी, ये मिर्जा मसरूर से जो ताफुन उठ रहा है वो तो सारी दुनिया में आ रहा है। बेगैरती से कुछ बेगैरती, बेशर्मी, बदकारी, जनाकारी, हरामकारी, ये मिर्जाइयत का है। और मिर्जा मसरूर जो है वो इनकी जगह उसकी तर्जुमानी कर रहा है। अपने नंगी औरतों को देखने वाले मिर्जा महमूद की वो तर्जुमानी कर रहा है। वो पीप का फोड़ा जो इस वक्त लंदन में बैठा है, जिसे चला भी नहीं जाता, मुंह से आवाज भी नहीं अब निकलती, वो पीप का फोड़ा रिश्ता रहता है। मिर्जाई नैपे लेके खड़े होते हैं कि इसको बांध दें, लेकिन फर्क कोई नहीं पड़ता, क्योंकि पीप इतनी ज्यादा बढ़ चुकी है कि वो अब उसको कोई हो नहीं सकता। पीप हर वक्त बहती रहती है और मिर्जाई उस पीप ज्यादा फोड़ा के पास बैठे रहते हैं। ਮੇਰਾ ਖਿਆਲ ਹੈ ਕਿ ਅੱਜ ਬਾਕੀ ਗੱਲਾਂ ਦੇ ਜੀ ਜੀ ਅੱਜ ਚੌਹਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ, ਪਹਿਲੀ ਵਾਰੀ ਮੈਂ ਉਹਨਾਂ ਨੂੰ ਦੇਖਿਆ ਕਿ ਉਹਨਾਂ ਨੇ ਗੱਲ ਇੱਕ ਦਰਦ ਨਾਲ ਕੀਤੀ ਹੈ, ਸੋਚ ਨਾਲ ਕੀਤੀ ਹੈ, ਆਪਣੇ ਦੁੱਖ ਨਾਲ ਕੀਤੀ ਹੈ, ਤਕਲੀਫ ਨਾਲ ਕੀਤੀ ਹੈ। ਨਾ ਕਿ ਉਹਨਾਂ ਨੇ ਕਿਸੇ ਤੇ ਕੋਈ ਜ਼ਾਤੀ ਅਟੈਕ ਕੀਤਾ ਹੈ, ਨਾ ਉਹਨਾਂ ਨੇ ਕਿਸੇ ਨੂੰ ਕੋਈ ਗਾਲ ਕੱਢੀ ਹੈ, ਬਲਕਿ ਉਹਨਾਂ ਨੇ ਆਪਣਾ ਇੱਕ ਦੁੱਖ ਬਿਆਨ ਕੀਤਾ ਹੈ कि मेरी नजर से कल जो कुछ हुआ है वो गलत है। जो असल में गोबर में रहने वाला कीड़ा होता है ना, उसको बदबू नहीं महसूस होती। मसला इतना ही है बस, जो बाहर होता है उसको होती है, बस इतनी सी बात है। अब मैंने भी कोई गलत बात नहीं की, आप मुझे ना कहना कि मैंने कुछ गलत कहा है, ठीक है? ठीक है, तुसी जो कह रहे हो तुसी अपने जो गोबर के अंदर रहने वाला गंदा कीड़ा होता है ना, उसको गोबर की बदबू महसूस नहीं होती। जो बाहर साफ उसको ही होगी ना। मिर्जा मैंने कोई गलत बात नहीं की, नहीं की। मैंने कब कहा कि किया आपने गलत? सुन तो लेना। अब सीधा मिर्जा साहब पे जाइएगा सीधा। तो भाई वो एक कलाम है खूबसूरत, उन्होंने कहा है नजासत का जो कीड़ा है वो नजासत में पैदा होता है, नजासत में मर जाता है। बिल्कुल ठीक है, ये मिर्जा साहब बिल्कुल दुरुस्त कहा है, बिल्कुल दुरुस्त कहा है, इस्तेआरा वहाँ पे कोई नहीं है, हकीकी बात है। नजासत का कीड़ा नजासत में पैदा होता है, नजासत में। जो चौहान साहब ने बात कही है, ये मैंने भी आज दिन के वक्त एक दो बराडों पर देखा है, वहां पर वो वीडियो रात वाली चल रही थी और चौहान साहब को उससे दुख लगा होगा, तकलीफ पहुंची होगी, दर्द उनका। अच्छे अंदाज में भी कर सकते थे वो, जिसमें फिर अल्फाज का जवाब ना देते। आपसे पूछ कर करना चाहिए था कि भाई कौन सा लफ्ज इस्तेमाल करें, कौन सा ना। फिर माहौल खराब होगा तो फिर सभी इफेक्ट होंगे ना। फिर इसमें मतलब कौन सी उसने उन्होंने गाली कौन सी दिया? कुछ बंदोबस्त करें जी, उनको आप कोई चौहान साहब के दुख का बंदोबस्त करें, आमिर साहब को थोड़ा कम वक्त दिया करें। हमें नहीं आई बात, ज्यादा टाइम रहती दे दो जी। मैं कहा जी राती ज्यादा टाइम मिल गया है तो आज कट दे लियो। बिल्कुल बिल्कुल सर, आपसे बस एक ही दरखास्त की थी, सूरह फातिहा का तर्जुमा बस सुनवा दें। 5 बंदियां दी तकरीर तो बाद अगर एक बंदे दी तकरीर ज्यादा टाइम है तो फिर इस तरह करियो कि आज 5 दी बजाय 8 कर लो, 9 दा ही पैनल हुंदा मेरे नाल, 3 बंदे और नाल बिठाओ। मेरा ख्याल है हुसैनी साहब आज चौहान साहब को फ्री हैंड दे दें, वो एक दफा तकरीर कर लें, जो जिंदगी का गुस्सा निकालना है आज निकाल लें। जी, आपकी और उनकी बात करा दें। मैं तो पहले ही उनसे शिकस्त मान चुका हूँ। अच्छा। बस मुझे पता नहीं लग रहा कि मैंने जंबा साहब की जाके बैत क्या करनी है और कैसे करनी है, बाकी तो मैं उनसे हर दफा शिकस्त खा चुका हूँ। नहीं वाटर साहब, बात ये है कि हम चाहते हैं कि हम शाइस्ता बात करते रहे, हमें भी मजा आता है कि हम अच्छी बात करें, दूसरों की इज्जत करें, अपनी इज्जत करवाएं। लेकिन जब एक बंदा आएगा और पहल करेगा, मतलब इस तरह की चीजें, इस तरह के अल्फाज बोलेगा, फिर जवाब तो आएगा। कब तक सब्र हो सकता है बताएं? बाजी आपको तो सब्र करना पड़ेगा जब तक कब्र में ना पहुंच जाए। अगर उन्होंने एक दर्द से, दुख से बात की है
तो माज साकर रजाई बीच में कहाँ से आ गया, ये नहीं मुझे समझ आई क्या कहाँ से आ गए? इस सवाल को। जो उन्होंने अपना तकलीफ का या करब का इजहार किया है, उसके जवाब में मज कहाँ से आ गई, साइकिल कहाँ से आ गया, रजाई कहाँ से आ गई, ये नहीं मुझे समझ फिर आई। जब 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 देखें ये नहीं होता, फिर ਤੁਸੀਂ उनको मेरे सर पे गोली ना मार रहे हैं, मेरे ना बाजू में मारता, मैंने भी तो बाजू में मारी। जब जंग शुरू हो जाती है फौजी, आपने बाजू में मारी, वो तो उठा करके मत्थे में मारेगा। यानी उन्होंने आप पर कोई जाती अटैक देखो किया जंग कि आपने जिसने उन पर स्टार्ट जाती की है भाई, उसको रोको, उसको समझाओ कि अच्छे अल्फाज में बात करो, काबरीन का एहतराम करो, अपना नुक्ता नजर बयान करो। कहो कि अमर नजीर ने बहुत अच्छी बात की, अमर नजीर साहब जीत गए, एमजीओ के पास दलाइल नहीं थी, इसमें कोई आपको नहीं रोकता, आपका हक है ये। यही वो कह रहे हैं। इसके अलावा और उन्होंने क्या कहा है, इसके अलावा क्या उन्होंने कहा जो पर अल्फाज यही के बात- मंजी ठोकी, मिर्ज़ा नबी मसाब की मंजी ठोक दी, ये हमारे काबर के लिए दुरुस्त है ये बात? अगर आपके नबी के लिए कोई मंजी ठोक दी तो फिर वो भाई बताओ मंजी मुझे, ठोकना जो है बताओ ना, मुझे, अगर तुम्हारे आप- नबी के लिए कोई वो नाउज़ बिल्लाह हमारे के लफ्ज़ नबी के इस्तेमाल लिए करे। ओ भाई हमारे नबी के लिए हमारा अपना मुसलमान तो इस तरह के लफ्ज कह नहीं सकता, लेकिन आपके नजदीक मकाम नबूवत और तरह का है। हाँ। आप मिर्जा साहब को नबी मानते हैं, वो नबी नहीं मानते, वो कहते हैं मिर्जा साहब नबूवत का दावा ही नहीं किया। एक बात। दूसरी बात ये कि जो मानते भी हैं वो भी यहाँ पर दिन के वक्त मिर्जा साहब के बारे में अगर कोई ईसाई आपको कह दे आके ऐसी बात, और यार आपको ईसाई अच्छा की लगेगा? बात कहाँ से आ गई है? तारक चौहान ईसाई है, जो कि रसूल पाक को नबी नहीं ईसाई तो मानता। वो तो नहीं मानता मुझे ना, बताओ, वो तो नहीं मानता। और वो ऐसी बात तो आपके तारक सामने चौहान कर तो- दे, काफी आप क्या बेहतर करेंगे? होते हैं। अमर साहब वो मुझे सच तारक बता चौहान दें। तो मसीह मऊद मानता है मिर्जा और साहब मैं को। तो मानता हूँ तारक- नबी, मैं तो मानता हूँ, तो तारक चौहान भी मानता है। मानता है ना, तारक चौहान भी मानता है मसीह मऊद को। हाँ तो मैं नबी मानता हूँ, मेरे सामने मेरे नबी की बात करोगे, मैं गुस्सा करूंगा कि नहीं? अगर तुम्हारे सामने यार कोई ईसाई आके करे, अच्छा ठहर जो ਸਾਈਆਂ ਨਾਲ ਕੰਪੈਰੀਜ਼ਨ ਕਰਨ ਤੋਂ ਪਹਿਲਾਂ ਰਾਣਾ ਸਾਹਿਬ ਇਹ ਦੱਸ ਦਿਓ, ਜਿਹੜਾ ਬੰਦਾ ਮਿਰਜ਼ਾ ਸਾਹਿਬ ਨੂੰ ਮਸੀਹ ਮਊਦ ਮੰਨਦਾ ਹੈ, ਉਹ ਮਿਰਜ਼ਾ ਸਾਹਿਬ ਦੀ ਤੋਹੀਨ ਕਰ ਸਕਦਾ ਹੈ? करे या ना करे, जब उसने ये अल्फाज सोच के कहे, जवाब दियो। अच्छा सुने सोच मेरी के बात, जवाब दियो, सुन गल लो च गलावा ना पै जे। एक मिनट जो जवाब बंदा सुन। मिर्जा साहब को मसीह, एक मिनट, नहीं जो गलावा मिर्जा पै। साहब को मसीह मऊद मानता है, ले सलाम बोलता है, वो मिर्जा साहब की तोहीन कर सकता है अपने लफ्जों से? अच्छा आप बताना सुने, जरा। जवाब सुने। जब मैं सिंपल ही जवाब है, हाँ या ना, हारिस रज़ा या कर हमारा सकता है या नहीं बेगैरत कर सकता। कुत्ते जो होते हैं ना, वो किसी अपने अकाबरीन के बारे में कहते हैं, वो लैसा कहते हैं, लैसल सलाम। ये ऐसे बेगैरत आवारा कुत्ते होते हैं बाज दफा, जो अपने अकाबरीन के ऊपर भी ऐसे तरह कहते हैं कि कोई सलामती ना चली जाए उन पर, और ये समझते हैं कि ये इतने सियाने हैं, हालांकि ये जहालत की अलामत होते हैं। और सुनो और कान खोल कर सुन लो, जो हजरत अक़दस मसीह मौऊद अलैहिस्सलातु वस्सलाम की तस्वीर पर जो तौहीन करके और वहां पे बैठकर उनको दाद देता है, वो बेगैरत मैंने आज गोबरी ये कीड़ा भी किया आपने, इन्होंने है। उस किया। लानती पर, उस जाहिल पर वही जो है तौहीन, दरअसल वो लानत अपने बेशुमार, अकाबरीन की लानत कर रहा बेशुमार। होता है। उस मैंने बेगैरत अपने किताब पर को भेजा है वो। लगातार मुसलसल अनथक लानत है बगैर किसी माजरत के। वो बेगैरत अच्छा, मैं है, अब वो जवाब गोबरी देता हूँ। कीड़ा है, वो जाहिल है, मुझे वो 30 सेकंड दे फसादी दें है। ताहर भाई, अपना मैं सबर गोबरी साइड भाई कीड़े की अहमियत में उससे आए हैं। ज्यादा है। चलो तिन्ने चारे पंजे कर लो, मेरा ख्याल है ਤੁਸੀਂ आप सत्ते अठे बंदे कर लो, फिर मैंने मौका दे आज। मैं जवाब देता हूँ। ये अपने अकाबरी पर लैस साहब, सलाम कहते इनको हैं, मौका दे दिया करें। लैस इनको का इस लफ्ज तरह करें। बोलते हैं। ये वो ये कौम है, डॉक्टर साहब उनके हैं, ये नाजायज औलाद है, आदम है, जो शादी साहब हैं। सलाम के बजाय साम ताहर भाई मुझे 30 ये वो सेकंड दे दें, मुनाफिक उन्होंने सवाल यहूदी मुझसे सिफ्त पूछा है। ये वो ताहर भाई- जहालत के अलमबरदार है। ये लैस सलाम ये बोलते हैं बेगैरत, जो ये कहते हैं। सबर साइड साहब हैं। जी ताहर भाई मुझे 30 सेकंड दे दें प्लीज, मैं उनके जवाब दे दूं अमर साहब की बात। सबर साइड साहब आप मेरी बात गौर से सुनिएगा, आप भी और एक को नवा कटा खुल गया है। हाँ मेरी बात बस गौर से आप सुन लीजिए प्लीज, 30 सेकंड। गौर न आज हुसैनी साहब की ब्रॉड से मैं शुरू से मौजूद हूँ। अखलाकियात में बात हो रही थी, आमर नज़ीर साहब ने भी कोई गलत बात नहीं की, ना मैंने कोई, बड़े अच्छे अंदाज में बात कर रहे हैं। ये अपना हुसैनी साहब भी बहुत शाइस्ता अंदाज में बात हो रही है। बात शुरू की है तारक चौहान साहब ने, मैं खामोश रहा हूँ। उन्होंने बात की कि कल इन्होंने किया, मैं मरजाई ठोकते, मैं तब तक मैं नहीं बोला, मैं कोई बात नहीं, मरजाइयों की मंजी ठोकती, मैं इस बात तक खामोश रहा हूं, मैं बिल्कुल कोई मसला नहीं। जब उन्होंने कहा साथ इन्होंने नाउज़ बिल्ला मिर्जा साहब की मंजी ठुकवाती,
तब मैं बोला हूं, तब मेरा गुस्सा आना जायज था। अहमद नजीर, मैं आपको पूछता हूं, नाउज बिल्ला, जिसको आप नबी मानते हैं, अगर उसके बारे में एक मुसलमान मानने वाला भी ये कहे कि नाउज बिल्ला मुसलमानों ने मंजी ठुकवा दी, तुम क्या करोगे अहमद नजीर? मुझे सवाल का जवाब देना, दिल पे हाथ रख के जवाब देना, क्या करोगे अहमद नजीर? बताओ। सारों से पहले तो बताओ आप अहमद इनका नजीर, नाम ठीक नहीं लिया, बताओ। बहुत गलत बात है। अच्छा, चलो नजीर है। ਰਾਣਾ ਸਾਹਿਬ ਤੁਸੀਂ ਜਰਾ अच्छा मेरी बारी आई तो साहब, ਰਾਣਾ ਸਾਹਿਬ ਤੁਸੀਂ ਖਾਮੋਸ਼ ਰਹੋ। ਇਹ ਰਾਣਾ ਸਾਹਿਬ ਗੱਲ ਕਰ ਬੈਠੇ ਨੇ, ਇਹਨਾਂ ਦੇ ਬਾਅਦ ਵਾਟਰ ਸਾਹਿਬ ਦਾ ਨੰਬਰ ਹੈ ਜੀ। ਵਾਟਰ ਸਾਹਿਬ नहीं, मेरा सवाल अभी खत्म नहीं है, मेरी बात। अच्छा, जारी मुझे है बात, गुस्सा जारी इस रखो, बात पर आया, जारी मेरे रखो। सब अहमदी बात बताएं जी, कि क्या मैंने गलत गुस्सा किया इस बात पे, या मुझे वहां से चले जाना चाहिए था, या उनको रोकना चाहिए था। प्लीज आप शाइस्ता हो जाएं। अब आप मुझे बात बता दें, अहमद नजीर साहब, जिसको आप नबी मानते हैं, अगर कोई मुसलमान होके उनके बारे में ऐसे अल्फाज कहे, आप क्या करोगे? बस ये बता दो। जज़ाकल्लाह। ਰਾਣਾ ਸਾਹਿਬ अपनी गल वैसे मुकम्मल कर लो। एक मिनट हुसैनी साहब जी जी। वैसे अहमदी भाइयों, आप चीख चला के ना अपना केस खराब कर देते हो। आप पाकिस्तानियों की तरह बिहेव कर रहे हो कि मार दो, कत्ल कर दो, शोर डालो, ते आराम से टैर बात सारो। करो, आराम से करेंगे, आराम से। जज़ाकल्लाह। मैं बड़े आराम से प्यार नहीं, से अभी पूछ रहा अभी हूं। भी आप अच्छा, आराम राणा से साहब मुझे की गल बोलने नहीं दे मुकम्मल नहीं रहे। हुई। राणा साहब को मौका दो। अभी राणा साहब अभी करो, आप गल आराम करो। से पता नहीं कब करेंगे। आप राणा मुझे साहब एक को गल लफ्ज तो करन दियो। बोलने नहीं दे रहे। ਰਾਣਾ ਸਾਹਿਬ ਕਰੋ क्या ਗੱਲ। बोले, प्लीज बोले। ਰਾਣਾ ਸਾਹਿਬ ਮੁਕੰਮਲ ਕਰ ਲੈਣਗੇ ਗੱਲ ਤੇ ਫਿਰ WhatsApp ਕਰਨਗੇ ਜੀ। तो कि टायर जलाओ, बसों को जलाए, ऊंची बोल के ना वो अहमद भाई नजीर। आप फिर मेरे पॉइंट पे आ जाएं, इसके जवाब मुझे दे दें जो यार मैंने मैंने कोई जल्दी नहीं, तू अपना पॉइंट आप ही एक्सप्लेन कर दे। ठीक है, मैं फिर नहीं अगर आऊंगा आपको यहाँ। समझ नहीं, आप खामोश हो जाए थोड़ी देर के लिए, प्लीज। लेट मी आप कंप्लीट खामोश विद रहें थोड़ी देर, तो अलामा आप म्यूट हो साहब जाए, अपने आप म्यूट हो जाए, आप म्यूट हो जाए प्लीज। राणा साहब को बात करने दें। लेट हिम म्यूट। ओके जी, जी। जी, अमन नजीर साहब, मैं बड़े आराम से आपसे सवाल कर रहा हूं कि अगर मैंने कोई यहाँ पर पहले बदतमीजी की है, कोई गाली दी है, आप मुझे जो सजा देंगे मंजूर करूंगा। हम शायद जब एक बंदा आके हमारे नबी के लिए ऐसी बात कहेगा तो मैं गुस्सा करूंगा। और इतना ही कह रहा हूं कि तारिक चौहान साहब, प्लीज यार, आप प्लीज बी पोलाइट हो जाए। मैंने कोई गाली नहीं उनको जवाब में दी, प्यार से कहा, वो नहीं हटे। उसके बाद ताहर भाई आए हैं तो वो जवाब देंगे ना, वो क्यों नहीं देंगे? जब आप नहीं प्यार से मारे ताहर भाई ने, और फिर उसके बाद वो शुरू हो गया काम। तो इसमें बताएं आज आप कि हमारा किसी बंदे का कसूर क्या है, किसने स्टार्ट किया है, उस चीज को हुसैनी साहब को रोकना चाहिए, मैं ये कहूंगा। जज़ाकल्लाह। राणा साहब गल मुकम्मल कर लो। लो जी, अमन नजीर साहब ਇਹ ਦੱਸੋ ਕਿ ਹੁਸੈਨੀ ਸਾਹਿਬ ਨੂੰ ਕੀ ਕਰਨਾ ਚਾਹੀਦਾ ਸੀ? ਹੁਸੈਨੀ ਸਾਹਿਬ ਦਾ ਕੀ ਕਸੂਰ ਹੈ? ਤੇ ਤੁਸੀਂ ਇਹ ਦੱਸੋ ਕਿ ਸਜ਼ਾ ਕੀ ਦੇਣੀ ਹੈ ਰਾਣਾ ਸਾਹਿਬ ਨੂੰ ਜੀ? जी ਰਾਣਾ की बात की जो हमारे भी नबी हैं। मुकम्मल होंगे। आपके नबी भी हमारे नबी कैसे हो गए? राणा साहब, आप कैसी बातें कर रहे हैं? अगर उनके नबी और हमारे नबी हैं तो फिर कॉन्फ्लिक्ट क्या है? वो नहीं मानते ना कि हम मानते हैं, मतलब लेकिन पहले फिर राणा आपने- साहब बोलेंगे, आपने- फिर बबासुर आपने साहब, फिर जरूर राणा उनको- साहब, फिर बबासुर आपने साहब वाली जरूर गाली उनको कर। मनाना है कि हमारे नबी को गालियां निकालें। नबी करीम सल्लल्लाहु अलैहि वसल्लम को किसी ने गाली निकाली? हमारे नबी तो वो हैं, और वही हजरत मिर्जा साहब अलैहिस्सलातु वस्सलाम के भी नबी हैं। जी, जी, जी। आप ये कौन सी टर्मिनोलॉजी नहीं निकाल रहे हैं? आपने हमारे नबी को गाली निकाली है। नहीं, उन्होंने नहीं निकाली, आप बात नहीं समझ रहे हो बासिक भाई। जिसने भी निकाली है, मैं कहता हूँ अलफ बे ते ने, किसी ने भी, ये टर्मिनोलॉजी कहाँ से आ गई? आपने हमारे नबी को निकाली नहीं, है। बासिक अगर भाई, आपके नबी को कोई निकालेगा तो आप कैसा महसूस करेंगे? बासिक भाई, ये पॉइंट नहीं है, पॉइंट सिर्फ तारिक चौहान साहब का है, उन्होंने पहल की है, बस ये बात है। नहीं, बिना तारक चौहान को कोई रोक सकता है? दुनिया की ताकत उसकी अपनी जबान है। हाँ, अगर फिर आप ये बहुत वकालत बहादुर कर रहे हैं, आप उधर चले जाएं उसके मुल्क में, उसकी जबान गुद्दी से खींच ले, ये एक तरीका है। यहाँ उसको नहीं, कत्ल मैंने कर फिर दो। भी उनको कुछ नहीं कहा, अल्लाह की कसम कुछ नहीं कहा। वो यार अल्लाह की कसम आप अभी भी कहते जा रहे हैं, उसको छोड़ दो। मैं सिर्फ आमर नजीर साहब जो उसकी हमायत कर रहे थे, वो उन्होंने कुछ बुरा नहीं करेगा, कहा। वो करेगा, दोनों चाचा भतीजा ने वो तो। ठीक है, यार कैसे ऐसा आप है रोकेंगे उसको कि ना उसकी ये वाटर राणा साहब, आप साहब बोले, बात आप ये- मौजूद थे, आपने सुनी बात सारी। राणा साहब आप अपनी बात मुकम्मल करें। हम सारे तमाश अहमदी ने बीन ने अपना तमाशा वकील लगाना है। बम्बास्टिक को पहले मुंबई आपसे कर 4 मिनट लेके फिर उनको खुली छुट्टी देनी है। वकील आला ने अपने मुवक्किल की हिमायत में एक ग्राउंड तैयार करनी है और तमाशा लगाना है। आप उनका तावन क्यों नहीं कर रहे उनके साथ?
ਚਲੋ ਮੇਰਾ ਖਿਆਲ ਹੈ ਹੁਣ ਟੋਨੀ ਭਾਈ ਫਿਰ ਕੱਲ ਕਰਨਗੇ तो टोनी भाई की गल तफसील ना सुन लो। जी जी नहीं हुसैनी साहब, मैंने एक सवाल अच्छा आप पूछना है। करेंगे, आप करें, ठीक है। हाँ जी वाटर हुसैनी साहब, करेंगे। ये आज मतलब राणा साहब आजकल ने की है अधूरी सी बात, अभी उनकी बात रहती है। और नहीं नहीं, मैंने तो आपसे बात बासिक करनी साहब ने है। की और फिर उन्होंने वापस अपनी बात को वादे करने की कोशिश की और फिर टोनी भाई ने थोड़ी सी बात की, अभी वो करेंगे तफसील के साथ। इतनी देर और में भट्ट साहब आप कर लें। जी बॉल घूम के मेरे पास आई तो हुसैनी साहब, मैंने ये पूछना है कि एक आजकल ये सॉल्यूटेशन एक बोली जा रही है, ले सलातो व सलाम, कुछ इस तरह, ले सलातो ले सलाम, इसका क्या मतलब होता है? या इस्लाम ना जाए, ये सल्यूटेशन मनफी है। नहीं ठहर ये मुनाफिक है। जैसे यहूदी सिर्फ थे ना, वो कहा करते थे अस्साम, सलाम के बजाय साम कहते हैं। ये यहूदी से ताहिर अमजद भाई, एक मिनट अच्छा। एक मिनट भाईजान, अपना वाटर साहब, आप ये हुसैनी साहब से क्वेश्चन पूछ रहे हैं, इन्होंने बोली है ये टर्म? जी ये आमिर साहब बार बार बोलते हैं ले सलातो नहीं ले सलाम। हुसैनी साहब ने तो नहीं ना बोली। नहीं, मैं मतलब पूछना चाह रहा हूँ कि ये कोई टर्म आमन नजीर साहब, ये जो टर्म है, शिकायत है, आप ये बोलते हैं ये लेस वाली सलाम किरत भेज दियो, तेदा मतलब कि ये नबी पाक सल्लल्लाहु अलैहि वसल्लम की है ये टर्म, ये खुदा ताला के फरिश्तों ने बताई थी रसूल अल्लाह को, कुरान में है ले सलाम सलाम? जरा बता दें जी। मेरा ख्याल है राणा साहब गल पूरी एक कर मिनट लो। हुसैनी साहब गल कर नहीं, रहे इस हैं। तरह ना करो, इस तरह ना करो। वकील साहब, बंदे उन्होंने बोलने वाले गल ने, पाई है। सब साइड साहब भी बैठे ने, वकील आला साहब, सारियां उन्होंने ਦੀਆਂ गल ਗੱਲਾਂ ਹੋ करना, ਜਾਣ ਦਿਓ, उन्होंने ਫੇਰ गल ਹੋਵੇਗੀ पाई ਗੱਲ। है, ਇਸ ਤਰ੍ਹਾਂ लकवा हो गया, की हो गया? इस तरह नहीं ठीक है। बाकी मौका, बाकियों ने भी मौका दियो। मेरा ख्याल टोनी भाई ने दोबारा मौका में देना है। इजाफा कर दें, एक लफ्ज का ही मतलब है, जरा बता दीजिए। बिल्कुल बिल्कुल बता देंगे ले सलाते ले हुसैनी सलाम क्या होता है? साहब इजाजत दें कि लामा साहब से बात को पूछ लें। अगर नहीं वो नोट कर रहे हैं, आ जाएगा आखिर में, लेकिन सारे पहले आखिर में आ जो जाएगा, बैठ 35 वो आखिर साल में आ वो लगे जाएगा। रहेंगे बोलने। नहीं आप ये तमाशबीन जो है ना, तमाशागर, मतलब मेरा ये मकसद दुखी है की कि बात अभी नहीं है। मेरे यार रब्बा। सबसे खादम एक-एक साबरी बयान साहब आए, लेकर खादम फिर उनको साबरी खुली साहब छुट्टी तुसी दे करो दी गल, जाएगी। शुरू करो। वो तूफान बदतमीजी के बाप खोल दे। खादम साबरी साहब गल करो। ये बिस्मिल्लाह। वकील आला साहब जो है ना, वो एक ग्राउंड बना रहे हैं। नहीं ये तमाशा जी, खादम अब साहब ने बात कहा- यह है कि चेयरमैन। इनकी सारी जो गेम प्लान है वो सबको समझ आ चुका है, खादम नजर भी साहब आता है, अस्सलाम लेकिन वो वालेकुम। बाज नहीं आएंगे उससे, वो अपना तमाशा जारी चेयरमैन रखेंगे। साहब, खादम साबरी साहब आ गए हो? मैं क्या करो गल करो तुसी, बिस्मिल्लाह। जी जी अस्सलामुअलैकुम वालेकुम सलाम रहमतुल्लाह जी। ਸਾਰੇ ਦੋਸਤ ਜਿਹੜੇ ਇੱਥੇ ਬੈਠੇ ਨੇ ਤੇ ਜਿਹੜੇ ਪਿੱਛੇ ਨੇ ਤੇ ਜਿਹੜੇ ਉਹਨਾਂ ਤੋਂ ਵੀ ਪਿੱਛੇ और जेडे एक दो बारी बोल चुके ने, लेकिन गल हले मुकम्मल नहीं हुई, उन्होंने करनी है, लेकिन तुसी पहले कर लो। ਮੈਨੂੰ ਆਪਣਾ ਜੁਮਲਾ ਮੁਕੰਮਲ ਕਰ ਲੈਣ ਤੇ ਤੁਸੀਂ ਜ਼ਿਆਦਾ ਕਰੋ। ਟਾਈਮ ਤੁਸੀਂ ਨਹੀਂ ਤੁਸੀਂ ਖੁੱਲਾ ਟਾਈਮ ਹੈ ਤੁਹਾਡੇ ਕੋਲ, ਤੁਸੀਂ ਬੜੀ ਤਫਸੀਲ ਦੇ ਨਾਲ ਆਪਣੀ ਗੱਲ ਬਿਆਨ ਕਰੋ। ਜੀ ਜੀ ਮੈਂ ਬੜੇ ਤਫਸੀਲ ਨਾਲ ਬੜੀ ਮੁਖਤਸਰ ਗੱਲ ਕਰਾਂਗਾ, ਜਾਮੇ ਗੱਲ ਜਾ ਕਿ ਮੈਂ ਇਸ ਬਹਿਸ ਵਿੱਚ ਹਿੱਸਾ ਹੀ ਨਹੀਂ ਲੈਂਦਾ। ਇੰਨਾ ਮਾਲੋ ਬਿੰਨੀਅਤ ਜੋ ਕਿਸੇ ਨੂੰ ਜੋ ਜਿਸ ਤਰ੍ਹਾਂ ਵੀ ਕਹਿ ਰਿਹਾ ਉਹ ਖੁਦ ਉਹਦੇ ਤੇ ਆਪੇ ਹੀ ਉਹਦਾ ਆ ਜਾਏਗਾ ਹਿਸਾਬ। ਮੈਨੂੰ ਇਹਦੇ ਹਿੱਸਾ ਲੈਣ ਦੀ ਲੋੜ ਇਹ ਵੀ ਗੱਲ ਠੀਕ। ਦੇਖੋ ਨਾ ਤੁਸੀਂ ਕਿਤਨੀ ਫਿਰ ਇਸ ਤਰ੍ਹਾਂ ਕਰੋ ਕਿ ਘਰ ਜਾ ਕੇ ਬੈਠੋ, ਤੁਸੀਂ ਇਸ ਤਰ੍ਹਾਂ ਤੁਸੀਂ ਵਾਅਦੇ ਕਰ ਦਿੱਤੀਆਂ ਨੇ ਗੱਲਾਂ। ਚਾਹ ਸ਼ਾਹ ਬਣਾ ਕੇ ਬਿਸਕੁਟ ਡੋਬ ਕੇ ਖਾਓ ਉਹਦੇ ਚ। ਵਾਟਰ ਗੱਲ ਸੁਣ, ਆਪਣੇ ਆਪ ਹੀ ਰਿਹਾ ਕਰ। ਮੈਂ ਨਾ ਤੈਨੂੰ ਕਦੀ ਛੇੜਿਆ ਤੇ ਨਾ ਮੈਨੂੰ ਛੇੜਿਆ ਕਰ। ਹਾਂ ਇਹ ਵੀ ਮਸਲਾ ਹੈ। ਜਦੋਂ ਤੁਸੀਂ ਕਿਸੇ ਚੀਜ਼ ਵਿੱਚ ਹਿੱਸਾ ਹੀ ਨਹੀਂ ਲੈਣਾ ਤੇ ਤੁਸੀਂ ਕੀ ਕਰਨ ਆਏ ਹੋ ਫਿਰ? ਨਹੀਂ ਤੇ ਤੈਨੂੰ ਕੀ ਤਕਲੀਫ ਹੋ ਰਹੀ ਤੇ ਮੇਰੇ ਤੁਸੀਂ ਨਾਲ? ਐਵੇਂ ਸੀਟ ਮਲ ਕੇ ਬਹਿ ਗਏ ਹੋ, ਜਾਓ ਕਿਸੇ ਹੋਰ ਬੰਦੇ ਨੂੰ ਆਉਂਦੇ। ਤੂੰ ਇੱਥੇ ਜਿਹਨੂੰ ਬਿਠਾਣਾ ਬਿਠਾ ਲਿਆ, ਹੁਸੈਨੀ ਸਾਹਿਬ ਦਾ ਕਮਰਾ, ਉਹ ਜਿਹਨੂੰ ਮਰਜ਼ੀ ਬਿਠਾ, ਤੂੰ ਐਵੇਂ ਖੜਪੈ ਚ ਬੜਿਆ। ਮੈਂ ਹਿੱਸਾ ਹੀ ਨਹੀਂ ਲੈਂਦਾ। ਤਾਰਕ ਭਾਈ ਤੁਸੀਂ ਚੁੱਪ ਕਰ ਜਾਓ ਯਾਰ। ਤਾਰਕ ਭਾਈ ਤੁਸੀਂ ਚੁੱਪ ਕਰ ਜਾਓ। ਇਹ ਇਨਸਾਨ ਬਣ ਹੀ ਨਹੀਂ ਸਕਦੇ ਆ। ਤਾਰਕ ਭਾਈ ਤੁਸੀਂ ਚੁੱਪ ਕਰ ਜਾਓ ਯਾਰ। ਤੁਸੀਂ ਅਕਲਮੰਦ ਹੋ, ਤੁਸੀਂ ਚੁੱਪ ਕਰ ਜਾਓ, ਮਿਊਟ ਲਾ ਲਓ। ਲਓ ਵਾਟਰ ਭਾਈ ਤੁਸੀਂ ਜੋ ਕਰਨਾ ਕਰੋ ਜੀ। ਵਾਟਰ ਭਾਈ ਕਰੋ ਗੱਲ ਕਰੋ ਜਨਾਬ। ਤਫਸੀਲ ਦੇ ਨਾਲ ਗੱਲ ਨਹੀਂ ਬੰਬਾਸਟਿਕ ਭਾਈ ਤੁਸੀਂ ਕਰ ਲਓ। ਜੀ ਚਲੋ ਅਗਰ ਮੇਰਾ ਖਿਆਲ ਰਾਣਾ ਸਾਹਿਬ ਦੀ ਰਹਿ ਗਈ ਗੱਲ, ਰਾਣਾ ਸਾਹਿਬ ਸ਼ੁਰੂ ਕਰੋ। ਵਾਟਰ ਸਾਹਿਬ ਤੁਸੀਂ ਜਮਾਤ ਦੇ ਬਹੁਤ ਵੱਡੇ ਥੰਮ ਹੋ, ਤੁਸੀਂ ਕਰੋ। ਜੀ ਬੰਬਾਸਟਿਕ ਸਾਹਿਬ ਤੁਸੀਂ ਬਹੁਤ ਵੱਡੇ ਥੰਮ ਹੋ, ਮੇਰੇ ਤੋਂ ਵੀ ਵੱਡੇ, ਤੁਸੀਂ ਕਰੋ। ਨਹੀਂ ਤੁਸੀਂ ਡਾਕਟਰ ਇਕਬਾਲ ਦੇ ਭਤੀਜੇ ਹੋ, ਤੁਹਾਨੂੰ ਰਾਈਟ ਪਹੁੰਚਦਾ। ਨਹੀਂ ਜੀ ਤੁਸੀਂ ਕਾਇਦੇ ਆਜ਼ਮ ਦੇ ਪੋਤਰੇ ਹੋ, ਤੁਹਾਡਾ ਰਾਈਟ ਹੈਗਾ। ਤੁਸੀਂ ਡੋਨਲਡ ਟਰੰਪ ਦੇ ਭਣਵਈਏ ਹੋ, ਤੁਹਾਨੂੰ ਪਹੁੰਚਦਾ। ਹੁਣ ਬਗੈਰਤੀ ਤੁਸੀਂ ਜਿੱਤ ਗਏ, ਇਸ ਲਈ ਤੁਸੀਂ ਜਾਰੀ ਰੱਖੋ। ਨਹੀਂ ਤੁਸੀਂ ਬਹੁਤ ਗੈਰਤਮੰਦ ਹੋ, ਗੈਰਤਮੰਦ ਦਾ ਜ਼ਿਆਦਾ ਹੱਕ ਹੁੰਦਾ। ਚਲੋ ਵਾਟਰ ਸਾਹਿਬ
कदम बढ़ाओ वाटर साहब, हम तुम्हारे साथ कि ना हैं। करें एमडी, आपस में इत्तेहाद रखा करें, मिली मकसद के लिए अपने जाती इख्तिलाफात। लो राणा साहब ਇਹ ਦੱਸੋ ਅਸੀਂ ਇਤਿਹਾਦ ਕਿਵੇਂ ਕਰਨਾ ਹੈ ਆਪਸ ਵਿੱਚ? ये अमन नजीर साहब ने मुसलमानों में किस तरह इत्तेहाद कायम किए हैं? ਹਾਂ इनसे ਜੀ ਬਈ ਅਮਨ ਨਜ਼ੀਰ ਸਾਹਿਬ ਸਾਨੂੰ ਦੱਸੋ ਕਿ ਅਸੀਂ ਇਤਿਹਾਦ ਨਹੀਂ ਉਹਨਾਂ ਦੇ ਖਿਲਾਫ ਜਿਤਨੀਆਂ ਵੀ ਗੱਲਾਂ ਨੇ ਉਹ ਸਾਰੀਆਂ ਬਿਆਨ ਹੋ ਜਾਣਗੀਆਂ ਤੇ ਆਪੇ ਉਹ ਦੱਸ ਦੇਣਗੇ। ਤੇ ਰਾਣਾ ਸਾਹਿਬ ਗੱਲ ਤਫਸੀਲ ਨਾਲ ਕਰੋ ਜ਼ਰਾ। नहीं नहीं मैं डरो तो डरो एमडीओ से ही कहूंगा कि प्लीज ना करें आपस में एक दूसरे नहीं से। लेकिन पूछना तो हमने अमन नजीर से है ना कि हमने कैसे मना होना है। ਹਾਂ आपने यही बताया अमन ਰਾਣਾ नजीर ਸਾਹਿਬ साहब ਤੁਹਾਡੀ ਗੱਲ ਵਿੱਚ ਰਹਿ ਜਾਂਦੀ ਹੈ ਤੇ ਦੂਸਰੇ ਬੋਲ ਪੈਂਦੇ ਨੇ, ਤੁਸੀਂ ਆਪਣਾ ਗੱਲ ਮੁਕੰਮਲ ਕਰ ਲਓ। अमन नजीर सानू दसो कि ਅਸੀਂ ਕਿਵੇਂ ਇਤਿਹਾਦ ਕਰੀਏ। मिली मफाद को जाती मफाद में मुकद्दम हाँ। रखते, बस यही है खलीफा मैं सानी कौमी और मिली का है। मफाद की खातिर अपनी जान माल और माल वक्त को वक्त कुर्बान करने के लिए और अपनी जबान का कुर्बानी दूंगा। हर वक्त तैयार रहूंगा। हाँ, और खलीफा वक्त जो भी मारूफ फैसला फरमाएंगे उसकी पाबंदी करना अपना औलान फर्ज समझूंगा, जरूरी समझूंगा। सबर साइड साहब किधर हो? सबर साहब जड़े यार बम्बास्टिक, आपने इतना वक्त जाया करवा दिया है। आपसे एक बात पूछी थी, ये ले सलातो ले सलाम का मतलब क्या है? मैंने पूछा नहीं देता किसी ने, मैंने पूछा तो था अमन नजीर से। हाँ तो आपने किसी और बंदे की तो बात चलने नहीं दी, हर जगह पे लेकिन तुसी भी टोक देता है ना राणा साहब की गल विच रह गई। साहब तुसी म्यूट ला लो यार एक मिनट। भट्ट साहब पूछो जी, पूछो जी जी हाँ जी बताओ जी, मतलब क्या है जी इसका ले सलातो ले सलाम का? जी राणा साहब की गल मुकम्मल होने दो जी। राणा साहब नहीं वाटर साहब ने नहीं राणा साहब जी गल रह गई, दसो सारी हुसैनी साहब सारे दूसरे काम हो जाएंगे, सिवाय जो मैंने पूछा है वो नहीं होगा। खलीफतुल मसीह सानी ने बड़े इरशादात दिए हमें इस बारे में ना। रसूल करीम सल्लल्लाहु अलैहि वसल्लम पर और दूसरे बुजुर्गों पर जो मतलब दरूद और सलाम भेजते हैं, ऐसे बोलते हैं लै सलाम लै सलाम। वो ऐसा वो आप समझें, इत्तेहाद बैनुल काफरीन की फितरत को समझें, उनके मंसूबों को जाने, अमजद भाई गेम प्लान। यार जमील भाई सब्र करो। अमजद भाई वो जो है ना राय ना उनजुरना जी। हाँ मतलब ये मतलब ये आपको ये अंदाजा करें कि हमारा वास्ता किस कौम से पड़ा है, जो अपना मसलक तक बताने की सलाहियत नहीं रखती, जो मतलब बालग नहीं होती, जो अंधेरे में बैठकर तीर चलाने की आदत पड़ चुकी है, जो बदतमीजी, बद तहजीबी, बद कलामी और ये उनके डीएनए में है। कोई बात उन पर की जाए वो उसका जवाब नहीं देंगे, सिर्फ और सिर्फ क्या करेंगे कि आप पर इल्जाम तराशी करेंगे। कोई कॉन्सेप्ट हो, खत्म नबूवत का हो, अलूहियत का हो, हकीकत मोहम्मदी का हो, उस पर संजीदा गुफ्तगू करने के ना ये अहलियत रखते हैं, ना सलाहियत रखते हैं, ना दीनी गैरत रखते हैं। जब इनसे डायरेक्ट एक एक करके इनको बुलाया जाए, ये वहां चले जाते हैं जहां पर कोई जाना मुनासिब भी नहीं होता। इनके अंदर कोई दीनी गैरत नहीं है, ये सिर्फ और सिर्फ दूसरों को एज़ा पहुंचाना चाहते हैं, ये दहशत गर्दाना जहनीत रखते हैं, ये दूसरों के अकाबरीन की तस्वीर लेकर उनके ऊपर बेहुरमती करके उस पर जश्न मनाते हैं। ये ऐसे हैं जो चंद मिनट पहले हजरत अक़दस मसीह मऊद अलैहिस्सलातु वस्सलाम की तस्वीर के ऊपर जूते लगाकर और उनकी तौहीन करके ये ठट्ठा उड़ा रहे हैं। ये है इत्तेहाद बैनुल काफरीन। आप समझते हैं कि इनसे मुहज़्ज़ब तरीके से कोई माकूल बात हो सकती है? तो ऐसी बेगैरती, जहालत, गुमराही और के सामने आप क्या कर सकते हैं? जो सलाम करता है तो आपकी मौत की दुआ मांगता है, यहूदी सिफ्त के मुताबिक साम कहता है, सलाम नहीं कहता। जो अंबिया पर और दूसरों पर सलामती भेजता है, लैस सलाम उलट करता है कि उन पर सलामती ना हो। ये इस तरह की गंदी फितरत के लोगों से हमारा वास्ता पड़ा है, ये कोई आम मखलूक नहीं है। इसीलिए रसूल अकरम सल्लल्लाहु अलैहि वसल्लम से मंसूब वो जो है, उलमाउहुम शर्रुम मिन तहत अदीम समा, आसमान के नीचे बसने वाली गंदी तरीन मखलूक है। आप लॉजिकली न्यूट्रल होकर सोच लें, गंदी तरीन मखलूक का तस्वर करें, ये कौम ऐसी कौम है जो उससे भी बदतर होगी। ये ऐसी कौम है जिससे आप कम्युनिकेट कर सकते ही नहीं। ये बेगैरती की अलामत है, ये जहालत की अलामत है, ये गुमराही की अलामत है, ये नफरत आमेज प्रोपोगंडा करते हैं, ये जलाओ, घेराओ, नफरत करो, ये करो, वो करो, ये उसके लंबरदार हैं।
ये ऐसा नहीं है कि आपके 10 घर जलाकर इनको सुकून मिल जाएगा। ये वो कौम है जो हुसैन का सिर नेज़े पर डालकर भी इनका अंदर का बोगस कम नहीं हुआ था। ये खैमों को आगे लगाकर ये इनको ठंडक नहीं पड़ जाती। ये बीबियों को बेपर्दा करके आप समझते हैं कि ये इनकी बेगैरती खत्म हो जाएगी, नहीं होती। ये इनके अंदर बेगैरती के वो जौहर हैं जो किसी तरह भी बुझने नहीं पाएंगे। आपको घर जला देंगे, आपको मार कर भी ये समझेंगे कि इनको तसल्ली हो जाएगी, नहीं। ये हसद, बुग़्ज़ और कीने के शरारों में इस तरह लथपथ हो चुके हैं, अंधे हो चुके हैं, बहरे हो चुके हैं। ये तुम्हारे मुर्दों को भी सुकून से रहने नहीं देंगे, ये तुम्हारी कब्रों को भी उखाड़ेंगे, ये तुम्हारे घरों को भी जलाएंगे, ये तुम्हारी लाशों को भी ये रोंदेंगे। ये ऐसी कौम है, यजीदी सिफ्त है। इनसे भलाई की तवक्को रखना सिवाय खुद फरेबी के कुछ नहीं है। ये आसमान के नीचे बसने वाली गंदी तरीन मखलूक है, इनसे बदतर कोई मखलूक नहीं है। ये ऐसी कौम है, आप इनसे कम्युनिकेट करना चाहते हैं, अपना तबादला ख्यालात करना चाहते हैं, करें, लेकिन इनसे कोई अच्छाई की तवक्को रखना ये महज खुद ने बहुत अच्छे अल्फाज में बातें की हैं, जज़ाकल्लाह, क्योंकि आपका ये रिस्पॉन्स है, आपने पहल नहीं की और बेहतरीन अल्फाज का इस्तेमाल किया है और किसी का नाम लिए बगैर आपने एक पॉइंट अपना रखा है। तो इसमें कोई बुरी बात नहीं है, ना आपने कोई गाली दी है ना आपने कुछ किया है, क्योंकि जब आएगा तो फिर जाहिर है रिस्पॉन्ड तो आप करेंगे ना। इसमें कोई आपने बुराई नहीं की, इसमें कोई एमडी ना कहे कि इन्होंने कोई एमडी ना कहे कि बुरा लफ्ज कहा है, ये कहा है, कुछ नहीं कहा, इन्होंने जस्ट रिस्पॉन्स दिया। तो तारमजा साहब ने तो कुछ बड़ी अच्छी बातें की, गाला किन्ने करनी है ने जी, गाला वाला बंदा आ जाए। नहीं है, राणा साहब ने गल मुकम्मल कर दियो। साहब से माफी मांगना चाहता हूं कि मैंने उनकी दिलआज़ारी की है। नहीं माफी का ले माने, आपने ठीक किया, आप सही रास्ते। माफी मांगना चाहता हूं कि मैंने उनकी दिलआज़ारी की है। और ताहिर साहब ने जो मुझे बताया, ये वाकई अमर नजीर साहब और इनकी कौम से ना किसी भी अच्छी बात की उम्मीद नहीं की जा सकती। आप अमर नजीर नाम ना लेना, फिर तो वो आएंगे, हम आपके ऊपर नाम लेंगे तो आने दें यार, वो आगे मुझे क्या बगियाड़ है, वो आ जाएगा, क्या हो जाएगा। अच्छा, दूसरे नंबर पर बात ये है कि हुसैनी साहब का एक फर्ज बन चुका हुआ है, दीनी फर्ज, कि उन्होंने हर हाल में इनकी तारीफ करे ना चोपड़ियां में लगा के देनी है जनाब, और मक्खन तारीफ और पता नहीं क्या क्या जो भी है ना यार, सारे फाड़ के हुसैनी साहब नु फायदे दे दिए। और भाईजान हुसैनी साहब माशाल्लाह वारदात में ना पूरे शामिल होते हैं, तो मैं इसलिए हुसैनी साहब का 1 घंटे का बाइकआउट करने लगा हूँ। बेहतर हो गया, चलो लो जी राणा साहब, जी गल रह गई पूरी करो। लो जी, ठीक है, जज़ाकल्लाह, अच्छी बातें करो, गल देखो नहीं, अब सनी भाई अच्छी बातें करें आगे। नहीं गल करो, सारे जेड़े अपना प्रोटेस्ट रिकॉर्ड कराओ, नहीं बस मेरी बात तो कोई नहीं है, ਤੁਹਾਡੀ ਗੱਲ ਤੁਸੀਂ ਮੁਕੰਮਲ ਨਹੀਂ ਹੋ ਸਕੀ, ਵਿੱਚ ਜਿਹੜੀਆਂ ਅੱਛੀਆਂ ਗੱਲਾਂ ਕੀਤੀਆਂ ਟੋਨੀ ਭਾਈ ਨੇ, ਉਹ चले मैं सम अप कर देता हूँ, सम अप ये सम अप कर दो जरा, सम अप कर देता हूँ कि आज माशाल्लाह अच्छी ब्रॉड चल रही थी, तो हम सब, मैं किसी को बुरा नहीं कहता, नहीं, सब ये सोचे, बुरा कहते ही नहीं, सब ये सोचे यार पहल ना करें, जितनी भी गल्लां हुई हैं किसी ने बुरा किया ही नहीं। बस मैं ये सबसे अर्ज करना चाहता हूँ, पहल ना करें। मैं अमर नजीर साहब की इस बात की तारीफ करता हूँ, ये यहाँ पहल नहीं करते कभी भी, लेकिन हाँ उन्होंने ताहर चौहान साहब ने पहल की है, सॉरी टू से, अब मैं नहीं इस बात को दोहराता, उन्होंने पहल की जिसका ये रिस्पॉन्स हुआ है सारा। नहीं, चौथी पांचवी बार दोहराना तो कोई तो फिर मैं सबसे ये कहूंगा, प्लीज कोई भी पहल ना किया करे, अच्छे अंदाज में बात आगे बढ़ाया करे, कभी मसला नहीं होगा फिर कोई नहीं मजा। देखे जो है ना चौहान साहब, वो बड़े ही नेक बाप के बेटे हैं, उनका नाम था अपना गुलाम नबी अहमदी साहब, और वो खलीफा वक्त के हाथ चूमते रहे उनके अम्मी और अबू और उनका सारा खानदान, और बकायदगी से चंदा देते रहे हैं, और इसलिए हम उनको सारा माफ कर देते हैं कि आज भी उनका खानदान खलीफा वक्त के हाथ की टच की हुई रोटी खाते हैं, और सूखे अछानबुरा अपने घर ले जाते हैं और घोल के वो पीते हैं। ताहिर चौहान की मात इसलिए मारी गई है कि उन्होंने वो छानबुरा पीने से इनकार कर दिया, और इसीलिए वो पैंगे हो गए हैं। तो उनकी जुबान के साथ अल्लाह माफ करे कुत्ता बजा हुआ है तो बजा रहने दे, वो नहीं खोला जा सकता, ये सिर्फ उनका मौत ही उनको इस बीमारी हमें कहते हैं अहमदियों को बुरा कहें। राणा साहब की गल जेड़ी रह गई, राणा साहब की गल रह गई है, राणा मुबासिक साहब जो खुलफा और कह रहे ना
खुलफा और इवन मिर्जा साहब पे आते हैं तब दुख होता है, और कोई बात नहीं। ਬਹੁਤ ਬੜੇ ਦੁੱਖ ਦੀ ਗੱਲ ਹੈ ਰਾਣਾ ਸਾਹਿਬ, ਹੈ ਬਹੁਤ ਹੀ ਜ਼ਿਆਦਾ ਦੁੱਖ ਹੈ। ਅੱਛਾ ਰਾਣਾ ਸਾਹਿਬ ਹੁਣ ਕੀ ਕਰਨਾ ਫਿਰ ਚੌਹਾਨ ਸਾਹਿਬ ਦਾ ਜ਼ਰਾ ਲਾਇਆ ਅਮਲ। नहीं, कुछ नहीं करना, अब हमने माफ किया और आगे बढ़ते हैं और आगे बात ਅੱਛਾ करते ਜ਼ਰਾ ਦੁਬਾਰਾ ਦੱਸੋ ਹੋਇਆ ਕੀ ਹੈ, ਮੈਂ ਜ਼ਰਾ ਲੇਟ हाँ बिल्कुल हैं। राणा यार साहब यहाँ शुरू तो बड़े दसो अच्छे अंदाज में बात चल रही थी, अजीम अच्छा। भट्ट साहब थे, मैं था, ये आमर नजीर साहब थे, बात हो रही थी, किसी ने कोई नहीं किया। लेकिन जब उन्होंने आके बात स्टार्ट की, पहले तो कि मरजाइयों पे लाने, मैं कोई नहीं बोला जब तक वो बात करते रहे, बड़े उनके सख्त अल्फाज थे। लेकिन मैंने जब उन्होंने कहा ना कि मिर्जा साहब भी नाउज़ बिल्लाह, आप मरज़ई उन्होंने आप पे लाने से भेजी, मैं तो जब मिर्जा साहब की बात की तब मैंने बोला। मिर्जा साहब को क्या कहा उसने? मैं मेरे से ना अल्फाज दोहराए ना, अब क्यों दोहराने हैं? तो वो तो तौहीन मिर्जा की साहब ना। को खुद मानते हैं, उसकी माँ प्यो, बस उन्होंने हमें मुखातब करके कह दिया कि हमने ऐसा करवा दिया। उसका माँ प्यो मिट्टी घोल घोल के पीते रहे हैं बिजली मकबरे की। आ गए तारक चूड़ा टीसी आ गया। नहीं नहीं, जब सब मिर्जाई बोलेंगे ना तो फिर मुझे मौका दे। सैनी साहब एक लो जी अहमदी बोले चीजों का एक मरज़ई हल ना है। बोले, अहमदी बोले सैनी भाई, मरज़ई ना बोले। जी सारी जी चीजों का हल है मेरे पास। या बिल्कुल वो आप हाल अब ये आपकी है- बारी है। आप हाँ। आप तो अभी तक बोले सारी ही नहीं, आप बोले ये जो लड़ाई झगड़े होते हैं ना, इनका हल मुझे मिल गया है। नवाब ट्यूबवेल हाँ, वो कहते हैं सैनी साहब के अगर आप 8 घंटे सोते हैं ना या तो आपका डोपामिन बढ़ जाता है और कार्टिसोल कम हो जाता है। डोपामिन तो कार्टिसोल जो है ना वो बढ़ जाता है जब आपकी नींद 8 घंटे से कम होती है। तो अगर डोपामिन बढ़ा हो, कार्टिसोल डाउन हो, तो कोई लड़ाई झगड़ा नहीं होता। हाँ बिल्कुल। राणा साहब ਨੂੰ ਮੌਕਾ ਦਿਓ। ਰਾਣਾ ਸਾਹਿਬ ਉਹ ਗੱਲ ਦੱਸੋ, ਤਰਾ ਸ਼ੁਰੂ ਤੋਂ ਬਿਆਨ ਕਰੋ। ਕਿ ਗੱਲ ਠੀਕ ਠਾਕ ਹੁੰਦੀ ਪਈ ਸੀ, ਬਿਲਕੁਲ ਸਹੀ ਜਾ ਰਹੀ ਸੀ, ਤੇ ਫਿਰ ਹੋਇਆ ਕੀ ਬਾਅਦ ਵਿੱਚੋਂ? ਹਾਂ ਰਾਣਾ ਸਾਹਿਬ ਫਿਰ ਕੀ ਹੋਇਆ, ਉਹ ਅਸਲ ਗੱਲ ਕੀ ਹੈ? ਇਹ तो शुरू करो जरा कि बात बिल्कुल ठीक ठाक हो रही थी और सब कुछ ठीक जा रहा था, फिर उस तो बाद तो की होया, झगड़ा की पिया? ਇਹ ਗੱਲ ਦੀ ਕੁਝ ਸਮਝ ਨਹੀਂ ਆਈ ਠੀਕ ਤਰ੍ਹਾਂ ਸੈਣੀ ਸਾਹਿਬ। या राणा साहब बयान करेंगे तो सारी कुल वैसे वो देखो अमन नजीर साहब अपना भतीजा ਤੇ ਛੱਡ ਕੇ ਨੇ, ਦੋਵਾਂ ਨੇ ਹੱਥ ਮਿਲਾਇਆ, ਮੈਂ ਚੱਲਣਾ ਤੂੰ ਆ, ਤੂੰ ਡਿਊਟੀ ਤੇ, ਫਿਰ ਉਹ ਆਨੇ ਤੇ ਆ ਗਏ ਨੇ। ਤਾਰਕ ਚੌਹਾਨ ਸਾਹਿਬ ਭਾਬੀ ਆ ਚੁੱਕੇ ਨੇ। ਜਿਹੜੀ ਗੱਲ ਦੱਸੀ ਹੈ ਟੋਨੀ ਭਾਈ ਨੇ, ਉਹਨਾਂ ਨੇ ਇੱਕ ਤੇ ਦੱਸਿਆ ਗੰਦੀ ਮਖਲੂਕ, ਅੱਛਾ ਜੀ, ਦੂਸਰਾ ਉਹਨਾਂ ਨੇ ਦੱਸਿਆ ਨਫ਼ਰਤ ਅਮੇਜ਼ ਪ੍ਰੋਪਗੈਂਡਾ, ਤੇ ਫਿਰ ਉਹਨਾਂ ਕਿਹਾ ਕਿ हुसैन का सर नेज़े पर, फिर उन्होंने किया जिस्मों को आग लगाने वाले, और बीबियों को बेपर्दा फिर करने वाले, बीबी की चादर जलाने वाले, फिर घर जलाना, फिर हसद ते बुग़्ज़ ते मुर्दों के साथ सलूक, लाशों को रौंदना, खुद फरेबी, आसमान के नीचे बदतरीन मखलूक, ते अच्छाई की तारीफ शायद ये है। ये उन्होंने बयान किया। ये किन्होंने कहा है? ये सारी बातें इन्होंने समझाई है अपने। बेहतरीन अल्फाज हैं जी बिल्कुल यही वो आपका रह गया था ना बयान, वो जरा सा बयान कर दें आप अच्छे तरीके से। लो जी शहजाद बयान करेंगे तो बाद में शहजाद साहब आ गए, वो बाकी बात वो ਇਹਨਾਂ ਨੇ ਸਾਰੇ ਮਸਲੇ ਹੁਣ ਕੁਰਾਨ ਨਾਲ ਹੱਲ ਕਰ ਦੇਣੇ ਨੇ। आ गए शहजाद साहब, बाकी गल खुद ही बयान कर दें। ਇਹਨਾਂ ਨੇ ਸਭ ਕੁਝ ਹੁਣ ਕੁਰਾਨ ਨਾਲ ਮਸਲੇ ਹੱਲ ਹੋ ਜਾਣੇ। नो राणा साहब वो जी गल रह गई वो बयान कर दो। हो गई ये बात सारी खत्म है। नहीं वो पूछ रहे हैं मास्टर साहब कहते नहीं अब वो आ गए ना, अगर मैं शुरू करूंगा उनको बुरा लगेगा, ये गलत है। अब जब हमने बात खत्म कर दी है, राणा साहब ये मैं पूछ रहा हूँ कि मुझे यहाँ तक समझ आइए कि सारी नहीं अगर देखें बासिक भाई, अगर हम बात करेंगे फिर उनको बुरा लगे, वो बैठे हैं, वो रिस्पॉन्स देंगे। चलो वो चले जाते हैं, अगर वो खामोश है, अगर वो खामोश है तो अच्छी बात है। ये जो गैर नहीं उनको भेज देते हैं, अब आप बयान करें। नहीं हम बयान करें। चला गया ਵਾਸਿਕ ਸਾਹਿਬ ਇਹਨਾਂ ਕੋਲ ਅੱਜ ਇਹ ਪੁੱਛ ਹੀ ਲੋ ਜੀ ਕਿ ਲੈਸਲਾਮ ਇਹ ਆਪਣੇ ਬਜ਼ੁਰਗਾਂ ਦੇ ਉੱਤੇ, ਅੰਬੀਆ ਦੇ ਉੱਤੇ ਲੈਸਲਾਮ ਕਿਉਂ ਕਰਦੇ ਨੇ? ਇਹ ਤੋਹੀਨ ਨਹੀਂ? ਇਹ ਬਜ਼ੁਰਗਾਂ ਦੇ ਉੱਤੇ ਲੈਸਲਾਮ ਇਹ ਸਾਰੇ ਗੈਰਮ ਦੀ ਇੱਕੋ ਹੀ ਤਰ੍ਹਾਂ ਦੇ ਸੋਚਦੇ ਨੇ, ਜਾਂ ਬਾਜ਼ ਉਹਨਾਂ ਚੋਂ ਜਿਹੜੇ ਨੇ ਖਾਸ ਤਰ੍ਹਾਂ ਦੇ ਤਰਬੀਅਤ ਯਾਫਤਾ ਨੇ, ਜਿਹੜਾ ਨਾਸਬੀਅਤ ਔਰ ਖਾਰਜੀਅਤ ਦੀ ਗੋਚ ਪਨਣ ਲੈਣ ਵਾਲੇ ਯਜ਼ੀਦੀਅਤ ਦੇ ਅਲਮਦਾਰ ਨੇ? ਇਹ ਕੌਣ ਨੇ? ਤੁਹਾਨੂੰ ਪਤਾ ਤੇ ਹੈ, ਪੁੱਛੋ ਤੁਸੀਂ, ਇਹਨਾਂ ਕੋਲ ਪੁੱਛੋ। ਇਹ ਹੁਸੈਨੀ ਭਾਈ ਜਿਹੜੇ ਮਤਲਬ ਤਮਾਸ਼ੇ ਕਰਵਾਉਂਦੇ ਨੇ, ਕਰਦੇ ਨੇ, ਦੇਖਦੇ ਨੇ, ਮਹਿਜ਼ੂਜ਼ ਹੁੰਦੇ ਨੇ, ਇਹਨਾਂ ਕੋਲ ਕੋ ਕਿ ਜ਼ਰਾ ਡੁਗਡੁਗੀ ਜ਼ਰਾ ਸਾਈਡ ਤੇ ਰੱਖ ਕੇ ਇਹਨਾਂ ਕੋਲ ਪੁੱਛ ਲਓ। ਇਹਨਾਂ ਨੂੰ ਇਸ ਲਫ਼ਜ਼ ਦਾ ਮਤਲਬ ਨਹੀਂ ਪਤਾ। ਇਹਨਾਂ ਦਾ ਵਕੀਲੇ ਆਲਾ ਹੈ ਨੇ, ਤੇ ਜਦੋਂ ਬੋਲਦੇ ਨੇ ਤੇ ਉਹਨਾਂ ਕੋਲ ਪੁੱਛ ਨਹੀਂ ਸਕਦੇ।
ਇਹ ਮਤਲਬ ਇਹਨਾਂ ਦਾ ਦਿਮਾਗ ਕਿਸੇ ਹੋਰ ਸਿਆਰੇ ਚਲਾ ਜਾਂਦਾ ਹੈ ਸੈਰ ਕਰਨ, ਇਹ ਮਸਰੂਫੀਅਤ ਦੀ ਵਜ੍ਹਾ ਤੋਂ ਉੱਥੇ ਨੌਕਰੀ ਦੇਣ। इन्हें समझ नहीं आती कि वो अच्छा तार भाई, मैं आपको एक बात कहना चाहता हूँ, इजाजत दें तो। आप अगर इतने मतलब आप में मैंने पता है रह गई तो बयान करनी है, एक मिनट, वोकैबुलरी के आप बात करने का अंदाज इतना बेहतरीन है ना। मैं दो चीजें अगर आप कर लेना, आप कभी पहल ना करें और जब जवाबी आप दें तो इसी तरह करें, बगैर नाम लिए जवाब दें, और जिस तरह बेहतरीन अल्फाज का आप चुनाव करके दुश्मन पर टारगेट करते हैं ना, वो करें आप, वो जरूर करें इंशाल्लाह ताला। नाम लेकिन उसमें बस कोई हम लेकिन किसी की बहुत हद तक ना रसवाई ना करें। बस देखिए, मेरी पूरी ख्वाहिश इंसाफ से कि किसी के अकाबर की किसी की भी तौहीन ना की जाए, किसी के साथ भी 1000 इख्तलाफात हों वो रखे जाए, उसकी निशानदेही की जाए, जो उनकी स्ट्रेटजी है उसको एक्सपोज किया जाए, उनकी जो खेल है, जो थीम है, जो गेम प्लान है, उसका इजहार करता हूं, करूंगा। लेकिन ये है कि ये लोग जिससे हमारा पाला पड़ा है, ये अभी 5 मिनट पहले हज़रत अक़दस मसीह मऊद अलैहिस्सलाम की तस्वीर लेकर उसके ऊपर जूतियों के साथ उनकी बेहुरमती करके आए हैं इस ब्राड पर, और ईसाइयों के साथ मिलकर, और ये सारे इत्तेहाद बैनुल काफरीन का एक गुलदस्ता जो बदबू के भभोके छोड़ रहा था, वो आकर एकदम यहाँ पर आकर इस्लाम की नुमाइंदगी करने लग जाता है, तहजीब का दरस देने लग जाता है, की तरह रंग बदलता है। ये मतलब कम से कम मुझसे तो उसमें मुनाफकत नहीं हो सकती। साहब, हज़रत मसीह मौद की तकजीब करना, हमारी मुखालफत में गंद और गलाजत बकना, इत्तेहाद बैनुल काफिरीन, यही तो हमारी कामयाबी की निशानी है। इसके ऊपर खुदा का शुक्र अदा करना चाहिए। हमें उस दिन खौफजदा और अफसरदा होंगे जिस दिन ये हमारा पीछा छोड़ देंगे। जैसे जंबियों को कोई नहीं कुछ कहता, इस्माइलियों को कोई कुछ नहीं कहता, लाहौरियों को कोई कुछ नहीं कहता। अगर जमात अहमदिया मुसलमान के खिलाफ ये हरकतें करते हैं और हज़रत मसीह मौद की तकजीब करते हैं, तो हज़रत मसीह मौद ने खुदा ने नबी और रसूल बनाया है, उसी की गैरत जागेगी और इनको तबाह बर्बाद किया हुआ उस खुदा ने। हज़रत मसीह मौद ने खुद फरमाया कि मेरा मामला खुदा के ऊपर छोड़ दो, जब मुझे गालियां निकालें, तकजीब करें, तो फिक्र मत करो, गालियों का जवाब गालियों से तुमने नहीं देना। और मुझे तो खत भेजते हैं बेरंग, और मैं खत पे करके लेता हूँ और गालियां पढ़ता हूँ और सुनता हूँ। अगर मैंने इनकी गालियों का जवाब देना शुरू कर दिया, तो जो खुदा ने जिसकी मिशन की खातिर मुझे भेजा है, मैं उसको मुकम्मल नहीं कर सकता। इसलिए मेरा मामला अल्लाह के साथ रहने दिया करो। तुम जो हो उस पे अफसरदा ना हो, उस पे गम ना करो, और गाली का जवाब गाली में मत दो। जी जज़ाकल्लाह जमील भाई, अब 2 मिनट जरा तसल्ली से सुनिए। वो तैश आपकी का जो बात वाक़या है, 3 एक किलोमीटर तक अभी एक मिनट बात करने देने यार, तो उसके और बाद लोग बात एक करने। तरफ पत्थर मारते थे तो दूसरे लोग कहते थे कि मैं दूसरी तरफ मुंह कर लेता था, दूसरी तरफ पत्थर आता था। 3 किलोमीटर का उन्होंने ये फैसला उन बदबख्तों फैसला नहीं, पत्थरों से उन्होंने फैसला तय किया था। फासला, तो इसलिए हमें ये सारी चीजें ध्यान में रखनी चाहिए। बहुत आला, बहुत आला। अच्छा, आप राणा चुप साहब करके मौका बैठ दे, जाना। राणा साहब ਉਹ ਜਿਹੜੀ ਗੱਲ ਰਹਿ ਗਈ ਇਹ ਪੂਰੀ ਕਰੋ। तो ताहर भाई करेंगे मेरी जगह। ਨਹੀਂ ਤੁਸੀਂ ਜਿਹੜਾ ਉਹ ਮਜ਼ਮੂਨ ਰਹਿ ਗਿਆ ਉਹਨੂੰ ਪੂਰਾ ਕਰ ਦਿਓ, ਤੇ ਤਾਹਿਰ ਭਾਈ ਨੂੰ ਪੂਰਾ ਮੌਕਾ ਅਲੱਗਾ ਦੇਾਂਗੇ। के मुंह में बात है, वो करने दे, मैं बाद में करता हूँ। ਮੇਰਾ ਮਕਸਦ ਇਹ ਹੈ ਕਿ ਉਹ ਜਿਹੜੀ ਗੱਲ ਇਹ ਪੁੱਛ ਰਹੇ ਨੇ ਬੰਬਾਸਟਿਕ ਸਾਹਿਬ ਨੂੰ ਨਹੀਂ ਪਤਾ ਇਬਤਦਾਈ ਗੱਲ ਦਾ, ਉਹ ਸਮਝਾਓ ਜ਼ਰਾ ਇਹਨਾਂ ਨੂੰ। नहीं, मैं जमील भाई को, मुबाशिर भाई को बता देता हूँ भाई। बात यह है, जहाँ तक हज़रत अक़दस मसीह मऊद अलैहिस्सलाम की तौहीन करने का है, वो मामलात हो, ये अल्लाह ताला का वादा मेरा है। ख्याल है ਜਿਹੜੀ ਪਹਿਲੀ ਟੋਨੀ ਭਾਈ ਦੀ मेरा ख्याल है कि मेरी बात बहुत लंबी हो गई ਜਿਹੜੇ है, ਹੈ और ਨੇ वकील ना आला साहब को silent ना एक feature, उलझन लगती है कि कोई बात को ਉਹ एक ਇਹ ਨੇ दूसरे ਕਿ को समझा ना लैसलाम सके, तो ये वकील आला, अच्छा ये हाजियत लैसलाम के पर बात अलमबरदार, करनी है तो मैं खामोश हो वकील जाता हूँ। आला, डुगडुगी दिमाग दूसरे के बारे में किसी के अकाबर की तौहीन नहीं करनी, स्ट्रेटजी को एक्सपोज किया जाए, तस्वीर की बेहुरमती, इताद बैनुल काफरीन, बदबू के बबूके, और रंग बदलने दिया जाए, मुनाफकत नहीं हो सकती।
یہ ہیں وہ لفظ برا نہیں ہے، کوئی لفظ برا نہیں ہے، بہت اچھے لفظ رائٹ آن دا پوائنٹ ہے، جو مخالفین ہمارے لیے کرتے ہیں نا اس کے مقابلے میں کوئی لفظ اس میں برا نہیں، بہت کوئی بھی برا نہیں۔ رانا صاحب یہی میں کہہ رہا ہوں کہ وہ جو اچھی باتیں ہیں اس میں سے جو بات رہ گئی ہے وہ آپ ذرا بیان کریں نا، تاکہ جو بات ماسٹر صاحب چاہتے ہیں۔ دو باتیں جو کی ہیں نا آج، سخت ترین توہین کروائی ہے، یہ علامہ صاحب بیٹھے تھے وہاں، مفتی صاحب بیٹھے تھے، اور نعوذ باللہ حضرت مسیح موعود علیہ السلام کی تصویر پر جوتا رکھ کر وہ یہ پہلی دفعہ ہوا، پہلی دفعہ ہوا نہیں، ہم تو نکل گئے، ہم تو کیا کر سکتے، دعائی کر سکتے۔ پھر آپ ریپیٹ کیوں کر رہے ہیں یہ بات؟ نہیں، یہ جو طاہر صاحب نے بات کی میں اس پہ بات کر رہا ہوں، میں نے نہیں، طاہر صاحب خود ہی بول لیں گے، ان کو زبان اللہ نے دی ہے۔ اگر رانا صاحب مجھے تھوڑا سا موقع دے میں نہیں کرتا بات، طاہر بھائی آپ نہ ہو، اگر لطف شریف تھوڑی دیر کے لیے فرائی کرنا وہ مناسب نہ سمجھے تو مجھے موقع دے دے۔ جمیل بھائی بات یہ ہے کہ جہاں تک حضرت اقدس مسیح موعود علیہ الصلوۃ والسلام کی توہین کرنے کا ہے، ہم گواہ ہیں کہ بہت سارے نمرود اور فرعون صرف انسان جو کہتے تھے ہماری کرسی بڑی مضبوط ہے، اور جو اپنے آپ کو پتہ نہیں کیا سے کیا سمجھتے تھے، اللہ تعالیٰ نے ہمارے سامنے ان کو عبرت کا نشانہ بنایا ہے، ہم اس کے گواہ ہیں۔ اور اب بھی دیکھیں گے کہ جو بھی امام مہدی حضرت مسیح موعود علیہ الصلوۃ والسلام کی توہین کرے گا، اللہ تعالیٰ چاہے وہ قومیں ہوں، ملک ہوں، اللہ تعالیٰ انہیں تباہ و برباد کر کے رکھ دے گا، ان کی نسلوں کو برباد کر دے گا، ان سے برکت چھین لے گا، وہ ذلیل و خوار ہوں گے، یقیناً ہوں گے۔ لیکن ایک پہلو اور بھی ہے جمیل بھائی، وہ یہ ہوتا ہے کہ کیا ہم ان لوگوں کو ذلیل و خوار اور خودکشی کرنے دیں یا ان کو روکیں؟ اسلام کا جو حکم ہے کہ جو ظالم ہے اپنے مومن کو، اس کی بھی مدد کرو۔ کیسے مدد کی جائے؟ حالانکہ واضح حکم ہے وَتَعَاوَنُوا عَلَى الْبِرِّ وَالتَّقْوَىٰ وَلَا تَعَاوَنُوا عَلَى الْإِثْمِ وَالْعُدْوَانِ، وہ یہ ہے کہ ان کو اس ظلم سے روک کر ان کی مدد کی جائے۔ ہماری پوری خواہش ہے کہ یہ جو حضرت اقدس مسیح موعود علیہ الصلوۃ والسلام کی تصویر کے ساتھ یا ان کے ساتھ یہ اتحاد بین الکافرین مل کر توہین آمیزی کرتا ہے، تو اس کا نتیجہ ان کے حق میں نہیں ہوگا، یہ ذلیل ہوں گے، یہ برباد ہوں گے، موت ان کے سروں پر اٹھ کر ناچے گی، ان کے گھر برباد ہوں گے، یہ ان کو ریزہ ریزہ کر دیا جائے گا، ان کو پوری دنیا میں کہیں امان نہیں ملے گی۔ پتھر کی لکیر ہے یہ تقدیر، مٹا دیکھو گر ہمت ہے، یا ظلم مٹے گا دھرتی سے یا دھرتی خود مٹ جائے گی۔ تو ہم ان بدبختوں کو یہ کہتے ہیں کہ اس سے باز آ جاؤ، باز آ جاؤ، اور ان کی بھلائی کے لیے کہتے ہیں۔ میں جو چیختا ہوں تو مجھے یہ خوف نہیں ہے کہ اللہ معاذ اللہ یا اللہ تعالیٰ کے پاس طاقتیں نہیں ہیں کہ جو ان کو چیر پھاڑ کر راکھ کر دے، اس قوم کو برباد کر دے۔ مجھے اس پر قطعاً کوئی شک نہیں ہے، اور مجھے یہ بھی یقین ہے کہ وہ ایسا کرے گا، لیکن میری خواہش ہے، ان سے ہمدردی ہے کہ یہ اس ضلالت، گمراہی اور اس طرح کے جرائم سے باز آ جائیں، اور ایک باہمی احترام کے ساتھ ہم ڈس ایگریمنٹ جو ہیں ان کے ساتھ ہم کمیونیکیٹ کر سکیں۔ ہماری خواہش یہ ہے۔ مجھے اچھا نہیں لگتا کہ میرے زبان سے کوئی بھی سخت لفظ نکلے یا لب و لہجہ تلخ ہو، لیکن ان کو یہ بتا دینا چاہتے ہیں، نہ ذخیرہ الفاظ کی کمی ہے، نہ ان کو ڈلیور کرنے کے لیے کوئی لکنت ہے۔ محبتیں بانٹنے پہ آئیں تو رنگ و خوشبو سے لوہے عالم اجاڑ ڈالے، اگر سرے رزم ہو تو تیغے بلا سے سرکش سروں کے مینار چن کر ان پر وہ توڑ دیتے ہیں اپنی ڈھالیں۔ مت سمجھو کہ ہمارے پاس الفاظ کے تیر نہیں ہیں، ہمارے پاس ایسے ایسے تیر ہیں جو تمہیں چھلنی کر کے، جو تمہیں مردار بنا کر تمہاری لاشوں کو رونتے ہوئے، لاشوں کے انبار لگاتے ہوئے چلے جائیں گے۔ ہمارے ساتھ خدا ہے، ہمارے ساتھ ایک زندہ خدا ہے، ہم مسیح موعود امام مہدی کے ماننے والے ہیں۔ ہم تم جیسے حسد، بغض اور کینے کے شراروں میں لت پت بیماری کی علامت بن کر نہیں، ہم ایک مسیحا کے غلام ہونے کی وجہ سے ایک مسیحائی کا دم بھرنے والے ہیں کہ لکھنے والے نے لکھ دیا ہے، مریض تم ہو طبیب ہم ہیں۔ یہ ہمارا مقدر ہے، تمہاری بھلائی کے لیے تمہیں روکتے ہیں کہ ایسی ضلالت، بدماشی سے، حرام زدگی سے، بغیرتی سے، گوبری کیڑے بننے سے بچ جاؤ، اسی میں تمہاری فلاح ہے،
इसी में तुम्हारी निजात है, वरना तुम्हारा मुकद्दस सिवाय जलालत, गुमराही और मौत के, शिकस्त के और कुछ नहीं है, कुछ नहीं है। अस्सलाम वालेकुम सैनी साहब। राणा साहब शुरू करो, ਜਿਹੜੀ ਗੱਲ ਰਹਿ ਗਈ ਨਾ ਉਹ ਬਿਆਨ ਕਰੋ ਜ਼ਰਾ ਜਿਹਾ। ਸ਼ਤਾਬ ਸਾਹਿਬ ਉਹਨਾਂ ਨੂੰ ਮੌਕਾ ਦਿਓ, ਜੋ ਹੀ ਉਹ ਗੱਲ ਮੁਕੰਮਲ ਕਰ ਲੈਣ ਤੇ ਫਿਰ ਤੁਸੀਂ ਸ਼ੁਰੂ ਕਰ ਦਿਓ। ਜੀ ਜੀ ਰਾਣਾ ਸਾਹਿਬ ਜ਼ਰਾ ਅਵੇ ਨੇ, ਚਲੋ ਤੁਸੀਂ ਗੱਲ ਮੁਕੰਮਲ ਕਰ ਲਓ, ਫਿਰ ਰਾਣਾ ਸਾਹਿਬ ਮੌਕਾ ਦਿੰਦੇ ਨੇ। ਜੀ ਜੀ चने मुझे लगता है बात किसी अंजाम तक नहीं पहुंच सकी। मुझे पहले ये लगता था कि ये अंजाम तक नहीं पहुंच सकी। हाँ नहीं बिल्कुल मुंह तोड़ जवाब दें। जी जी नहीं, कहाँ मुंह तोड़ जवाब दें, हम तो अर्जी कर सकते हैं हुसैन साहब। मतलब मुश्किलात तो बहुत हैं, आपके ऊपर प्रेशर तो बहुत है, ये बात सही है आपकी, लेकिन उसमें आप बयान करें ना अपना बयानिया। नहीं, मैं तो यही अर्ज करूंगा कि दोनों तरफ से ये जो बात बयान की जाती है, ये इससे कम से कम जो है नहीं, दूसरी तरफ जमाते अहमदिया तो पहल नहीं करती। जवाब देना सैनी साहब, मेरी बात तो सुन लें। जी जी बिल्कुल। जमाते अहमदिया पहल नहीं करती क्योंकि हमारा ये मसला ही नहीं है। ये इनके मसाइल है, मुझे नहीं समझ आती कि ये मसाइल इनके ज़हन में कैसे पैदा हुए हैं। मेरी बात सुन ले जरा, से कोई बात नहीं कर रहा। नहीं, मैं बात कर रहा हूँ कि जमात अहमदिया बिल्कुल पहल नहीं कर रही, आपकी बात बिल्कुल ठीक है, लेकिन ये मरज़ई जो है ये पहल करते हैं। अच्छा चले सुन ले। काफिर ज़ंदीक। हाँ चले सुन ले, 1 मिनट सुन ले जरा प्लीज। जी 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 वो यही अर्ज कर रहा हूँ कि ये बुनियादी ये जो बातें करना कि ये फलां चीज कर सकते हो या नहीं कर सकते, ये हमारे मसले ही नहीं है सीरियसली। वो जो कहते हैं अपने अकाबरीन को कहते रहे, ये उनकी मर्जी है, मगर जब हम पर पाबंदी लगाएंगे तो हमने तो फिर बोलना है, क्योंकि हमारी महफिलों में कभी इन बातों को ना रवाज दिया गया है, ना ही किसी की बातें होती हैं हमारी महफिलों में। तो हम तो यही अर्ज कर सकते हैं कि ऐसी बातों से रुक जाएं तो अच्छा है। ये बहरल भलाई की बात है, मेरे ख्याल में ये समझ जाएंगे, अल्लाह ताला करे कि ये समझ जाएं। ਲਓ ਫਿਰ ਨੋਟ ਜਿਹੜੇ ਟੋਨੀ ਭਾਈ ਨੇ ਦੱਸੇ ਨੇ ਉਹ ਸੁਣ ਲਓ। ਉਹ ਕਹਿੰਦੇ ਨੇ ਕਿ ਲੁਚ ਸ਼ਰੀਫ, नमरूद, फिरौन, कुर्सी मजबूत, इबरत का निशान, इमामती की तौहीन, नस्लों को बर्बाद करना, जलील ख्वार, खुदकशी करने दें, जालिम की मदद नहीं करनी, तावन वल बिर्र व तकवा वला तावन वल इस्म वल उद्वान, काफिरीन, जलील हो जाओगे, घर बर्बाद हो जाएंगे। और बीमारी की अलामत मसीहाई, मरीज तुम हो, तबीब हमें, गोबरी कीड़े, जलालत और शिकस्त। लेकिन आप समझने से वो कासर है ना, ये जो आपके ट्रांसलेटर हैं या नोट मगर हुसैनी साहब, जी जी मैंने ये कहा है कि जालिम की मदद करनी है। जी जी इसमें जो अभी अर्ज किया है आपके आपका बयान रह गया था, कभी आपकी औरतों के मतलब हमने बात नहीं की, ना ही हमें तो शर्म आती है, यकीन करें कि औरतों के मतलब बात करें। हमारी औरतों के मतलब ऐसी ऐसी गंदी गुफ्तगू मुबशर साहब ने की है कि बयान नहीं कर सकते, यकीन करें। ये वाकयातन एक घटिया चीज है जिसका रवाज किसी भी कौम में अगर पैदा हो जाए तो वो फिर तबाह कुन होता है। भाई वो हजरत अली की सुन्नत है कि औरतों के कपड़े उतार दो। तो वो तो जो है ना मुफ्ती मुबशर साहब, वो नहीं तो उसके बाद औलादे अली, वो औलादे अली हैं और आले रसूल हैं। मैं क्या उन्होंने अपने ठहर जो ना उन्होंने अपने साहब है ਜਿਹੜੀ ਵਿੱਚ ਇੱਕ ਲਫ਼ਜ਼ ਛੱਡ ਗਏ ਹੋ, ਇੱਕ ਤੇ ਔਰਤਾਂ ਦੇ ਕੱਪੜੇ ਉਤਾਰਨਾ ਤੇ ਇੱਕ ਲੇਸਲਾ ਕੇ ਉਹ ਲਫ਼ਜ਼ ਹੈ ਲੇਸਲਾ ਤੋਂ ਉਹ ਵੀ ਨਾਲ ਪੜੋ ਤੇ ਫਿਰ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਔਰ मिसी माउद और मूत्र शलवार, और उसके अलावा और क्या होता है, मिकी माउस, ये सारी जो हैं ये इनके नबी ने इनकी सुन्नत पे चलते हैं, और ये इनका कसूर ही नहीं है, इनकी आसमानी किताब में लिखा हुआ सारा कुछ। ये सारा कुछ करना है, कार्टून बनाने, तस्वीरां दे जुतियां मारनियां, बुढ़ियां दे कपड़े लाने, भी उनका कसूर नहीं है, ये उनके कपड़े लाने तो अगे लेसलाम भी थे, लेसलाम लाना, ये सारा कुछ जड़ा है, ये जड़े है ना सैयद बादशाह, औलादे अली, ते ए सारे उन्हां दा हक बनदा है। लेकिन उन्हां दे नबी ने तुसी कुछ नहीं कहना, बड़ा ये गुनाह है, क्योंकि जिसको वो झूठा माने उनका फर्ज है कि उनके साथ ये सारा कुछ का ले सलाम, मिकी माउस, मूत्र शलवार, कपड़े लाना, ये सारी चंगियां गलियां नहीं, यही तो उनके नबी दुनिया में आए थे इसी किस्म का इखलाक फैलाने।
मगर बम्बास्टिक साहब, आपको नहीं लगता कि बाज ऐसे लोगों को अब पता लग चुका है अच्छा कि यार, ये जो वारी बातें वारी हमने गल रवाज करते दी हो, थी, मैंने भी मौका ला दे जी, दिया। वारी वारी मैं गल ਨਹੀਂ नहीं, ਨਹੀਂ साहब, आपको ਤੁਹਾਨੂੰ ये ਬਹੁਤ है ਮੌਕਾ कि ਮਿਲ जो ਜਾਏਗਾ बात- ਅਲਾਮਾ ਸਾਹਿਬ, ਤੁਹਾਡੇ ਵਾਸਤੇ ਕੋਈ ਮੌਕਾ ਨਹੀਂ ਹੋਣਾ। ਵਾਰੀ ਵਾਰੀ ਗੱਲ ਕਰੋ ਜੀ, ਵਾਰੀ ਲੈਣ ਵਾਲੇ ਆ ਗਏ। ਜੇ ਤੇ ਅਲਾਮਾ ਆਪਸ ਸਾਹਿਬ, ਵਿੱਚ ਅਲਾਮਾ मुझे ਸਾਹਿਬ, 1 मिनट सिर्फ जे दे ਤੁਹਾਡੇ दें, उसके आपस बाद में- बेशक अलामा बात साहब, सुनो कर गल। मैं म्यूट लगा लूंगा। ਅਲਾਮਾ ਸਾਹਿਬ ਸੁਣ ਲਓ ਜ਼ਰਾ। 1 मिनट में बात कंप्लीट कर लूंगा, म्यूट लगा ਬਹੁਤ लूंगा। ਲੰਮੀਆਂ ਤਕਰੀਰ ਹੋਣ, ਅਹਿਮਦੀਆਂ ਦਾ ਮੌਕਾ ਹੈ। ਅਹਿਮਦੀਆਂ ਨੇ ਵਾਰੀ-ਵਾਰੀ ਉਹਨਾਂ ਨੂੰ ਗੱਲ ਕਰਨ ਦਿਓ जी जी ਤੇ ਉਹ ਅਹਿਮਦੀ ਨਹੀਂ, ਅਹਿਮਦੀ ਨਹੀਂ, ਸਾਨੀ ਸਾਹਿਬ ਅਹਿਮਦੀ ਨਹੀਂ, ਅਹਿਮਦੀ ਨਹੀਂ, ਮਰਜ਼ਈ ਨਹੀਂ ਨਹੀਂ ਅਲਾਮਾ ਸਾਹਿਬ ਦੀ ਕੋਈ ਵਾਰੀ ਨਹੀਂ। ਅਹਿਮਦੀ ਨਹੀਂ, ਮਰਜ਼ਈ ਕਿਆ ਕਰੋ, ਮਰਜ਼ਈ ਮਿਰਜ਼ਾਈ। ਅਹਿਮਦੀ ਜਿਹੜੇ ਨੇ ਉਹ ਰਾਣਾ ਸਾਹਿਬ ਦੀ ਗੱਲ ਰਹਿ ਗਈ। ਰਾਣਾ ਸਾਹਿਬ ਕਰੋ ਗੱਲ ਮੁਕੰਮਲ। मैं अलामा साहब को बारी देता हूँ वो बात ਨਹੀਂ ਨਹੀਂ ਬਿਲਕੁਲ ਨਹੀਂ, ਨਹੀਂ, ਅਸੀਂ ਬਿਲਕੁਲ ਨਹੀਂ ਲਾਮੇ ਹੋਣ ਨੂੰ ਦੇਣਾ ਵਾਰੀ, ਅਸੀਂ ਲਾਮੇ ਇਹ ਨੂੰ ਨਹੀਂ ਹੋਣ ਦੇਣਾ ਨਾ, ਬਿਲਕੁਲ ਨਹੀਂ। ਨਹੀਂ, ਰਾਣਾ ਇਹ ਸਾਹਿਬ ਨਹੀਂ ਜਿਹੜੀ ਹੋਣ ਗੱਲ ਦੇਣਾ। ਰਹਿ ਗਈ ਉਹ ਪੂਰੀ ਕਰਨੀ। हाँ, जब तक राणा साहब आखिर में लेंगे, राणा साहब करो फिर गल वो करो। बोलेंगे यार, राणा साहब, ये राणा साहब राणा आपने साहब लड़ गल के- करो, अगर राणा साहब ਤੁਹਾਡੇ ਕੋਲ आपने ਨਹੀਂ ਹੈ ਤੇ बारी ਸਬਰ लेके ਸਾਈਡ ਸਾਹਿਬ ਨੂੰ देनी है। ਕਰਨ ਦਿਓ। ਇਹ ਦੇਖੋ ਲਾਮਾ ਸਾਹਿਬ ਨੂੰ ਕੋਈ ਵਾਰੀ ਨਹੀਂ ਪਿਆ ਦਿੰਦਾ। ਰਾਣਾ ਸਾਹਿਬ ਤੁਸੀਂ ਆਪਣਾ ਸਿਫਾਰਿਸ਼ ਕਰੋ। ਰਾਣਾ ਸਾਹਿਬ ਦੀ ਗੱਲ ਮੁਕੰਮਲ ਹੋਣ ਦਿਓ, ਫਿਰ ਉਹਦੇ ਬਾਅਦ ਸਬਰ ਸਾਈਡ ਸਾਹਿਬ ਕਰਨਗੇ। ਲੁਕਮਾਨ ਸਾਹਿਬ ਨੂੰ ਹਲੇ ਮੌਕਾ ਨਹੀਂ ਮਿਲਿਆ। ਲੁਕਮਾਨ ਸਾਹਿਬ ਕਰੋ ਗੱਲ। ਨਹੀਂ, ਪਹਿਲੇ ਰਾਣਾ ਸਾਹਿਬ ਨੂੰ ਸਿਫਾਰਿਸ਼ ਕਰਨ ਦਿਓ ਕਿ ਵਾਰੀ ਦੇਣੀ ਹੈ ਅੰਬਰ ਸਾਹਿਬ ਜੀ, ਨੂੰ। ਜੀ। ਰਾਣਾ ਸਾਹਿਬ ਸ਼ੋਰ ਪਾ ਕੇ ਵਾਰੀ ਲਾ ਦਿਓ, ਵਾਰੀ ਲਾ ਦਿਓ। तो बात तो मेरे बीच में रहेगी ना। साहब को मौका दिया जाए। ऐसा नहीं साहब, काफी जी, अर्से जी। से उनको नहीं टाइम मिला। मेरी बात तो मेरे जनाब बीच में शहजाद रहेगी। ਸਾਹਿਬ ਦੀ ਵਾਰੀ ਆ ਗਈ। और शहजाद साहब ਦੇ ਵਿੱਚ ਹੀ ਗੱਲ ਰਹਿ ਗਈ ਹੈ ਸਾਡੀ अकल ਸਾਹਿਬ। और हिकमत का कोई तकाजा होता है, समझ ले बात। ਜਾ ਜਾ इतना बाद में वो बात करेंगे, वो मसला होगा। फिर अभी रहने, अभी सादा सादा बात देखें, करें। उसमें पत्थर की लकीर है, ये तकदीर मिटा देखो, अगर हिम्मत है या जुल्म मिटेगा धरती से या धरती खुद मिट जाएगी। मिट जाएगी। इसके लिए यार तार साहब की बातों और का मीर तो कोई जोर बाड़कर नहीं है। बर्बाद होने में कोई कमीनी जलालत गुमराही से बाज आ जाएं। जुबान से सख्त लफ्ज जखीरा, आवाज की कमी नहीं, सरों के अंबार, अल्फाजों की पता नहीं खेला लाशों को रोनते लाशों हुए। के अंबार। लाशों को रोनते हुए। चलो 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 भी सारे मर्ज़ई तकदीरों की का बेहरमती, इतार ओ बैन यार काफिर सानी बदबू साहब के ਤੁਸੀਂ भभूके, आज आप ही नहीं चुप कर रंग दे। बदलने वाला मुनाफिकत नहीं हो सकती और किसी के अकाबर की तौहीन नहीं करना। खारजियत के लंबरदार लैसलाम डुगडुगी ते वकील आला और तकदीम करें, गालियां ना दें, बेरंग खत वसूल करें। इसे मुकम्मल करना है, मामला अल्लाह के हाथ है। गाली का सैनी जवाब साहब, गाली से नहीं देना। मैं आपके कंप्यूटर पे यकीन करें दाद देता हूँ आपके कंप्यूटर को, जो सारी बातें लिख लेता है। लोज शरीफ नमरोद फिरौन, कुर्सी मजबूत, इबरत का निशान, इमाम महदी की तौहीन, नस्लों को बर्बाद, जलीलो ख्वार, खुदकशी करने दें, जालिम की मदद और तावन वाल बिर्र व तकवा वला तावन वाल इसके साथ एक दो और भी लफ्ज इस्तेमाल करने इत्तेहाद बैनुल काफिरीन, जलील हो जाओगे, घर बर्बाद हो जाएगा। इब्लीस भी कर लें, शैतान भी कर लें, तागूत भी कर लें शामिल साथ में वो। सैन साहब जी जी, हमने कोई बात नहीं करनी। हाँ, बस ये आपने है तो बात कि- नहीं करनी ना। नहीं, छोटी हाँ, सी बिल्कुल। बात सुन लें। हाँ बिल्कुल, आपने जो बात नहीं करनी वो बात नहीं सुन नहीं, लीजिए। छोटी सी मुझे बात मुझे आपने सारा नहीं पता है करनी। कि अब जो होने वाला है ना, जी तो उसके बाद जो मेरे पास चीज़ है ना, वो 3.8 का अर्थक्वेक आ जाएगा। उसके बाद वो मुझे उतना दर्द देना जितना दर्द बर्दाश्त कर वाह लूंगा। वाह, बल्ले बल्ले, आज खुश कीता है आपने। हाँ। ये आइटम हम संभाल के रखे, आखिर में छोड़ेंगे हम। सही बात है जी, सही बात। जबरदस्त। लो जी, राणा साहब शुरू करो बिस्मिल्लाह करके। हम अपना मसला अब संभाल के रखेंगे। अगर हमने मैंने संभालना हो, भी- हम नहीं करेंगे। चलो मैंने फिर ये बासित पूछना था साहब कि- दसो तरह। खुरम साहब ने बात करनी है नहीं मुकम्मल। हाँ, मैंने साहब कर ये लो। पूछना था कि ऊंट की कुर्बानी में कितने लोग शामिल हो सकते हैं। हाँ नहीं, ये तो बात बड़ी बामौका बात ये है। को मुसलमान ही दसेगा। ਅਸੀਂ ਕਾਫਰ ਤੁਸੀਂ ਕਾਫਰ ਜ਼ਦੀਕਾਂ ਕੋਲੋਂ ਕਿਉਂ ਪੁੱਛਦੇ ਪਏ ਹੋ? ਫਿਲਹਾਲ ਤੇ 2 ਬੱਕਰੀਆਂ ਜ਼ਿਬਾ ਹੋਣ ਲੱਗੀਆਂ ਨੇ, ਵਾਰੀ ਦਿਓ ਮੈਨੂੰ ਜਿਸ ਵੇਲੇ ਤੁਹਾਡੀ ਮੁੱਕ ਗਈ। ਮੈਨੂੰ हेलो भी ए सारे बात करने से पहले लो ध्यान जी, रखिएगा देखे गोश्त कि बड़े प्यार से। जो ना शैतान सबको मिलना शैतान चाहिए तो और बहान। अच्छे वाले हिस्से मिलने चाहिए। हाँ, शैतान तुज़बहान होने लगा। ख्वाहिश है ਤੁਸੀਂ बेशक ਗੱਲ खुद ले बताओ तो जाएं, ਮੈਨੂੰ। अच्छे हिस्से हमें मिलने मौका चाहिए। शाताने तुझ बहाने, हाँ, ताने तस्बीहाने नहीं नहीं, शाताने तुझ बहाने। मैंने मटन नहीं खाया, बड़ा ही दिन हो गए। अच्छा लो अच्छा, जनाब करो फिर गल, तुसी शुरू करो बिस्मिल्लाह करके हो। जिबा करें जी, 2 बकरियां जिबा करें। इजाजत है मैनू? जी बिस्मिल्लाह शुरू करो। दुआ करो। अच्छा, पहली तो गुजारिश ये है कि जिस गल का मातम 3-4 वारी रिपीटेडली जिस तरह वो
ਪਾਕਿਸਤਾਨ ਦੇ ਵਿੱਚ ਉਹ ਬੰਨ ਕੇ ਨਾ ਸੰਦਰੇ ਬੰਨ ਕੇ ਜ਼ਨਾਨੀਆਂ ਜਾਂ ਤੇ ਪਿੱਟਦੀਆਂ ਸਨ, ਤੇ ਜਿਸ ਵੇ ਥੱਕ ਜਾਂਦੀਆਂ ਸਨ ਤੇ ਫਿਰ ਉਹ ਗੇੜਾ ਫਿਰ ਕੇ ਆਉਂਦਾ ਸੀ, ਫਿਰ ਆ ਕੇ ਉਹੀ ਸ਼ੁਰੂ ਕਰ ਦਿੰਦੀਆਂ ਸਨ। ਜਾਂ ਇੱਥੇ ਵੀ ਉਹ ਇੱਕ ਵਾਰੀ ਜਿਹੜੇ ਸੰਦਰੇ ਬਣ ਕੇ ਤੇ ਮਾਤਮ ਕੀਤਾ ਗਿਆ ਨਾ, ਜਾਂ ਉਹਦੀ ਥੋੜੀ ਜਿਹੀ ਮੈਂ ਪਹਿਲਾਂ ਬੈਕਗ੍ਰਾਉਂਡ ਬਿਆਨ ਕਰ ਦਿੰਨਾ ਕਿ ਉੱਥੇ ਅੱਜ ਮੁਨਾਜ਼ਰਾ ਸੀ ਇੱਕ ਕ੍ਰਿਸਚਨ ਦੇ ਔਰ ਇੱਕ ਅਹਿਮਦੀ ਦੇ ਦਰਮਿਆਨ, ਹਕੀਮ ਰਾਸ਼ਦ ਸਾਹਿਬ ਔਰ ਜੋਜ਼ਫ ਮਸੀਹ ਦੇ ਦਰਮਿਆਨ। ਅੱਛਾ, ਉੱਥੇ ਮੌਜੂ ਮੁਨਾਜ਼ਰਾ ਇਹ ਸੀ ਕਿ ਯਿਸੂ ਮਸੀਹ ਸਲੀਬ ਦੇ ਉੱਤੇ ਫੌਤ ਹੋਏ ਨੇ ਜਾਂ ਬੇਹੋਸ਼ ਹੋਏ ਸਨ। ਮਿਰਜ਼ਾ ਸਾਹਿਬ ਦੀ ਤਾਲੀਮ ਇਹ ਵੇ ਕਿ ਉਹ ਬੇਹੋਸ਼ ਹੋਏ ਸਨ ਤੇ ਲਾ ਲਏ ਗਏ ਸਨ, ਤੇ ਕ੍ਰਿਸਚਨ ਇਹ ਮੰਨਦੇ ਨੇ ਕਿ ਉਹ ਫੌਤ ਹੋ ਗਏ ਸਨ। ਇਸ ਮੌਜੂ ਦੇ ਉੱਤੇ ਮੁਨਾਜ਼ਰਾ ਹੋਵੇ ਤੇ ਸਈਦਾ ਮਰੀਮ ਸਦੀਕਾ ਨੂੰ, ਜਿਨ੍ਹਾਂ ਨੂੰ ਕੁਰਾਨ ਨੇ ਸਦੀਕਾ ਕਿਹਾ, ਉਹਨਾਂ ਨੂੰ ਗਾਲਾਂ ਕੱਢਣ ਦਾ, ਯਹੂਦੀਆਂ ਦਾ ਨਾਂ ਲੈ ਲੈ ਕੇ, ਇਹ ਉਸ ਕੌਮ ਦਾ ਕੰਮ ਹੋਣਾ ਚਾਹੀਦਾ ਹੈ ਜਿਸ ਕੌਮ ਦਾ ਸਰਬਰਾਹ ਉਹਨਾਂ ਨੂੰ ਟ੍ਰੇਨਡ ਕਰਕੇ ਗਿਆ ਤੇ ਉਹਨੇ ਕਿਹਾ ਕਿ ਇਹ ਫਾਜ਼ਲ ਯਹੂਦੀਆਂ ਦੀਆਂ ਕਿਤਾਬਾਂ ਮੈਂ ਤੁਹਾਨੂੰ ਪੜ੍ਹ ਕੇ ਤੇ ਸਿਖਾਣਾ ਤੇ ਮੈਂ ਤੁਹਾਨੂੰ ਸਮਝਾਣਾ ਕਿ ਤੁਸੀਂ ਕ੍ਰਿਸਚਨਾਂ ਨੂੰ ਕਿੰਜ ਗਾਲਾਂ ਕੱਢਣੀਆਂ ਨੇ, ਯਿਸੂ ਮਸੀਹ ਨੂੰ ਗਾਲ ਕਿੰਜ ਕੱਢਣੀ ਹੈ ਤੇ ਉਹਨਾਂ ਦੀ ਵਾਲਦਾ ਮਰੀਮ ਸਦੀਕਾ ਨੂੰ ਕਿੰਜ ਗਾਲ ਕੱਢਣੀ। ਇਸੇ ਤਰ੍ਹਾਂ ਉਸੇ ਕੁਲੀਏ ਦੇ ਉੱਤੇ ਅਮਲ ਕਰਦੇ ਹੋਇਆ ਪਹਿਲਾਂ ਇਸ ਮਜ਼ਲੂਮ ਕੌਮ ਨੇ, ਇਹ ਜਿਹੜੀ ਮਜ਼ਲੂਮ ਕੌਮ ਹੈ ਤੇ ਮਾਤਮ ਵੀ ਕਰਦੀ ਹੈ ਨਾ, ਇਸ ਮਜ਼ਲੂਮ ਕੌਮ ਦੇ ਨੁਮਾਇੰਦੇ ਨੇ ਉੱਥੇ ਸਈਦਾ ਮਰੀਮ ਸਦੀਕਾ ਨੂੰ 3 ਵਾਰੀ ਗਾਲੀ ਦਿੱਤੀ ਹੈ ਯਹੂਦੀਆਂ ਦਾ ਨਾਂ ਲੈ ਕੇ, ਔਰ ਉਹੀ ਲਫ਼ਜ਼ ਆਖੇ ਨੇ ਜਿਹੜੇ ਯਹੂਦੀ ਉਹਨਾਂ ਨੂੰ ਕਹਿੰਦੇ ਸਨ, ਸੇਮ ਉਹੀ ਲਫ਼ਜ਼ ਜਿਹੜੇ ਮੈਂ ਜ਼ਬਾਨ ਤੋਂ ਦੁਹਰਾ ਵੀ ਨਹੀਂ ਨਾ ਦੁਹਰਾਓ। ਠੀਕ, ਉਹਦੇ ਨਤੀਜੇ ਦੇ ਵਿੱਚ ਇਹ ਕੰਮ ਹੋਇਆ ਕਿ ਉਸ ਕ੍ਰਿਸਚਨ ਨੇ ਫਿਰ ਇਹਨਾਂ ਦੇ ਨਬੀ ਦੀ, ਜ਼ਾਹਿਰ ਕਸੂਰ ਤੇ ਉਸੇ ਨਬੀ ਦਾ ਜਿਹਦੀ ਇਹ ਤਾਲੀਮ ਹੈ ਕਿ ਤੁਸੀਂ ਇੰਜ ਕਰਕੇ ਗਾਲਾਂ ਕੱਢਿਓ, ਉਹਨੇ ਫਿਰ ਕ੍ਰਿਸਚਨ ਨੇ ਇਹਨਾਂ ਦੇ ਨਬੀ ਦੀ ਫੋਟੋ ਥੱਲੇ ਧਰ ਕੇ ਤੇ ਉੱਤੇ ਜੁੱਤੀ ਨਾਲ ਉਹਨੂੰ ਮਸਲ ਕੀਤਾ ਤੇ ਰਗੜਾ ਲਾਇਆ ਤੇ ਉਹਦਾ ਇਹ ਮਾਤਮ ਹੋ ਰਿਹਾ। ਲੇਕਿਨ ਇਹ ਕੋਈ ਵੀ ਨਹੀਂ ਗੱਲ ਦੱਸਦਾ। ਅਸੀਂ ਆਪ ਨਾ ਸਿਰਫ ਸਈਦਾ ਮਰੀਮ ਸਦੀਕਾ ਨੂੰ ਗਾਲਾਂ ਕੱਢੀਆਂ ਨੇ ਯਹੂਦੀਆਂ ਦਾ ਨਾਂ ਲੈ ਕੇ, ਬਲਕਿ ਯਿਸੂ ਮਸੀਹ ਨੂੰ ਵੀ ਗਾਲਾਂ ਕੱਢੀਆਂ ਨੇ। ਫਿਰ ਉਹਦੇ ਬਾਅਦ ਫਿਰ ਯਿਸੂ ਮਸੀਹ ਨੂੰ ਵੀ ਗਾਲਾਂ ਕੱਢੀਆਂ, ਫਿਰ ਉਹਦੇ ਬਾਅਦ ਚਲੋ ਮੈਨੂੰ ਕੱਢੀਆਂ, ਮੁਫਤੀ ਮੁਬਸ਼ਰ ਨੂੰ ਕੱਢੀਆਂ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਤਾਂ ਰਾਤੀ ਵੀ ਕਿਹਾ ਅਸੀਂ ਕੋਈ ਰੈੱਡ ਲਾਈਨ ਨਹੀਂ ਆ। ਰੈੱਡ ਲਾਈਨ ਤੇ ਉਹ ਪਾਕ ਤੇ ਮੁਕੱਦਸ ਹਸਤੀਆਂ ਨੇ ਜਿਨ੍ਹਾਂ ਦੇ ਬਾਰੇ ਕੁਰਾਨ ਦੇ ਵਿੱਚ ਵਜੀਹਨ ਫਿਦ ਦੁਨੀਆ ਵਲ ਆਖਿਰਾ ਆਇਆ, ਜਿਨ੍ਹਾਂ ਦੇ ਬਾਰੇ ਕੁਰਾਨ ਦੇ ਵਿੱਚ ਸਿੱਦੀਕਾ ਜੈਸੇ ਅਲਫਾਜ਼ ਆਏ ਨੇ, ਸੁਭਾਨ ਅੱਲਾਹ, ਉਹ ਰੈੱਡ ਲਾਈਨ ਨੇ ਸਾਡੀਆਂ। ਤੁਸੀਂ ਅਗਰ ਉਹਨਾਂ ਨੂੰ ਗਾਲਾਂ ਕੱਢੋ, ਤੋਹੀਨ ਕਰੋ ਉਹਨਾਂ ਦੀ, ਤੇ ਮੁਖਾਲਫਾਂ ਤੋਂ ਕੀ ਤਵੱਕੋ ਰੱਖਦੇ ਹੋ? ਇਹ ਸ਼ਹਜ਼ਾਦ ਸਾਹਿਬ ਮਿਊਟ ਕਰ ਲਓ, ਹੁਣ ਕਰ ਲਓ। ਤੁਹਾਡੀ ਅੱਧਾ ਘੰਟਾ 40 ਮਿੰਟ ਹੋਏ ਨੇ ਇਹ ਡਰਾਮਾ ਤੱਕਦਿਆਂ। ਜਿਹੜੀਆਂ ਗਾਲਾਂ ਉਹ ਬੰਦ ਕਰ ਲਓ ਹੁਣ, ਇੱਕ ਮਿੰਟ ਮਿਊਟ ਲਾ ਨਾ, ਇੱਕ ਮਿੰਟ ਹੁਣ ਦੱਸਣਾ ਮੈਂ ਤੈਨੂੰ, ਮਿਊਟ ਲਾ। ਜਿਸ ਗੱਲ ਦਾ ਮਾਤਮ ਹੋ ਰਿਹਾ ਉਹਦੀ ਬੈਕਗ੍ਰਾਉਂਡ ਇਹ ਵੇ, ਇਹ ਗੱਲ ਕਦੇ ਵੀ ਨਹੀਂ ਦੱਸਦੇ। ਇਹ ਆ ਕੇ ਵਿਕਟਮ ਕਾਰਡ ਖੇਡਦੇ ਨੇ, ਕਹਿੰਦੇ ਨੇ ਸੈਣੀ ਸਾਹਿਬ ਕੁਝ ਨਾ ਪੁੱਛੋ, ਅੱਜ ਸਾਡੇ ਪੱਲੇ ਕੱਖ ਨਹੀਂ ਰਿਹਾ। ਅੱਜ ਸਾਡੇ ਇਮਾਮ ਮਹਿੰਦੀ ਦੀ ਫੋਟੋ ਥੱਲੇ ਧਰ ਕੇ ਉੱਤੇ ਜੁੱਤੀਆਂ ਮਾਰੀਆਂ ਨੇ ਲੋਕਾਂ ਨੇ। ਉਹ ਯਾਰ ਕਿਉਂ ਮਾਰੀਆਂ ਨੇ? ਆਪਣੇ ਕਰਤੂਤ ਤੇ ਚੈੱਕ ਕਰੋ, ਆਪਣੇ ਵਸਬ ਕਸਬ ਤੇ ਚੈੱਕ ਕਰੋ, ਤੁਸੀਂ ਕਿਵੇਂ ਕਰਦੇ ਹੋ? ਜੇ ਤੁਸੀਂ ਕਿਸੇ ਦੇ ਅਕਾਬਰ ਨੂੰ ਆਖੋ ਦੇ ਕਿ ਜੇ ਅੱਜ ਪੀਰ ਅਬਦੁਲ ਕਾਦਰ ਜਿਲਾਨੀ ਹੁੰਦੇ ਤੇ ਉਹ ਸਾਡੇ ਮਸੀਹ ਮੌਤ ਦੀ ਪੈਰਾਂ ਦੀ ਖਾਕ ਨੂੰ ਅੱਖਾਂ 'ਚ ਸੁਰਮਾ ਬਣਾ ਕੇ ਪਾਉਂਦੇ, ਉਹ ਤੁਹਾਡੇ ਮੂੰਹ 'ਚ ਲੋਕੀ ਕੀ ਤੁੰਨ ਦੇਣਗੇ? ਜੋ ਕੋਈ ਤੁਸੀਂ ਕਰਨਾ ਉਹੀ ਭਰਨਾ ਨਾ, ਜੋ ਬੀਜਣਾ ਜੇ ਉਹੀ ਵੱਢਣਾ ਜੇ। ਜੋ ਤੁਹਾਡੀ ਤਾਲੀਮ ਹੈ ਉਹਦਾ ਹੀ ਇਹ ਨਤੀਜਾ ਬਿਆਨਦਾ ਹੈ। ਇਹ ਤੇ ਕੋਈ ਐਸੀ ਗੱਲ ਨਹੀਂ। ਕੋਈ ਬੰਦਾ ਵੀ ਇਨਸਾਨ ਜਿਹੜਾ ਥੋੜਾ ਬਹੁਤ ਵੀ ਅਸੂਲ ਰੱਖਦਾ ਹੈ ਨਾ, ਉਹ ਜਾਣ ਬੁੱਝ ਕੇ ਕਿਸੇ ਨਾਲ ਜ਼ੁਲਮ ਜ਼ਿਆਦਤੀ ਨਹੀਂ ਕਰਨਾ ਚਾਹੁੰਦਾ। ਲੇਕਿਨ ਜਦੋਂ ਆਪਣੇ ਬੰਦੇ ਨੂੰ ਅੱਖ ਦਾ ਸ਼ਤੀਰ ਨਾ ਦਿਸਦਾ ਹੋਵੇ ਤੇ ਦੂਜੇ ਦੀ ਅੱਖ ਦਾ ਵਾਲ ਵੀ ਦਿਸਦਾ ਹੋਵੇ ਨਾ, ਉਹਦਾ ਮਤਲਬ ਇਹ ਹੀ ਹੈ ਕਿ ਉਹ ਵਿਕਟਮ ਕਾਰਡ ਖੇਡਦਾ ਪਿਆ। ਉਹ ਸਭ ਤੋਂ ਪਹਿਲਾਂ ਖੁਦ ਜ਼ਾਲਮ ਹੈ। ਉਹ ਐਸਾ ਗੰਜਾ ਹੈ ਜਿਹਨੂੰ ਨਾਖਨ ਦੇ ਦਿੱਤੇ ਨੇ ਤੇ ਇਹ ਅੱਧੇ ਕ ਨਾਖਨ ਦਿੱਤੇ ਨੇ। ਇਹ ਰੱਬ ਨੇ ਇੱਥੇ ਯੂਰਪ ਦੀਆਂ 4 ਕੋਡੀਆਂ ਕਮਾ ਕੇ, ਅਮਰੀਕਾ ਦੇ $4 ਕਮਾ ਕੇ ਨਾ, ਉਹਨਾਂ ਨੂੰ ਇਹ ਅੱਧੇ ਕ ਨਾਖਨ ਦਿੱਤੇ ਨੇ। ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਚੜ੍ਹ ਕੇ ਤੇ ਸੱਚਿਆਂ ਨਬੀਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ। 1,24,000 ਪੈਗੰਬਰਾਂ ਨੂੰ ਨਾਂ ਲੈ ਕੇ ਗਾਲਾਂ ਪੇ ਕੱਢਦੇ ਨੇ। ਉਹਨਾਂ ਦੀਆਂ ਬੀਵੀਆਂ ਨੂੰ ਨਾਂ ਲੈ ਕੇ ਗਾਲਾਂ ਪੇ ਕੱਢਦੇ ਨੇ। ਉਹਨਾਂ ਦੇ ਸਹਾਬਾ ਨੂੰ ਨਾਂ ਲੈ ਕੇ ਗਾਲਾਂ ਪੇ ਕੱਢਦੇ ਨੇ। ਅੱਗੇ ਉਹਨਾਂ ਦੇ ਨਵਾਸੀਆਂ ਨੂੰ ਤੇ ਇਹਨਾਂ ਦੇ ਕਾਬਰ ਹੀ ਕੱਢ ਕੇ ਗਾਲਾਂ, ਉਹੀ ਇਹ ਕਿਤਾਬਾਂ ਢੇਰ ਨੇ ਭਰੀਆਂ। ਲੇਕਿਨ ਇਸ ਕੌਮ ਨੇ ਇੱਥੇ ਐਸੀ ਗੰਦੀ ਗਾਲ ਵਾਹੀਏ ਅੱਲਾ ਦੇ ਸੱਚਿਆਂ ਨਬੀਆਂ ਨੂੰ। ਇਹਨਾਂ ਨੂੰ ਆਪਣਾ ਬੜਾ ਦਰਦ ਆਉਂਦਾ ਹੈ। ਸਾਡੇ ਜਨਾਬ ਜੁੱਤੀ ਮਾਰੀ, ਉਹ ਸਾਡੀ ਫੋਟੋ ਥੱਲੇ ਧਰ ਕੇ ਜੁੱਤੀ ਮਾਰੀ। ਆਪਣੇ ਕਰਤੂਤ ਕਿਉਂ ਨਹੀਂ ਦੱਸਦੇ ਕਿ ਅਸਾਂ ਕੀ ਕੀਤਾ ਹੈ? ਸਾਡਾ ਪ੍ਰੋਗਰਾਮ ਕੀ ਹੈ? ਸਾਨੂੰ ਅਸੀਂ $4 ਕਮਾ
ਆਉਣ ਤੋਂ ਬਾਅਦ ਅਸੀਂ ਕਿਹੜੇ ਸਟੇਸ਼ਨ ਤੋਂ ਬੋਲ ਰਹੇ ਹਾਂ, ਪਹਿਲਾਂ ਆਪਣੇ ਤੇ ਵਸਬ ਕਸਬ ਚੈੱਕ ਕਰੋ। ਲੇਕਿਨ ਕਦੇ ਵੀ ਨਹੀਂ ਦੱਸਦੇ, ਇੱਥੇ ਆ ਕੇ ਵੈਨ ਕਰਨ ਸ਼ੁਰੂ ਹੋ ਜਾਣਗੇ। ਓਏ ਲੇ ਸਲਾਮ ਕਹਿ ਦਿੱਤਾ ਹੈ, ਲੇ ਸਲਾਮ ਕਹਿ ਦਿੱਤਾ ਹੈ। ਵੇਖੋ ਜੀ ਇਹ ਯਹੂਦੀਆਂ ਹਰ ਤੇ ਸਾਈਆਂ ਹਰ ਲੇ ਸਲਾਮ ਕਹਿ ਦਿੱਤਾ ਹੈ। ਅੱਛਾ ਉਹਨੂੰ ਕੀ ਆਖੀਏ? ਜਿਹੜੇ 20 ਅੱਗੇ ਸਨ ਤੇ 21ਵਾਂ ਨੰਬਰ ਮੁਨਸ਼ੀ ਅਬਦੁਲ ਕਰੀਮ ਸਿਆਲਕੋਟੀ ਸਾਹਿਬ ਫੌਤ ਹੋਣ ਤੋਂ ਬਾਅਦ ਮਿਰਜ਼ਾ ਸਾਹਿਬ ਨੂੰ ਹੁਸੈਨੀ ਸਾਹਿਬ ਖਾਬ 'ਚ ਮਿਲੇ ਤੇ ਮਿਰਜ਼ਾ ਸਾਹਿਬ ਨੇ ਆਖਿਆ ਕੋਈ ਦੁਆ ਕਰੋ ਮੌਲਵੀ ਸਾਹਿਬ ਸਾਡੇ ਵਾਸਤੇ। ਤੇ ਉਹਨੇ ਆਖਿਆ 21 ਉਹਨੇ ਆਖਿਆ ਮੌਲਵੀ ਸਾਹਿਬ ਦੁਆ ਕਰੋ। ਉਹਨੇ ਆਖਿਆ 21। ਭਾਈ ਅਜੀਬ ਗੱਲ ਹੈ, ਅਸੀਂ ਇਹਨੇ ਦੁਆ ਕਰੋ, ਤੁਸੀਂ ਇਹਦੇ 21। ਇਹਦੇ ਨੇ ਕੱਖ ਨਹੀਂ ਦੁਆ ਉਹਨਾਂ ਕੀਤੀ, ਉਹਨਾਂ ਸਾਰਾ ਇੰਨਾ ਹੀ ਦੱਸਿਆ 21 ਨੰਬਰ ਹੈ ਤੁਹਾਡਾ, 21। ਜਾਓ ਅਲਹਕਮ ਅਖਬਾਰ 'ਚ ਖੋਲ ਕੇ ਵੇਖ ਲਓ, ਮੁਸਲਮਾ ਕਜ਼ਾਬ ਤੋਂ ਲੈ ਕੇ ਬਿਹਾਉਲਾ ਤਾਈਂ 20 ਬੰਦੇ ਅੱਗੇ ਨੇ, 21 ਨੰਬਰ ਜੇ। ਇਹ ਉਹ ਦੱਸ ਗਿਆ ਜੇ, ਮੁਨਸ਼ੀ ਸਾਹਿਬ ਇਹ ਦੱਸ ਕੇ ਗਏ ਜੇ। ਉਹਨਾਂ ਨੂੰ ਕੀ ਆਖੀਏ? ਲੈ ਸਲਾਮ ਆਖੀਏ? ਉਹਨਾਂ ਨੂੰ ਕੀ ਆਖੀਏ? ਤੁਸੀਂ ਅਗਰ ਇਹ ਚਾਹੁੰਦੇ ਹੋ ਕਿ ਤੁਸੀਂ ਲੋਕਾਂ ਦੇ ਕਾਬਰੀਨ ਦੀ ਤੋਹੀਨ ਕਰੋ ਤੇ ਤੁਹਾਡੇ ਕਾਬਰੀਨ ਦੇ ਬਾਰੇ ਲੋਕ ਸਿੱਧੇ ਅਲਫਾਜ਼ ਇਸਤੇਮਾਲ ਕਰਨ, ਤੇ ਇਹ ਤਵੱਕੁਲ ਲੋਕਾਂ ਤੋਂ ਨਾ ਰੱਖੋ। ਆਪਣੀਆਂ ਜ਼ਬਾਨਾਂ ਨੂੰ ਲਗਾਮ ਦਵੋ। ਇਹ 4 ਕੋਟੀਆਂ ਕਮਾ ਕੇ ਤੇ ਇਹ ਨਾ ਸਮਝ ਲਓ ਕਿ ਹੁਣ ਤੁਸੀਂ ਦੁਨੀਆ ਦੇ ਬਾਦਸ਼ਾਹ ਬਣ ਗਏ ਹੋ। ਹੁਣ ਜੋ ਤੁਹਾਡੇ ਮੂੰਹ 'ਚ ਆਵੇਗਾ ਤੇ ਜਿਹਦੇ ਬਾਰੇ ਆਵੇਗਾ ਤੁਸੀਂ ਬੋਲੀ ਜਾਓਗੇ। ਇੱਥੇ ਜਿੰਨੀਆਂ ਗਾਲਾਂ ਕੱਢੀਆਂ ਗਈਆਂ ਨੇ, ਹਰਾਮਜ਼ਾਦਗੀ, ਬਗੈਰਤੀ, ਇਹ ਜਿੰਨੇ ਤੁਸੀਂ ਲਫ਼ਜ਼ ਸੁਣੇ ਨੇ, ਜਿਹੜੇ ਤੁਸੀਂ ਨੋਟ ਵੀ ਕੀਤੇ ਨੇ, ਇਹ ਦਯੂਸੀ, ਦਜਾਲੀਅਤ ਤੇ ਹਰਾਮਜ਼ਾਦਗੀ, ਬਗੈਰਤੀ, ਬਕਵਾਸ, ਇਹ ਸਾਰੇ ਲਫ਼ਜ਼ਾਂ ਨੂੰ 21 ਨਾਲ ਜ਼ਰਬ ਦੇ ਕੇ ਨਾ ਤੇ ਘਰ ਵੰਡ ਲਿਓ। 21 ਘਰ ਆਪਸ 'ਚ ਵੰਡ ਲਿਆ ਜੇ। 20 ਅੱਗੇ ਸਨ ਤੇ 21 ਆਏ ਵੇ, ਵੰਡ ਲਓ ਆਪਣੇ ਘਰ। ਕਿਸੇ ਬੰਦੇ ਇੱਕ ਝੂਠੇ ਮਦਈਏ ਨਬੂਵਤ ਨੂੰ ਮੁਸਲਮਾਨਾਂ ਤੋਂ ਤੁਸੀਂ ਕੀ ਤਵੱਕਰ ਰੱਖਦੇ ਕਿ ਮੁਸਲਮਾਨ ਉਹਨੂੰ ਅੱਛੇ ਲਫ਼ਜ਼ਾਂ 'ਚ ਯਾਦ ਕਰਨਗੇ? ਮੁਸਲਮਾਨ ਐਸੇ ਬੰਦੇ ਨੂੰ ਅੱਛੇ ਲਫ਼ਜ਼ਾਂ 'ਚ ਯਾਦ ਕਰਨਗੇ ਜਿਹੜਾ ਬੰਦਾ ਨਬੀ ਪਾਕ ਦਾ ਵੀ ਖਾਸਾ ਛੀਨਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਨਬੀ ਦੇ ਨਵਾਸੇ ਨੂੰ ਵੀ ਗਾਲਾਂ ਕੱਢਦਾ ਹੈ, ਜਿਹੜਾ ਕਹਿੰਦਾ ਉਹਨਾਂ ਦਾ ਜ਼ਿਕਰ ਤੁਸੀਂ ਜ਼ਿਕਰ ਹੁਸੈਨ ਕਰ ਕਰਕੇ ਤੇ ਇੱਥੇ ਅੰਨੀ ਪਾਈ ਏ। ਇਹ ਤੇ ਇਸਲਾਮ ਦੇ ਉੱਤੇ ਭਾਰੀ ਮੁਸੀਬਤ ਹੈ। ਇਹ ਤੇ ਕਸਤੂਰੀ ਦੀ ਖੁਸ਼ਬੂ ਦੇ ਕੋਲ ਗੂੰ ਦਾ ਢੇਰ ਹੈ। ਅਗਰ ਇਹ ਜ਼ੁਬਾਨ ਇਸਤੇਮਾਲ ਕਰਕੇ ਮਰੋਗੇ ਤੁਸੀਂ, ਜਾਂ ਇਹ ਕਹਿ ਕੇ ਮਰੋਗੇ ਕਿ ਭਾਈ ਮੈਂ ਇਹ ਦੱਸਣਾ ਕਿ ਮੈਨੂੰ ਤੇ ਹਰ ਵੇਲੇ ਅੱਲਾ ਦੀ ਮਦਦ ਵੀ ਮਿਲਦੀ ਹੈ, ਉਹ ਤੇ ਨੋ ਉਮੀਦੀ 'ਚ ਮਰ ਗਿਆ ਹੈ। ਮਾਜ਼ਅੱਲਾ ਅੱਲਾ ਦੇ ਨਬੀ ਦੇ ਉਸ ਨਵਾਸੇ ਦੇ ਬਾਰੇ ਅਗਰ ਇਹੋ ਜਿਹੀ ਜ਼ੁਬਾਨ ਤੁਸੀਂ ਇਸਤੇਮਾਲ ਕਰਕੇ ਜਾਓਗੇ ਤੇ ਵੇਖੋ ਪਿੱਛੋਂ ਭੋਲੇ ਭਾਲੇ ਆਂਦੇ ਆਂਦੇ ਕੀ ਨੇ। ਇਹਨਾਂ ਭੋਲਿਆਂ ਭਾਲਿਆਂ ਦੀ ਆਂਦੀ ਨਹੀਂ, ਗਲਤ ਗੱਲਾਂ ਸੁਣਿਆ। राना साहब आप चुप कर जाएं, आपको नहीं पता हम हैं ऐसी कौम कि अगर हमें ना गिना जाएगा तो हम समझेंगे हम खत्म हो गए हैं। हमें शुक्र करो गिन रहे हैं किसी खाते में, इन्होंने तो हमें उम्मत से निकाल दिया है, तो शुक्र करो हमारी गिनती किसी न किसी खाते में तो आ रही है ना। देखो चौहान साहब का जंबा साहब है, उनका कोई नाम ही नहीं लेता, फलाने का कोई नाम ही नहीं लेता। देखिए हमारी गिनती तो होती है ना, नाम तो है ना। बदनाम हो गए तो क्या नाम ना होगा? चलो शुक्र है साडा ना आ रहा है। ते नाल की दसदे ने ਸਾਡੇ ਹਜ਼ੂਰ ਨੇ ਫਰਮਾਇਆ ਕਿ ਜੇ ਕੋਈ ਗਾਲਾਂ ਕੱਢਦਾ ਤੇ ਯਾਰ ਕੱਢਣ ਦੋ। ਉਹ ਕਿੱਥੇ ਲਿਖੀ ਹੈ ਗੱਲ? ਜੇ ਕੋਈ ਗਾਲਾਂ ਕੱਢਦਾ ਤੇ ਕੱਢਣ ਦੋ। ਮੈਂ ਤੇ ਇਹ ਪੜ੍ਹੀ ਹੈ ਕਿ ਜੋ ਗਾਲੀ ਤੂੰ ਦੇਗਾ ਵਹੀ ਗਾਲੀ ਮੁਝਸੇ ਸੁਨੇਗਾ, ਜੋ ਗਾਲੀ ਤੂੰ ਦੇਗਾ ਵਹੀ ਮੁਝਸੇ ਸੁਨੇਗਾ। ਇਹ ਜਿਹੜਾ ਤੁਸੀਂ ਕੋਲ ਪੇ ਸੁਣਾਉਂਦੇ ਕਿੱਥੇ ਲਿਖਿਆ ਹੈ? ਉਹ ਸਾਨੂੰ ਵੀ ਉਹ ਤਲੀਮ ਕੱਢ ਕੇ ਦੱਸੋ। ਅਸਾਂ ਤੇ ਇਹ ਪੜ੍ਹਿਆ ਆ ਜ਼ੈਤਨੀ ਖੁਬਸਨ ਫਲਸਤ ਬਿਸਾਦਕਿਨ ਇਲਮ ਤਮੁਤ ਬਿਲਖਿਜ਼ਯ या इब्नुल बगा। और कंजरी दिया बच्चिया, और फैशा औरत दिया बच्चिया, तू मनु अपनी खबासत नाल बहुत अजियत दिती है ते मैं सच्चा ही नहीं। अगर मैं तू जिल्लत दी मौत ना मरिया ते मैं सच्चा ही नहीं है। एक दिन नमूनिया होया सी उस बंदे ने, सवेरे नमूनिया होया सी, शामी फौत हो गई सी। ਐਨੇ ਹੀ ਘੰਟੇ ਗੁਜ਼ਰੇ ਸੀ ਜਿੰਨੇ ਘੰਟੇ ਤੁਹਾਡੇ ਮਿਰਜ਼ਾ ਸਾਹਿਬ ਦੀ ਮੌਤ ਨੂੰ ਗੁਜ਼ਰੇ ਸਨ ਨਾ, ਐਨੇ ਹੀ ਘੰਟੇ ਸਾਦੁੱਲਾ ਲੁਧਿਆਣਵੀ ਦੀ ਮੌਤ ਆ ਗਈ ਸੀ। ਸਵੇਰੇ ਨਮੂਨੀਆ ਹੋਇਆ ਸੀ, ਸ਼ਾਮ ਨੂੰ ਫੌਤ ਹੋ ਗਈ ਸੀ, ਜਿਹਦੇ ਬਾਰੇ ਇਹ ਲਿਖਿਆ ਨਾ ਆ ਜ਼ੈਤਨੀ ਖੁਬਸਨ ਫਲਸਤ ਬਿਸਾਦਕਿਨ ਇਲਮ ਤਮੁਤ ਬਿਲਖਿਜ਼ਯ ਯਾ ਇਬਨੁਲ ਬਗਾ। ਉਹਨੂੰ ਐਨੀ ਤਕਲੀਫ ਹੋਈ ਸੀ। ਆਪਣਾ ਹਿਸਾਬ ਲਾ ਲਓ ਵੀ 6:30 ਵਜੇ ਜ਼ੁਬਾਨ ਬੰਦ ਹੋਈ ਸੀ ਤੇ 10 ਵਜੇ ਜਾਨ ਨਿਕਲੀ ਸੀ। ਤੇ ਉਸ ਵੇਲੇ ਤਾਈਂ ਕਾਗਜ਼ ਕਲਮ ਦੇ ਉੱਤੇ ਲਿਖਿਆ ਨਹੀਂ ਸੀ ਜਾ ਰਿਹਾ ਕਿ ਦਵਾਈ ਪਿਲਾਈ ਜਾਏ। ਐਨੀ ਮੁਸੀਬਤ ਬਣ ਗਈ ਸੀ ਕਿ ਇਹ ਬੋਲਿਆ ਨਹੀਂ ਸੀ ਜਾ ਰਿਹਾ ਕਿ ਮੈਨੂੰ ਦਵਾਈ ਪਿਲਾਈ ਜਾਏ। ਤੇ ਲਿਆ ਕੇ ਡਾਕਟਰ ਮੁਹੰਮਦ ਸੈਨ ਨੇ ਉਹ ਟੀਕਾ ਲਾਇਆ ਜਿਹੜਾ ਵੱਡੀ ਸੂਈ ਵਾਲਾ ਨਹੀਂ ਹੁੰਦਾ, ਵੱਡੀ ਸੂਈ ਵਾਲਾ ਛਾਤੀ ਤੇ ਲਾਇਆ। ਤੇ ਜਿਹੜੇ ਦੁਆਲੇ ਬੰਦੇ ਬੈਠੇ ਸਾਰੇ ਤੋਬਾ ਤੋਬਾ ਕਰਨ ਲੱਗ ਪਏ ਸੀ, ਸੂ ਕਰਨ ਲੱਗ ਪਏ ਸੀ। ਤੇ ਕਿਉਂ ਐਡਾ ਜ਼ੁਲਮ ਕੀਤਾ? ਉਹ ਭੱਟ ਸਾਹਿਬ ਸਬਰ ਰੱਖੋ, ਭੱਟ ਸਾਹਿਬ ਹੌਸਲਾ ਕਰੋ। ਤੁਸੀਂ ਜਿਹੜਾ ਵੀ ਬੰਦਾ ਪਿੱਛੋਂ ਆਉਂਦਾ ਹੋਏ ਸਮਝਦਾ ਵੀ ਅੱਗੇ ਹਰੇ ਇੱਥੇ ਕੋਈ ਗੱਲ ਹੁੰਦੀ ਕੋਈ ਨਹੀਂ, ਵੀ ਮੈਂ ਹੀ ਕਰਨ ਲੱਗਾ ਤੇ ਮੇਰੇ ਵਾਸਤੇ ਮਾਈਕ ਫਰੀ ਹੋਣਾ ਚਾਹੀਦਾ। ਜਾਂਚ ਸਿੱਖੋ, ਇਹਨਾਂ ਨੂੰ ਲੈ ਜਾਓ ਘਰ,
ਇੱਥੋਂ ਬਰਾੜ ਤੋਂ ਢਲੋ ਜਮੀਲ ਸਾਹਿਬ ਇਹਨਾਂ 7-8 ਬੰਦਿਆਂ ਨੂੰ 2 ਮਿੰਟ ਨਹੀਂ ਗੁਜ਼ਰਦੇ ਤੁਹਾਡਾ ਆਪਸ 'ਚ ਗੁੱਬ ਘਸੁੰਨਾ ਸ਼ੁਰੂ ਹੋ ਜਾਂਦਾ ਹੈ। 2 ਮਿੰਟ ਨਹੀਂ ਗੁਜ਼ਰਦੇ ਤੁਹਾਡੀ ਆਪਸ 'ਚ ਤਕਰਾਰ ਸ਼ੁਰੂ ਹੋ ਜਾਂਦੀ। ਇੱਕ ਕਹਿੰਦਾ ਕਰਨ ਦੇ, ਦੂਜਾ ਦਾ ਨਾ ਕਰਨ ਦੇ, ਇੱਕ ਕਹਿੰਦਾ ਇਹਨੂੰ ਟਾਈਮ ਦੇ, ਦੂਜਾ ਦਾ ਨਾ ਟਾਈਮ ਦੇ। ਆਪਸ 'ਚ ਤੁਸੀਂ ਸ਼ੁਰੂ ਹੋ ਜਾਂਦੇ ਹੋ ਲੜਨ। ਕਮਿਊਨਿਟੀ ਤੁਹਾਡੀ ਕਿੰਨੀ ਕੁ ਹੈ, ਕਿੰਨੇ ਕੁ ਤਾਦਾਦ ਹੈ ਤੁਹਾਡੀ, ਕਿੰਨੇ ਕੁ ਬੰਦੇ ਹੋ ਤੁਸੀਂ ਜਿਹੜਾ ਤੁਸੀਂ ਆਪਸ 'ਚ ਲੜਨ ਸ਼ੁਰੂ ਹੋ ਜਾਂਦੇ ਇੱਕ ਦੂਜੇ ਨਾਲ? ਕਿੰਨੇ ਤੁਹਾਡੀ ਤਰਬੀਅਤ ਕੀਤੀ ਹੈ? ਕਿਹੜੇ ਚੱਕ ਗਾਫ ਬੇ ਤੋਂ ਤੁਸੀਂ ਤਸ਼ਰੀਫ ਲਿਆਏ ਹੋ? ਇਹ ਤੁਹਾਡੇ ਲਫ਼ਜ਼ ਨੇ। ਕਿਹੜੇ ਚੱਕ ਗਾਫ ਬੇ ਤੇ ਤੁਸੀਂ ਜ਼ਿੰਦਗੀ ਗੁਜ਼ਾਰ ਕੇ ਆਏ ਹੋ? ਤੁਹਾਨੂੰ ਇੰਨਾ ਨਹੀਂ ਪਤਾ ਕਿ ਯਾਰ ਅਸੀਂ ਆਪਸ ਵਿੱਚ, ਉਹ ਮੁਸਲਮਾਨ 225 ਕਰੋੜ ਤੋਂ ਜ਼ਿਆਦਾ ਨੇ, ਤੇ ਤੁਹਾਨੂੰ ਇਹ ਤੁਹਾਡੇ ਬੰਦੇ ਨੇ ਗਵਾਹੀ ਦਿੱਤੀ ਹੈ ਕਿ ਇੱਥੇ ਟਿਕਟਾਕ ਦੇ ਉੱਤੇ ਆਮਰ ਨੇ ਸਾਰੇ ਮੁਸਲਮਾਨਾਂ ਦੀ ਲੜਾਈਆਂ ਖਤਮ ਕਰਾਤੀਆਂ ਨੇ, ਸਾਰੇ ਮੁਸਲਮਾਨ ਮੋਤੇ ਦੋ ਗਏ ਨੇ। ਤੁਸੀਂ ਕਿੰਨੇ ਹੋ? ਟੋਟਰੂ ਕਿੰਨੇ ਹੋ? 4 ਤੁਸੀਂ ਟੋਟਰੂ, ਇੱਕ ਦਾ ਦੱਖਣ ਮੂੰਹ, ਇੱਕ ਦਾ ਪਰਬਤ ਮੂੰਹ, ਇੱਕ ਦਾ ਲਹਿੰਦੇ ਮੂੰਹ, ਇੱਕ ਦਾ ਚੜਦੇ ਮੂੰਹ। ਮਾਈਕ ਲਾ ਕੇ ਤੁਸੀਂ ਇੱਕ ਦੂਜੇ ਨੂੰ ਗਾਲਾਂ ਤੱਕ ਕੱਢੀਆਂ ਨੇ। ਹੁਣ ਜੇ ਤੁਸੀਂ ਇੱਥੇ ਕਮ ਅਜ਼ ਕਮ ਗਾਲਾਂ ਨਹੀਂ ਕੱਢਦੇ ਤੇ ਕਮ ਅਜ਼ ਕਮ ਵਾਰੀ ਨਾਲ ਗੱਲ ਹੀ ਕਰਨਾ ਸਿੱਖ ਲਓ, ਜਾਂ ਆਪਣੀ ਤਰਫੋਂ ਇੱਕ ਨੁਮਾਇੰਦਾ ਮੁਕਰਰ ਕਰ ਲਓ, ਆਪਣੀ ਤਰਫੋਂ ਇੱਕ ਲੀਡਰ ਚੁਣ ਲਓ, ਅਮੀਰ ਚੁਣ ਲਓ ਕਿ ਉਹ ਸਾਡੀ ਤਰਫੋਂ ਗੱਲ ਕਰੇਗਾ। ਇੱਕ ਮਾਈਕ ਛੱਡਦਾ ਦੂਜਾ ਛੱਡਦਾ ਤੀਜਾ, ਫਿਰ ਉਹ ਪਹਿਲਾ ਸ਼ੁਰੂ ਹੋ ਜਾਂਦਾ, ਫਿਰ ਦੂਜਾ, ਫਿਰ ਚੌਥਾ, ਫਿਰ ਛੇਵਾਂ। ਜਿਹੜੀ ਹੁਸੈਨੀ ਸਾਹਿਬ ਤੁਹਾਨੂੰ ਹਲਕੀ ਕਰ ਰਹੇ ਨੇ ਨਾ, ਅੱਲਾ ਦੀ ਕਸਮੇ ਇੱਜ਼ਤ ਵਾਲੇ ਬੰਦੇ ਵਾਸਤੇ ਇਹ ਜੁੱਤੀਆਂ ਨੇ, ਜੁੱਤੀਆਂ। ਇੱਜ਼ਤ ਵਾਲੇ ਬੰਦੇ ਵਾਸਤੇ ਇਹ ਗੰਦੀਆਂ ਜੁੱਤੀਆਂ ਨੇ, ਲੇਕਿਨ ਇੱਜ਼ਤ ਵਾਲੇ ਬੰਦੇ ਵਾਸਤੇ ਜਿਨ੍ਹਾਂ ਦੇ ਵਿੱਚ ਸ਼ੈ ਕੋਈ ਨਾ ਹੋਵੇ ਉਹਨਾਂ ਨੂੰ ਕੱਖ ਨਹੀਂ ਹੁੰਦਾ। ਉਹ ਮੇਰਾ ਇੱਕ ਯਾਰ ਸੀ ਪਾਕਿਸਤਾਨ ਆਉਂਦਾ ਸੀ, ਬੰਦੇ ਦੇ ਅੰਦਰ ਇੱਕ ਸ਼ੈ ਹੁੰਦੀ ਹੈ, ਉਹ ਮਰ ਜਾਏ ਫਿਰ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ, ਫਿਰ ਜੋ ਮਰਜ਼ੀ ਕੋਈ ਆਖੀ ਜਾਏ, ਜਦੋਂ ਮਰਜ਼ੀ ਕੋਈ ਲੰਘੀ ਜਾਏ, ਖੰਗੀ ਜਾਓ ਤਾਂ ਲੰਘੀ ਜਾਓ। ਤੁਸੀਂ ਉੱਥੇ ਜੇ ਪਹੁੰਚ ਗਏ ਹੋ, ਕੈਲੇਬਰ ਤੁਹਾਡਾ ਇਹ ਹੋ ਗਿਆ, ਇਹ ਤੁਹਾਡਾ ਮੈਂਟਲ ਲੈਵਲ ਹੋ ਗਿਆ ਕਿ ਤੁਹਾਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਤੁਹਾਨੂੰ ਹੁਸੈਨੀ ਸਾਹਿਬ ਜੁੱਤੀਆਂ 'ਤੇ ਫੇਰਦੇ ਨੇ। ਇਹ ਗੱਲ ਕਹਿ ਕੇ ਵੀ ਲਓ ਜੀ ਰਾਣਾ ਸਾਹਿਬ ਤੁਸੀਂ ਹੁਣ ਗੱਲ ਕਰੋ, ਲਓ ਜੀ ਸਰਦਾਰ ਸਾਹਿਬ ਤੁਸੀਂ ਹੁਣ ਗੱਲ ਕਰੋ। ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਯਾਰ ਉਹ ਜੁੱਤੀਆਂ ਫੇਰਨ ਲੱਗੇ ਨੇ, ਅਸੀਂ ਮਾਈਕ ਮਿਊਟ ਲਾ ਲਈਏ, ਹਿੱਚ ਲਾਈਏ ਸੈਣੀ ਸਾਹਿਬ ਮੁਝੇ ਮਾਈਕ ਦੇ, ਠਹਿਰ ਜੋ ਸੈਣੀ ਸਾਹਿਬ, ਨਹੀਂ ਜਮੀਲ ਸਾਹਿਬ ਤੁਸੀਂ ਚੁੱਪ ਕਰੋ, ਉਹ ਨਹੀਂ ਸਬਰ ਸਾਈਡ ਤੂੰ ਸੇਬੇ ਵਾਲਾ ਬੰਬ ਕੋਲ ਰੱਖ, ਚਲਾ ਜਿਹੜਾ ਤੇਰੇ ਕੋਲ ਸੇਬਰ ਸਾਈਡ, ਜਿਹੜਾ ਬੰਬ ਹੈ ਤੇਰੇ ਕੋਲ ਸੇਬੇ ਵਾਲਾ। ਕੋਈ ਗਲਤ ਗੱਲ ਨਹੀਂ ਕੀਤੀ ਤਾਰਕ ਚੌਹਾਨ ਸਾਹਿਬ ਨੇ। ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਤਾਰਕ ਚੌਹਾਨ ਸਾਹਿਬ ਨੇ ਇੱਕ ਦੁੱਖ ਨਾਲ, ਇੱਕ ਤਕਲੀਫ ਨਾਲ ਗੱਲ ਕੀਤੀ ਹੈ, ਇੱਕ ਦਰਦ ਆਪਣਾ ਬਿਆਨ ਕੀਤਾ ਹੈ ਕਿ ਰਾਤੀ ਮਿਰਜ਼ਾਈਆਂ ਨੇ ਆਪਣੀ ਅਕਲ ਨਹੀਂ ਹੈ, ਇੰਨਾ ਸ਼ਊਰ ਨਹੀਂ ਹੈ ਕਿ ਯਾਰ ਗੱਲ ਓਨੀ ਕਰੋ ਤੇ ਉਸੇ ਲੈਵਲ ਤੇ ਰਹਿ ਕੇ ਕਰੋ ਕਿ ਅਗਲਾ ਵੀ ਜਵਾਬ ਦੇ ਲਵੇ। ਇਹਨਾਂ 5 ਬੰਦਿਆਂ 6 ਨੇ ਵਾਰੀ ਟਾਈਮ ਲਿਆ, ਉਹਦੇ ਬਾਅਦ ਖੁੱਲਾ ਟਾਈਮ ਸੀ, ਫਿਰ ਆਮਰ ਦੀ ਵਾਰੀ ਆਈ, ਆਮਰ ਨੇ ਫਿਰ ਉਹ ਮੰਜੀ ਠੋਕੀ ਕਿ ਸਾਰਾ ਦਿਨ ਟਿਕਟੌਕ ਦੀਆਂ ਬਰਾਡਾਂ ਤੇ ਆਮਰ ਦੀ ਵੀਡੀਓ ਚੱਲਦੀ ਰਹੀ। ਚੌਹਾਨ ਸਾਹਿਬ ਨੇ ਇੱਕ ਦਰਦ ਨਾਲ ਗੱਲ ਕੀਤੀ ਹੈ, ਕੋਈ ਗਾਲ ਤੇ ਨਹੀਂ ਕੱਢੀ, ਕੋਈ ਤਕਲੀਫ। ਹਾਂ ਤੁਹਾਡੇ ਨਜ਼ਦੀਕ ਇਹ ਗਾਲ ਹੈ, ਇਹ ਤੋਹੀਨ ਹੋ ਗਈ ਮਿਰਜ਼ਾ ਸਾਹਿਬ ਦੀ। ਰਾਣਾ ਰਾਸ਼ਦ ਸਾਹਿਬ ਕਹਿੰਦੇ ਨੇ ਤੁਹਾਡੇ ਨਬੀ ਦੇ ਬਾਰੇ ਜੇ ਕੋਈ ਇਹੋ ਜਿਹੀ ਗੱਲ ਕਰੇ, ਰਾਣਾ ਸਾਹਿਬ ਮੇਰਾ ਸਵਾਲ ਹੀ ਹੈ ਕਿ ਜਿਹੜਾ ਬੰਦਾ ਕਿਸੇ ਨਬੀ ਦਾ ਪੈਰੋਕਾਰ ਹੋਵੇ, ਉਹਨੂੰ ਲੈ ਸਲਾਤ ਆਂਦਾ ਹੋਵੇ, ਉਹਦੀ ਤੋਹੀਨ ਕਰ ਸਕਦਾ ਹੈ, ਉਹਨੂੰ ਗਾਲ ਕੱਢ ਸਕਦਾ ਹੈ? ਕਿਆ ਤਾਰਕ ਚੌਹਾਨ ਮਿਰਜ਼ਾ ਸਾਹਿਬ ਨੂੰ ਗਾਲਾਂ ਕੱਢਣ ਲੱਗਿਆ? ਕਿਆ ਤਾਰਕ ਚੌਹਾਨ ਨੇ ਬੇਇੱਜ਼ਤੀ ਕੀਤੀ ਮਿਰਜ਼ਾ ਸਾਹਿਬ ਦੀ? ਇਹੋ ਹੀ ਤੇ ਇਲਜ਼ਾਮ ਸਾਡਾ ਹੈ ਤੁਹਾਡੇ ਤੇ। ਜਦੋਂ ਅਸੀਂ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਮਿਰਜ਼ਾਈ ਸ਼ਾਤਮੇ ਰਸੂਲ ਹੋ, ਤੁਸੀਂ ਨਬੀ ਪਾਕ ਦੀ ਤੋਹੀਨ ਕਰਦੇ ਹੋ, ਤੁਸੀਂ ਨਬੀ ਪਾਕ ਨੂੰ ਗਾਲਾਂ ਕੱਢਦੇ ਹੋ, ਤੁਸੀਂ ਨਬੀ ਪਾਕ ਦੀ ਗੁਸਤਾਖੀਆਂ ਕਰਦੇ ਹੋ, ਤੇ ਤੁਸੀਂ ਪਤਾ ਕੀ ਕਹਿੰਦੇ ਹੋ? यार नबी पाक को मानकर कोई उनकी तो इनकार सकता है? नबी पाक का मानने वाला कोई ये लफ्ज कह सकता है? गुस्ताखी उनकी कैसे कर सकता है? ਇਹੋ ਹੀ ਸਵਾਲ ਅੱਜ ਮੇਰਾ ਤੁਹਾਡੇ ਅੱਗੇ ਕਿ ਮਿਰਜ਼ਾ ਸਾਹਿਬ ਦਾ ਮੰਨਣ ਵਾਲਾ, ਮਿਰਜ਼ਾ ਸਾਹਿਬ ਨੂੰ ਲੈ ਸਲਾਮ ਕਹਿਣ ਵਾਲਾ, ਉਹ ਮਿਰਜ਼ਾ ਸਾਹਿਬ ਦੀ ਤੋਹੀਨ ਕਰ ਸਕਦਾ ਹੈ? ਦੱਸੋ ਮੈਨੂੰ, ਦਿਓ ਜਵਾਬ ਆ ਕੇ ਕਿ ਕਿਆ ਮਿਰਜ਼ਾ ਸਾਹਿਬ ਦੀ ਤੋਹੀਨ ਕੀਤੀ ਤਾਰਕ ਚੌਹਾਨ ਨੇ? ਅਸਲ ਹਕੀਕਤ ਇਹ ਕਿ ਤਾਰਕ ਚੌਹਾਨ, ਅੱਲਾ ਦੀ ਕਸਮ ਖਾ ਕੇ ਕਹਿਣਾ, ਮੈਂ ਗੁਲਾਮ ਨਹੀਂ ਕਰ ਰਿਹਾ, ਤਾਰਕ ਚੌਹਾਨ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦਾ ਸਹੀ ਮਾਇਨੇ 'ਚ ਬਰੂਜ਼ ਹੈ, ਸਹੀ ਮਾਇਨੇ 'ਚ ਜ਼ਿਲ ਔਰ ਬਰੂਜ਼ ਹੈ। ਔਰ ਉਸ ਬੰਦੇ ਦੇ ਮਜ਼ਾਜ ਵਿੱਚ ਉਹੀ ਸਖਤੀ ਹੈ ਜਿਹੜੀ ਮਿਰਜ਼ਾ ਸਾਹਿਬ ਦੇ ਮਜ਼ਾਜ ਸਖਤੀ ਸੀ। ਜਿਸ ਤਰ੍ਹਾਂ ਮਿਰਜ਼ਾ ਸਾਹਿਬ ਆਂਦੇ ਸੀ ਨਾ ਕਿ ਉੱਠ ਦੇ ਚਮੜੇ ਦਾ ਮੈਂ ਸਖਤ ਚਮੜੇ ਦਾ ਮੈਂ ਜੁੱਤਾ ਬਣਵਾਵਾਂ ਤੇ ਮੈਂ ਤੁਹਾਨੂੰ ਬਾਹਰਾਂ, ਇੰਜ ਜੋ ਚੌਹਾਨ ਸਾਹਿਬ ਕਰਦੇ ਨੇ। ਚੌਹਾਨ ਸਾਹਿਬ ਦਾ ਵੀ ਇਹੀ ਦਿਲ ਕਰਦਾ ਹੈ ਕਿ ਤੁਹਾਡੇ ਹਾਰਦਿਆਂ ਬੰਦਿਆਂ ਨਾਲ ਇਹ ਜਿਹੜਾ ਸੈਣੀ ਸਾਹਿਬ ਹਲਕਾ ਫੁਲਕਾ ਛਿੱਤਰ ਫੇਰਦੇ ਨੇ, ਇਹਨਾਂ ਨਾਲ ਤੁਹਾਡਾ ਫਰਕ ਨਹੀਂ ਪੈਂਦਾ। ਤੁਹਾਨੂੰ ਉਹ ਉੱਠ ਦੀ ਚਮੜੀ ਦਾ ਬਣਿਆ ਛਿੱਤਰ ਹੋਵੇ ਨਾ, ਉਹ ਫੇਰਨ ਚੌਹਾਨ ਸਾਹਿਬ, ਸ਼ਾਇਦ ਫੇਰ ਤੁਹਾਡੇ ਕੋਲ ਸਿਰ 'ਚ ਗੱਲ ਵੜ ਜਾਏ। ਤੁਹਾਡੇ ਇਹ ਹਾਲਾਤ ਨੇ ਕਿ ਗਾਲਾਂ ਕੱਢ ਕੇ 700 ਗਾਲਾਂ ਲੋਕਾਂ ਨੂੰ ਕੱਢ ਕੇ ਤੇ ਪਿੱਛੋਂ ਆਖਣ ਵਾਲੇ ਕਿ ਇਹ ਅਗਰ ਹਯਾ ਨਾ ਮਾਨੇ ਹੋਤੀ ਤਾਂ ਮੈਂ ਜਨਾਬ ਗਾਲੀਆਂ ਸੇ ਤੁਝੇ ਫਨਾ ਕਰ ਦੇਤਾ। ਗਾਲਾਂ ਕੱਢਣ ਵਾਲੇ ਪਿਆਂਦੇ ਨੇ ਕਿ ਅਗਰ ਸਾਡੀ ਤੇ ਤਲੀਮ ਹੀ ਇਹ ਨਹੀਂ ਨਾ ਹੈ, ਅਗਰ ਸਾਡੀ ਤਲੀਮ ਹੁੰਦੀ ਤਾਂ ਫਿਰ ਅਸੀਂ ਪਤਾ ਨਹੀਂ ਕਿਹੜਾ ਸੇਬੇ ਵਾਲਾ ਬੰਬ ਚਲਾਉਂਦੇ। ਸਾਡੀ ਤੇ ਤਲੀਮ ਹੀ ਐ ਨਹੀਂ ਹੈ, ਸਾਨੂੰ ਇਹ ਦੱਸਿਆ ਕਿ ਤੁਸੀਂ ਗਾਲ ਕੱਢਣੀ ਨਹੀਂ ਹੈ।
ਤੇ ਗਾਲਾਂ ਕੱਢ ਕੇ ਪੂਰੀ ਟਿਕਟਾਕ ਗੰਦੀ ਕੀਤੀ ਹੈ। ਕੋਈ ਟਿਕਟਾਕ ਦੀ ਬਰਾੜ ਐਸੀ ਨਹੀਂ ਜਿੱਥੇ ਇਹਨਾਂ ਨੇ ਆਪਣੀ ਗੰਦਗੀ ਨਹੀਂ ਫੈਲਾਈ ਹੈ। ਅੱਲਾ ਦੀ ਕਸਮ ਖਾ ਕੇ ਕਹਿੰਦਾ, ਜਿਸ ਬਰਾੜ ਮੈਂ ਥੱਲਿਓਂ ਲੰਘ ਜਾ, ਐਸੇ ਮਰਜ਼ਾਈਆਂ ਦੀਆਂ ਬਰਾਡਾਂ ਨੇ ਔਰ ਐਸੀਆਂ ਰਿਕਾਰਡਿੰਗਾਂ ਮੌਜੂਦ ਨੇ, ਮੈਂ ਸਿਰਫ ਇੱਥੇ ਥੱਲੇ ਐਂਟਰ ਹੋਵਾਂ, ਜਿਹੜੇ ਮੈਸੇਜ ਨਹੀਂ ਆਉਂਦੇ ਆਮਰ ਨਜ਼ੀਰ ਜਾਇਨ, ਐਨਾ ਮੈਸੇਜ ਨਜ਼ਰ ਆ ਜੇ ਮੈਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਪੈਂਦੇ ਨੇ ਮਰਜ਼ੀ। ਇਹ ਉਹ ਕੌਮ ਹੈ ਜਿਹੜੀ ਆਂਦੀ ਹੈ ਕਿ ਸਾਨੂੰ ਤੇ ਗਾਲ ਦੀ ਤਰਬੀਅਤ ਨਹੀਂ ਦਿੱਤੀ ਗਈ। ਸਾਡੇ ਤੇ ਸਪੈਸ਼ਲ ਕੋਰਸਿਸ ਹੁੰਦੇ ਨੇ ਨਾ, ਸਾਨੂੰ ਤੇ ਖਾਸ ਕੋਰਸਿਸ ਦੇ ਜ਼ਰੀਏ ਸਾਨੂੰ ਇਹ ਟ੍ਰੇਨਿੰਗ ਤੋਂ ਦਿੰਦੇ ਨੇ ਉਹਨਾਂ ਕੋਰਸਾਂ ਵਿੱਚ, ਇਹ ਤਰਬੀਅਤ ਦੇ ਕੇ ਟੋਰਦੇ ਨੇ ਕਿ ਗਾਲਾਂ ਕੱਢੋ ਜਾ ਕੇ। ਕਿਉਂ ਝੂਠ ਬੋਲਦੇ ਹੋ, ਕਿਉਂ ਧੋਖਾ ਕਰਦੇ ਹੋ ਆਪਣੇ ਆਪ ਨਾਲ ਵੀ ਤੇ ਲੋਕਾਂ ਨਾਲ ਵੀ ਕਰਦੇ। ਲੋਕ ਹੁਣ ਤੁਹਾਡੇ ਧੋਖੇ 'ਚ ਨਹੀਂ ਆਉਂਦੇ। ਇਹ ਸੋਸ਼ਲ ਮੀਡੀਆ, ਅੱਲਾ ਦੀ ਕਸਮ ਖਾ ਕੇ ਕਹਿ ਰਿਹਾ, ਇੱਕ ਐਸੀ ਸਾਇੰਸ ਹੈ, ਜੋ ਕੁਝ ਮੇਰੇ ਅੰਦਰ ਹੈ ਉਹੀ ਮੇਰੇ ਬਾਹਰ ਇਹਨੇ ਲੈਂਦਾ, ਤੇ ਤੁਹਾਡੇ ਵੀ ਜੋ ਕੁਝ ਅੰਦਰ ਸੀ ਇਹਨੇ ਬਾਹਰ ਲੈਂਦਾ ਜੇ। ਇਹ ਡਰਾਮਾ ਬੰਦ ਕਰ ਦਿਓ ਕਿ ਤੁਸੀਂ ਬੜੇ ਬਾਖਲਾਕ ਹੋ। ਤੁਹਾਡੇ ਜਿੱਡੀ ਬਦ ਇਖਲਾਕ ਕੌਮ ਔਰ ਬੇਤਰਬੀਅਤ ਕੌਮ, ਐਸੀ ਗੰਦੀ ਤਰਬੀਅਤ ਵਾਲੀ ਅੱਲਾ ਦੀ ਧਰਤੀ ਤੋਂ ਮੌਜੂਦ ਹੀ ਨਹੀਂ ਹੈ। ਜਿਹੜੇ ਦੂਜਿਆਂ ਦਾ ਨਾਂ ਲੈ ਲੈ ਕੇ ਨਬੀਆਂ ਨੂੰ ਗਾਲਾਂ ਕੱਢਣ, ਜਿਹੜੇ ਦੂਜਿਆਂ ਦਾ ਨਾਂ ਲੈ ਕੇ ਆਨਿਆਂ ਤੇ ਬਹਾਨਿਆਂ ਨਾਲ ਸ਼ਾਤਮੀਤਾਂ ਕਰਨ, ਡਾਇਰੈਕਟ ਵੀ ਕਰਨ ਤੇ ਤਰੀਕੇ ਨਾਲ ਵੀ ਕਰਨ। ਤੁਹਾਡੇ ਹਰ ਦੀ ਗੰਦੀ ਕੌਮ, ਅੱਲਾ ਦੀ ਕਸਮ ਖਾ ਕੇ ਕਹਿੰਦਾ ਟਿਕਟਾਕ ਦੇ ਉੱਤੇ ਤੁਹਾਨੂੰ ਨਜ਼ਰ ਨਹੀਂ ਆਉਣ ਲੱਗੀ ਹੈ। ਲੋਕੀ ਗਾਲਾਂ ਕੱਢਦੇ ਨਹੀਂ ਕਿ ਦੂਜੇ ਨੂੰ, ਮੈਂ ਉਹਨੂੰ ਕੱਢ ਲਈ, ਉਹਨੇ ਮੈਨੂੰ ਕੱਢ ਲਈ, ਮਾਂ ਭੈਣ ਦੀ। ਇਨਸਾਨ ਆ, ਬੰਦੇ ਆ, ਲੜ ਪੈੜਨ ਨੇ ਯਾਰ। ਤੁਸੀਂ ਤੇ ਇਸਲਾਮੀ ਮੁਕੱਦਸਾਤ ਤੁਹਾਡੇ ਤੋਂ ਮਹਿਫੂਜ਼ ਨਹੀਂ ਹਨ। ਸਭ ਤੋਂ ਜ਼ਿਆਦਾ ਇਸ ਵਕਤ ਸ਼ਾਤਮੀਅਤ ਦਾ ਬਾਜ਼ਾਰ ਤੁਸੀਂ ਗਰਮ ਕੀਤੇ ਤੇ ਤੁਸੀਂ ਆ ਕੇ ਵਿਕਟਮ ਕਾਰਡ पे ਇਸਤੇਮਾਲ ਕਰਦੇ ਹੋ ਤੇ ਰੋਂਦੇ ਹੋ ਪਏ ਸੈਣੀ ਸਾਹਿਬ ਦੇ ਗੱਲ ਲਾ ਕੇ। ਸੈਣੀ ਸਾਹਿਬ ਨਾ ਪੁੱਛੋ ਅੱਜ ਸਾਡੇ ਨਾਲ ਕੀ ਹੋਇਆ। ਮਿਰਜ਼ਾ ਸਾਹਿਬ ਦੀ ਫੋਟੋ ਥੱਲੇ ਧਰ ਕੇ ਜੁੱਤੀਆਂ ਫੇਰੀਆਂ ਨੇ। ਇਹ ਵੀ ਦੱਸੋ ਅਸੀਂ ਕੀ ਕਰਤੂਤ ਪਾਲ ਕੇ ਆਏ ਹਾਂ ਉੱਥੇ, ਅਸੀਂ ਕੀ ਕਰਕੇ ਆਏ ਹਾਂ। ਜਦ ਤੱਕ ਤੁਹਾਡਾ ਮਿਰਜ਼ਾਈ ਪਹਿਲ ਨਹੀਂ ਕਰਦਾ ਐਸ ਹੁਸੈਨੀ ਸਾਹਿਬ ਦੀ ਬਰਾੜ ਦੀ ਵੀ ਔਰ ਦੂਜੀਆਂ ਬਰਾੜਾਂ ਤੇ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਜਦ ਤੱਕ ਤੁਹਾਡਾ ਮਿਰਜ਼ਾਈ ਨਹੀਂ ਕਰਦਾ ਇਹ ਹਰਕਤ, ਕੋਈ ਮੁਸਲਮਾਨ ਤੁਹਾਡੇ ਨਾਲ ਜ਼ਿਆਦਤੀ, ਅੱਤਾ ਕਿ ਕ੍ਰਿਸਚਨ ਵੀ ਤੁਹਾਡੇ ਨਾਲ ਜ਼ਿਆਦਤੀ ਨਹੀਂ ਕਰਦੇ। ਹਾਂ, ਥੋੜੀ ਬਹੁਤ ਲਫ਼ਜ਼ ਸਖਤ ਹੋ ਸਕਦੇ ਨੇ, ਅਗਰ ਤੁਸੀਂ ਅੱਛੇ ਅਖਲਾਕ ਨਾਲ ਉਹਨੂੰ ਰੋਕੋ ਕਿ ਯਾਰ ਇਹ ਲਫ਼ਜ਼ ਨਜਾਇਜ਼ ਹੈ, ਇਹ ਨਾ ਬੋਲ, ਉਹ ਰੁਕ ਜਾਏਗਾ ਬੰਦਾ। ਤੇ ਜੇ ਤੁਸੀਂ ਉਹਦੇ ਨਬੀ ਨੂੰ, ਉਹਦੇ ਜਿਹੜੇ ਉਹਦੇ ਮਜ਼ਹਬ ਦੇ ਮੁਕੱਦਸਾਤ ਨੇ, ਉਹਨਾਂ ਤੇ ਤੁਸੀਂ ਲਾਂਤਾਂ ਪਾਓਗੇ, ਉਹਨਾਂ ਨੂੰ ਤੁਸੀਂ ਗਾਲਾਂ ਕੱਢੋਗੇ, ਤੇ ਕੀ ਕਰੇਗਾ ਅਗਲਾ? ਅਗਲਾ ਇਹੋ ਹੀ ਕਰੇਗਾ ਜੋ ਉਹਨੇ ਕੀਤਾ ਹੈ। ਤੇ ਇਹਦੇ 'ਚ ਮੇਰਾ ਕੀ ਕਸੂਰ ਹੈ? ਮੈਂ ਉਸ ਬਰਾੜ ਦੇ ਉੱਤੇ ਸਿਰਫ ਮੌਜੂਦ ਸਾਂ, ਇਹ ਮੇਰਾ ਜੁਰਮ ਹੈ। ਮੈਂ ਤੇ ਨਹੀਂ ਜੁੱਤੀ ਫੇਰੀ ਹੈ, ਜੁੱਤੀ ਤੋਂ ਕ੍ਰਿਸਚਨ ਫੇਰਦਾ ਸੀ ਪਿਆ। ਮੇਰਾ ਇੰਨਾ ਹੀ ਜੁਰਮ ਹੈ ਕਿ ਮੈਂ ਇੰਜ ਪੈਨਲ ਦੇ ਉੱਤੇ ਮੌਜੂਦ ਸਾਂ ਜਿਸ ਤਰ੍ਹਾਂ ਹੁਣ ਮੈਂ ਮੌਜੂਦ ਹਾਂ। ਇੱਥੇ ਕੋਈ ਬੰਦਾ ਉਹ ਕੈਮਰਾ ਆਨ ਕਰਕੇ ਜੁੱਤੀ ਫੇਰਨ ਲੱਗ ਪਏ ਤੇ ਮੇਰਾ ਕੀ ਕਸੂਰ ਇਹਦੇ 'ਚ? ਆਪਣੇ ਕਰਤੂਤ ਵੇਖੋ ਜੋ ਤੁਸੀਂ ਕੀਤੇ ਨੇ। ਬਹਰਹਾਲ ਗੱਲ ਹੈ ਵੇ ਕਿ ਚੌਹਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਇਹ ਬਿਲਕੁਲ ਵੈਲਿਡ ਗੱਲ ਹੈ ਕਿ ਇਹਨਾਂ ਨੇ ਰਾਤੀ ਵੀ ਇਹ ਹਰਕਤ ਕੀਤੀ ਹੈ, ਹੁਣ ਵੀ ਉਹੀ ਹਰਕਤ। ਅੱਛਾ, ਰਾਤ ਦੇ ਕੰਮ ਤੋਂ ਸਿੱਖਿਆ ਵੀ ਕੱਖ नहीं। परवेज लाई ने क्या, उन्होंने क्या, अफसोस तो ये सीखा कुछ नहीं, इन्होंने इबरत हासिल नहीं की है। बंदा ठोकर खा के सीख लैंदा उहदे तो कि मैं ए कीता तो मैनूं ए नतीजा मिलिया है। आज सारा दिन मेरियां वीडियो चलदियां रहियां ने, उहदे तो सीख के अज ही कोई घट कर जांदे। अज भी जनाब उसे कल वालियां ओह तरंगड़ खिचड़ियां ते ओह काली रात, कल वाला काम फिर शुरू कीते। वारी वारी माइक फड़ी जांदे ने ते सैनी साहब बोला बोला आखी जांदे ने, चलो जी हुण किहदी वारी है, चलो जी आ जाओ हुण किहदी वारी है। कोई शर्म करो, कोई अक्ल करो। जे तुहानूं अगे किरे नहीं ना किसी तरबीयत दित्ती, इत्थों हुण कोई मीर चुन लो, इन्हां नूं चुक के लै जाओ उत्थे परां किरे और डंगरां दे वाड़े च, उत्थे खड़ के इन्हां नूं अंदर डक के ते इन्हां नूं तरबीयत दिओ। जमील साहब इन्हां नूं सिखाओ भी गल वारी नाल करी दी, एक आपस च नहीं लड़ी दा दो। जेड़ा एक भरा गल पिया करदा होवे ओनूं मैं मनु कापी कर लो। मैं मुसलमानां दी जिस तरह खत्म कीते ने ना लड़ाई झगड़े, उन्हां नूं मैं कहा जिन्हें लगना जाके फोन ते लड़िओ, इत्थे टिकटॉक ते कोई ना लड़िआ। जिन्हों लड़ाई आई है ना बहुती सौड़ पैंदी, फोन ते लड़ लो। मेरे सामने फोन ते 2-3 परसों चौथ लड़ते रहे ने, हफ्ता हो गया। मैं क्या इत्थे लड़ लो, गालां कड्डो एक दूजे नूं ਜਿਹੜੀਆਂ ਕੱਢਣੀਆਂ, लेकिन इत्थे सुनदा ते कोई नहीं ना पिया। ਤੁਹਾਡਾ इख्तलाफ ते दूर कराइए, लेकिन इत्थे कर लो ਜਿਹੜੀ करनी। ਇਹ ਹੀ ਪੈੜੀ ਯਾਰ, ਮੈਨੂੰ ਹੀ ਕਾਪੀ ਕਰ ਲੋ। ਜੇ ਤੁਹਾਡੇ 'ਚ ਕੋਈ ਨਹੀਂ ਬੰਦਾ ਤਰਬੀਅਤ ਕਰਨ ਵਾਲਾ, ਤੁਹਾਡਾ ਕੋਈ ਸਰਬਰਾਹ ਕੋਈ ਨਹੀਂ ਜਿਹੜਾ ਤੁਸੀਂ ਲੋਕਾਂ ਨੂੰ ਧੋਖਾ ਦੇ। ਅਸੀਂ ਤੇ ਇੱਕ ਹੱਥ ਤੇ ਉੱਠਣ ਵਾਲੇ, ਇੱਕ ਝੰਡੇ ਕੇ ਸਾਏ ਤੇ, ਅਸੀਂ ਤੇ ਖਿਲਾਫਤ ਦੀ ਬੈਤ 'ਚ ਹੋਏ ਨਾ। ਅਸੀਂ ਤੇ ਬਾਦਸ਼ਾਹ ਬੜੀ ਸੁਲਝੀ ਕੌਮ, ਅਸੀਂ ਤੇ ਮੁਨੱਜ਼ਮ ਇੱਕ ਇਦਾਰਾ ਹੈ, ਇੱਕ ਮੁਨੱਜ਼ਮ ਨਿਜ਼ਾਮ ਹੈ। ਅਗਰ ਤੁਹਾਡਾ ਕੋਈ ਸਾਈਂ ਖਸਮ ਨਹੀਂ ਹੈ, ਇੱਥੋਂ ਹੀ ਕੋਈ ਟਿਕਟਾਕ ਦਾ ਮੀਰ ਚੁਣ ਲਓ, ਉਹਨੂੰ ਲੈ ਜਾਓ ਤੇ ਉਹਨੂੰ ਆਖੋ ਵੀ ਤੂੰ ਸਾਡਾ ਮੀਰ ਹੈ, ਸਾਡੀ ਤਰਬੀਅਤ ਕਰ, ਸਾਨੂੰ ਜਾਚ ਸਿਖਾ ਵੀ ਬੰਦਿਆਂ 'ਚ ਬਹਿ ਕੇ ਕਿੰਜ ਗੱਲ ਕਰੀਦੀ ਹੈ, ਕਿਸ ਤਰ੍ਹਾਂ ਵਾਰੀ ਲਈਦੀ ਹੈ ਤੇ ਕਿਸ ਤਰ੍ਹਾਂ ਆਪਣੀ ਵਾਰੀ ਨਾਲ ਗੱਲ ਕਰੀਦੀ। ਇੱਥੋਂ ਕੁਝ ਸਿੱਖ ਲਓ। ਜੇ ਨਹੀਂ ਤਾਂ ਚੌਹਾਨ ਸਾਹਿਬ ਨੂੰ ਮੀਰ ਬਣਾ ਲਓ। ਚੌਹਾਨ ਸਾਹਿਬ ਦੇ ਕੋਲ ਉਹ ਉੱਠ ਦਾ ਬਣਿਆ ਚਮੜੇ ਦਾ ਛਿੱਤਰ ਹੋਇਆ ਨਾ, ਤੇ ਮੇਰਾ ਖਿਆਲ ਹੈ ਹਫਤਾ ਹੀ ਤੁਹਾਡੀ ਤਰਬੀਅਤ ਕਰ ਛੱਡਣ ਦੇ। ਜੇ ਆਪਸ 'ਚ ਤੁਹਾਡੇ 'ਚ ਕੋਈ ਨਹੀਂ ਬੰਦਾ ਸਿਆਣਾ। ਇਹ ਜਮੀਲ ਸਾਹਿਬ ਸਮਝਦਾਰ ਬੰਦੇ ਨੇ, ਮੈਨੂੰ ਉਮੀਦ ਹੈ ਇਹ ਤੁਹਾਡੀ ਟ੍ਰੇਨਿੰਗ ਹੈ। ਉਹ ਇਹਨੂੰ ਵੀ ਨਹੀਂ ਤੁਸੀਂ ਬੋਲਣ ਦਿੰਦੇ, ਹਾਲਾਂਕਿ ਤੁਹਾਡੇ ਨਾਲ ਉਹਦੀ ਆਵਾਜ਼ ਵੀ ਉੱਚੀ ਹੈ,
ਫਲੂਐਂਟ ਵੀ ਹੈ, ਗੱਲ ਕਰਨ ਚ ਰਵਾਨਗੀ ਨਾਲ ਬੋਲ ਵੀ ਲੈਣ, ਤੁਸੀਂ ਉਹਨੂੰ ਨਹੀਂ ਬੋਲਣ ਦਿੰਦੇ। ਇਹ ਜਿਹੜੇ ਨੇ ਨਾ ਨਿੱਕੇ ਨਿੱਕੇ ਚਮੂਣੇ ਜੇ, ਉਹ ਨਹੀਂ ਖਲੋਣ ਦਿੰਦੇ। ਉਹ ਤੁਸੀਂ ਤੇ ਖਲੋ ਜਾਓ ਜਮੀਲ ਸਾਹਿਬ, ਆਪਣਾ ਕੀ ਨਾ ਬੰਬਾਸਟਿਕ ਸਾਹਿਬ, ਤੁਸੀਂ ਤੇ ਖਲੋ ਜਾਓ, ਪਾਸੇ ਹੋ ਜਾਓ। ਐਡੀਆਂ ਇਹਨਾਂ ਨੂੰ ਸੌੜਾਂ ਪੈਂਦੀਆਂ ਨੇ ਗੱਲਾਂ ਕਰਨ ਦੀਆਂ, ਐਡੀ ਖੁਰਕ ਹੋਣ ਲੱਗੀ ਹੈ। ਜਮੀਲ ਸਾਹਿਬ ਇਹਨਾਂ ਨੂੰ ਲੈ ਜਾਓ, ਇਹਨਾਂ ਨੂੰ ਕਿਹੜੇ ਤਰਬੀਅਤ ਦੇ ਕੇ ਲਿਆਓ, ਇਹਨਾਂ ਨੂੰ ਜਾਚ ਦੱਸੋ ਵੀ ਇੱਥੇ ਕਿਸੇ ਬੰਦੇ ਗਾਲ ਨਹੀਂ ਕੱਢੀ। ਚੌਹਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਬਿਲਕੁਲ ਜੈਨੂਇਨ ਕੀਤੀ ਸੀ, ਆਪਣੇ ਦੁੱਖ ਨਾਲ ਕੀਤੀ ਸੀ, ਦਰਦ ਨਾਲ ਕੀਤੀ ਸੀ। ਮੁਸਲਮਾਨ ਵੀ, ਅਗਰ ਕੋਈ ਬੰਦਾ ਕਿਸੇ ਨੂੰ ਮੁਸਲਮਾਨ ਵੀ ਕਹਿੰਦਾ ਨਾ ਤੂੰ ਸ਼ਾਤਮੀਅਤ ਉੱਥੇ ਕਰਵਾ ਛੜੀ, ਤੂੰ ਉੱਥੇ ਤੋਹੀਨ ਕਰ, ਉਹ ਆਪਣੇ ਦਰਦ ਨਾਲ ਕਹਿੰਦਾ। ਉਹਦੇ ਚੋਂ ਅਗਰ ਅਨਘੜੀ ਗੱਲ ਕਰੇਗਾ ਗਾਲ ਕੱਢ ਦੇਗਾ, ਲੇਕਿਨ ਦਰਅਸਲ ਉਹਦੇ ਅੰਦਰ ਕੋਈ ਦਰਦ ਬੋਲਦਾ ਪਿਆ ਕਿ ਤੂੰ ਸਾਡੇ ਨਬੀ, ਤੂੰ ਵੀ ਉਸ ਨਬੀ ਦਾ ਮੰਨਣ ਵਾਲਾ, ਮੈਂ ਵੀ ਉਸ ਨਬੀ ਦਾ ਮੰਨਣ ਵਾਲਾ, ਤੂੰ ਉਹਦੀ ਤੋਹੀਨ ਕਰਵਾ ਦਿੱਤੀ। ਚੌਹਾਨ ਸਾਹਿਬ ਨੇ ਇਸ ਦਰਦ ਨਾਲ ਗੱਲ ਬਿਆਨ ਕੀਤੀ ਕਿ ਬਈ ਤੁਸਾਂ ਰਾਤੀ ਸਾਰੀ ਮੰਜੀ ਠਕਵਾ ਛੜੀ। ਚਲੋ ਉਹਨਾਂ ਦੇ ਲਫ਼ਜ਼ ਅਗਰ ਸਖਤ ਨੇ, ਤੁਸੀਂ ਉਹਨਾਂ ਨੂੰ ਆਖੋ ਚੌਹਾਨ ਸਾਹਿਬ ਲਫ਼ਜ਼ ਸਹੀ ਇਸਤੇਮਾਲ ਕਰ ਲਓ, ਚਲੋ ਮੰਜੀ ਠੁੱਕੀ ਜਾਂ ਨਹੀਂ ਠੁੱਕੀ, ਅਸਾਂ ਠੋਕੀ ਉਹਦੀ, ਉਹਨੇ ਨਹੀਂ ਸਾਡੀ ਠੋਕੀ, ਅਸਾਂ ਠੋਕੀ, ਇੰਜ ਕਰ ਲਓ। ਲੇਕਿਨ ਇਹ ਤੇ ਨਾ ਕਰੋ, ਅੱਗੋਂ ਗਾਲਾਂ ਤੇ ਨਾ ਸ਼ੁਰੂ ਹੋ ਜਾਓ। ਜਿਹੜਾ ਆਉਂਦਾ ਗਾਲੋ ਗਾਲ, ਜਿਹੜਾ ਆਉਂਦਾ ਗਾਲੋ, ਬਾਅਦ ਚ ਰੋਣ ਸ਼ੁਰੂ ਹੋ ਜਾਂਦੇ ਸਾਡੇ, ਅਸੀਂ ਤਾਂ ਮਜ਼ਲੂਮ ਆ, ਅਸੀਂ ਤਾਂ ਕਦੇ ਕਿਸੇ ਨੂੰ ਗਾਲ ਕੱਢੀ ਨਹੀਂ ਹੈ। ਇਹ ਰਿਕਾਰਡਿੰਗਾਂ ਜਿਹੜੀਆਂ ਨੇ ਨਾ, ਇਹ ਸਾਰਾ ਕੁਝ ਦੱਸਦੀਆਂ ਨੇ ਪਈਆਂ, ਇਹ ਮਹਿਫੂਜ਼ ਹੁੰਦਾ ਪਿਆ ਰਿਕਾਰਡ, ਦੁਨੀਆ ਤੁਹਾਡੇ ਤੇ ਅੱਸੇ ਦੀ। ਅੱਲਾ ਦੀ ਕਸਮ ਖਾ ਕੇ ਕਹਿ ਰਿਹਾ ਕਿ ਤੁਹਾਡੀ ਨਸਲ ਤੁਹਾਡੇ ਤੇ, ਤੁਹਾਡੇ ਬੱਚੇ ਹੱਸਣਗੇ। ਇਹ 700 ਗਾਲ ਕੱਢ ਕੇ ਤੇ ਪਿੱਛੋਂ ਆਉਂਦੇ ਨੇ ਅਸੀਂ ਤੇ ਗਾਲ ਕੱਢਦੇ ਨਹੀਂ, ਸਾਡੀ ਤੇ ਤਰਬੀਅਤ ਹੈ, ਸਾਡੀ ਤੋਂ ਬੰਦਾ ਗਾਲ ਕੱਢਦਾ ਹੀ ਨਹੀਂ, ਸਾਡੇ ਇਹਦੇ ਤੇ ਮੂੰਹ ਜ਼ਬਾਨ ਹੀ ਕੋਈ ਨਹੀਂ, ਇਹਦੇ ਤੇ ਮੂੰਹ ਜ਼ਬਾਨ ਹੀ ਕੋਈ ਨਹੀਂ, ਇਹ ਤਾਂ ਕਿਸੇ ਨੂੰ ਗਾਲ ਕੱਢਦਾ ਹੀ ਨਹੀਂ। ਤੇ ਗਾਲਾਂ ਕੱਢ ਕੇ ਉਹਨੇ ਟਿਕਟਾਕ ਦੇ ਉੱਤੇ ਬਦਬੂ ਫੈਲਾਈ ਹੈ। ਇਹ ਜਿਹੜਾ ਬੰਦਾ ਹੈ, ਬੁੱਢਾ ਬੰਦਾ ਹੈ, ਇਹ ਟੋਨੀ ਸਾਹਿਬ, ਮੋਹਤਰਮ ਤਾਹਿਰ ਅਮਜਦ ਟੋਨੀ ਸਾਹਿਬ, ਇਹਨਾਂ ਦੀ ਉਮਰ ਮੇਰੇ ਨਾਲ ਵੀ ਜ਼ਿਆਦਾ ਹੋਣੀ, ਕੋਈ ਸਾਲ 2 ਸਾਲ। ਅੰਦਾਜ਼ੇ ਗੁਫ਼ਤਗੂ ਵੇਖਿਆ ਕਿਹੜੇ ਕਿਹੜੇ ਲਫ਼ਜ਼ ਉਸ ਬੰਦੇ ਨੇ ਇਸਤੇਮਾਲ ਨਹੀਂ ਕੀਤੇ ਹਨ, ਬਗੈਰਤੀ, ਹਰਾਮਜ਼ਾਦਗੀ, ਪਤਾ ਨਹੀਂ ਕੀ ਕੀ ਉਹਨੇ ਗਾਲਾਂ ਕੱਢੀਆਂ ਨੇ। ਜੇ ਇਹ ਤੁਹਾਡੇ ਵੱਡੇ ਨੇ ਤੇ ਕੀ ਬਣੇਗਾ? ਕੀ ਤੁਹਾਨੂੰ ਕੌਣ ਟ੍ਰੇਨਡ ਕਰੇਗਾ? ਮੈਨੂੰ ਤੇ ਤੁਹਾਡੀ ਤੇ ਤਰਸ ਪਿਆ ਆਉਂਦਾ ਕਿ ਤੁਹਾਡੀ ਕੌਮ ਦਾ ਮਤਲਬ ਕੌਣ ਹੋ ਸਕਦਾ ਹੈ ਅਮੀਰ ਜਿਹੜਾ ਤੁਹਾਨੂੰ ਟ੍ਰੇਨਿੰਗ ਦੇਵੇਗਾ? ਕੋਈ ਮੈਨੂੰ ਉਮੀਦ ਦੀ ਕਿਰਨ ਨਜ਼ਰ ਨਹੀਂ ਆਉਂਦੀ ਪਿਆ। ਅਗਰ ਇਹੋ ਜਿਹਾ ਬੰਦਾ ਵੱਡੀ ਉਮਰ ਦਾ, ਉਹ ਸੀਨੀਅਰ ਹੈ, ਉਹਦੇ ਇਹ ਹਾਲਾਤ ਨੇ ਤੇ ਨਿੱਕਿਆਂ ਦੇ ਕੀ ਹਾਲਾਤ ਹੋਣੇ ਨੇ? ਸਿਖਾਣਾ ਤੁਹਾਨੂੰ ਕਿੰਨੇ ਵੇ? ਇੰਜ ਹੀ ਤੁਸੀਂ ਧੱਕੇ ਖਾਂਦੇ ਆ, ਸ਼ਾਮਾਂ ਨੂੰ ਟੋਕਰਾ ਭਰ ਕੇ ਤੁਸੀਂ ਜਾਂਦੇ ਹੋ, ਆਪਣਾ ਵੀ ਤੇ ਨਾਲ ਆਪਣੇ ਕਾਬਰ ਦਾ ਵੀ ਟੋਕਰਾ ਭਰਾ ਕੇ ਜਾਂਦੇ ਹੋ, ਉਹਨਾਂ ਨੂੰ ਵੀ ਲੋਕ ਗਾਲਾਂ ਕੱਢਦੇ ਤੁਹਾਡੇ ਕਰਤੂਤਾਂ ਦੀ ਵਜ੍ਹਾ ਤੋਂ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਤੁਹਾਡੇ ਘਰੋਂ ਇਹ ਗੱਲਾਂ ਆਵਾਜ਼ਾਂ ਪਈਆਂ ਬੋਲ, ਅੱਲਾ ਦੀ ਕਸਮ ਖਾ ਕੇ ਕਹਿੰਦਾ, ਮੈਂ ਦਰਜਣਾ ਬੰਦੇ ਤੁਹਾਡੇ ਦੱਸ ਸਕਣਾ ਜਿਹੜੇ ਤੁਹਾਡੇ ਵਿੱਚੋਂ ਬੋਲਦੇ ਨੇ ਔਰ ਉਹ ਕਹਿੰਦੇ ਨੇ ਸਾਡੇ ਮਰਜ਼ੇ ਹੀ ਸਾਡੇ ਮਿਰਜ਼ਾ ਸਾਹਿਬ ਨੂੰ ਗਾਲਾਂ ਕੱਢਾਉਂਦੇ ਨੇ। ਇਹ ਹੁਣ ਚਲੋ ਮੇਰੇ ਨਾਲ ਤਲਤ ਮਲਕ ਨੂੰ ਹੁਣ ਕਾਲ ਮਿਲਾਨਾ ਦੂਜੇ ਫੋਨ ਤੋਂ, ਉਹ ਆਖੇਗਾ ਇਹਨਾਂ ਹਮੇਸ਼ਾ ਗਾਲਾਂ ਕੱਢੀਆਂ ਨੇ, ਪਹਿਲਾਂ ਇਹਨਾਂ ਗਾਲਾਂ ਪਵਾਈਆਂ ਨੇ ਮਿਰਜ਼ਾ ਸਾਹਿਬ ਨੂੰ, ਇਹ ਗਾਲਾਂ ਪਵਾਉਂਦੇ ਨੇ, ਤੁਹਾਡੇ ਘਰੋਂ ਗਵਾਹੀਆਂ ਪਈਆਂ ਬੋਲਦੀਆਂ ਨੇ। ਇਸ ਗੱਲੇ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਰਿਸਪੈਕਟ ਨਾਲ ਗੱਲ ਹੋਵੇ ਤੇ ਰਿਸਪੈਕਟ ਭਾਈ ਮਿਊਚੁਅਲ ਹੁੰਦੀ ਹੈ। ਰਾਤੀ ਇੱਕ ਵਾਰੀ ਆਖਿਆ ਸੀ ਅਮਜਦ ਸਾਹਿਬ ਨੇ, ਉਹ ਜੀ एहतराम बामी होता है। मैं क्या बिल्कुल ठीक है, 100% मैं एग्री हाँ। आओ करिए ਇਹਦੇ ਤੇ ਦਸਖਤ। ਤੁਸੀਂ ਮੇਰੇ ਦਿਲ ਨੂੰ ਤਕਲੀਫ ਨਹੀਂ ਦੇਣ, ਮੈਂ ਤੁਹਾਡੇ ਦਿਲ ਨੂੰ ਤਕਲੀਫ, ਸੌਦਾ ਵਾਰਾ ਨਹੀਂ ਖਾਦਾ। ਕਿਉਂ? ਤੁਹਾਡੀ ਤੇ ਤਰਬੀਅਤ ਹੀ ਹੋਵੇ, ਤੁਹਾਡੀ ਤੇ ਤਾਲੀਮ ਵਿੱਚ ਹੀ ਤੋਹੀਨ ਲਿਖੀ ਹੈ। ਤੁਸੀਂ ਸੌਦਾ ਕਰ ਸਕਦੇ ਹੀ ਨਹੀਂ। ਤੁਹਾਡਾ ਦੀਨ ਹੀ ਮੁਕੰਮਲ ਨਹੀਂ ਹੁੰਦਾ, ਤੁਹਾਡਾ ਮਜ਼ਹਬ ਹੀ ਮੁਕੰਮਲ ਨਹੀਂ ਹੁੰਦਾ ਜਦ ਤੱਕ ਤੁਸੀਂ ਮੁਸਲਮਾਨਾਂ ਦੇ ਅਕਾਬਰੀਨ ਔਰ ਬਿਲਖਸੂਸ ਇਮਾਮੁਲ ਅੰਬੀਆ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਗੁਸਤਾਖੀਆਂ ਨਾ ਕਰ ਲਓ। ਉਹ ਤੁਹਾਡੀ ਤਾਲੀਮ ਤੇ ਤਰਬੀਅਤ ਦੇ ਵਿੱਚ ਤੇ ਬੁਨਿਆਦ ਦੇ ਵਿੱਚ ਸ਼ਾਮਲ ਹੈ। ਤੁਸੀਂ ਮਿਰਜ਼ਾ ਸਾਹਿਬ ਨੂੰ ਰਹਿਮਤੁਲ ਆਲਮੀਨ ਮੰਨਣਾ ਹੈ, ਮੁਸਲਮਾਨਾਂ ਨਬੀ ਪਾਕ ਨੂੰ ਮੰਨਣਾ ਹੈ, ਰਾਜ਼ੀਨਾਮਾ ਕਿੰਜ ਹੋਣਾ ਹੈ, ਮੁਆਹਿਦਾ ਕਿਹੜਾ ਹੋਣਾ ਹੈ? ਤੁਸੀਂ ਮਿਰਜ਼ਾ ਸਾਹਿਬ ਨੂੰ ਸੂਰਜ ਤੇ ਚੰਨ ਮੰਨਣਾ ਹੈ ਤੇ ਮੁਸਲਮਾਨ ਨਬੀ ਪਾਕ ਨੂੰ ਮੰਨਦੇ ਨੇ ਸਿਰਾਜ ਮੁਨੀਰ। ਤੁਹਾਡਾ ਤੇ ਮੁਸਲਮਾਨ ਦਾ ਮੁਆਹਿਦਾ ਹੋ ਨਹੀਂ ਸਕਦਾ। ਕਿਉਂ? ਹੈ ਹੀ ਬਿਲਕੁਲ ਮੁਤਸਾਦਮ। ਇਸਲਾਮ ਦੇ ਮੁਤਸਾਦਮ ਇੱਕ ਤਹਿਰੀਕ ਸੀ ਜਿਹੜੀ ਇਸਲਾਮ ਦੀ ਨੁਕਸਾਨ ਕਰਨ ਵਾਸਤੇ, ਇਸਲਾਮ ਨੂੰ ਗਿਰਾਉਣ ਵਾਸਤੇ ਬਣਾਈ ਗਈ। ਅਗਲੇ ਦਿਨ ਮੈਨੂੰ ਕਹਿੰਦੇ ਜਮੀਲ ਸਾਹਿਬ ਤੂੰ ਇਹ ਕਿਹਾ ਕਿ ਨਬੀ ਪਾਕ ਦੇ ਦੀਨ ਨੂੰ ਗਿਰਾਉਣ ਵਾਸਤੇ ਹਰ ਮਰਜ਼ਈ 16ਵਾਂ ਹਿੱਸਾ ਦਿੰਦਾ। ਇਹ ਵੇਖ ਲਓ, ਉਹਦਾ ਮੈਂ ਸਬੂਤ ਪੇਸ਼ ਪਿਆ ਕਰਨਾ ਵਾ ਕਿ ਤੁਹਾਡੀ ਤਾਲੀਮ ਦੇ ਵਿੱਚ ਇਹ ਚੀਜ਼ ਸ਼ਾਮਲ ਹੈ ਕਿ ਜਦੋਂ ਤੁਸੀਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਹਰ ਸ਼ਰਫ ਨੂੰ ਛੀਨ ਕੇ ਆਪਣੇ ਮਿਰਜ਼ਾ ਸਾਹਿਬ ਤੇ ਅਪਲਾਈ ਕਰਨਾ ਹੈ ਤੇ ਮੇਰਾ ਤੁਹਾਡਾ ਤੇ ਮੁਆਹਿਦਾ ਤਾਂ ਹੀ ਹੋ ਸਕਦਾ ਨਾ ਕਿ ਤੁਸੀਂ ਮੇਰੇ ਦਿਲ ਨੂੰ ਤਕਲੀਫ ਨਾ ਦਿਆ ਜੇ। ਮੇਰੇ ਸਾਹਮਣੇ ਇਸਮੋ ਅਹਿਮਦ ਦਾ ਮਿਸਤਾਕ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨਾ ਆਖਿਆ ਜੇ। ਮੇਰੇ ਸਾਹਮਣੇ ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲullah ਵਿੱਚ ਮਿਰਜ਼ਾ ਸਾਹਿਬ ਨੂੰ ਨਾ ਵਾੜਿਆ ਜੇ। ਮੇਰੇ ਸਾਹਮਣੇ ਮੁਸੱਦਕ ਰਸੂਲ ਮਿਰਜ਼ਾ ਸਾਹਿਬ ਨੂੰ ਨਾ ਵਾੜਿਆ ਜੇ। ਮੇਰੇ ਸਾਹਮਣੇ ਇਹ ਨਾ ਆਖਿਆ ਜੇ ਕਿ ਮਿਸਾਕੁਨ ਨਬੀਨ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਵਾਸਤੇ ਲਿਆ ਗਿਆ ਸੀ। ਮੇਰੇ ਸਾਹਮਣੇ ਇਹ ਨਾ ਆਖਿਆ ਜੇ ਕਿ ਮਿਰਜ਼ਾ ਸਾਹਿਬ ਵੀ ਰਹਿਮਤੁल्लाह ਆਲਮੀਨ ਨੇ। ਮੈਂ ਤਾਂ ਕਿਸੇ ਹੋਰ ਨਬੀ ਵਾਸਤੇ ਵੀ ਨਹੀਂ ਮੰਨਦਾ, ਮੈਂ ਸਿਰਫ ਨਬੀ ਪਾਕ ਦਾ ਖਾਸਾ ਸਮਝਣਾ ਕਿ ਉਹ ਰਹਿਮਤੁल्लाह ਆਲਮੀਨ ਨੇ। ਮੇਰੇ ਸਾਹਮਣੇ ਇਹ ਨਾ ਆਖਿਆ ਜੇ ਵਮਾ ਯੰਤਿਕੁ ਅਨਿਲ ਹਵਾ ਇਨ ਹੁਵਾ ਇल्ला ਵਾਹਯੁਨ ਯੂਹਾ ਸਾਡਾ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ। ਇਹਦੇ ਤੇ ਕਰ ਸਕਦੇ ਹੋ ਮੁਆਹਿਦਾ? ਤੁਸੀਂ ਕਰ ਹੀ ਨਹੀਂ ਸਕਦੇ।
ਮੁਆਹਦਾ ਹੋ ਹੀ ਨਹੀਂ ਸਕਦਾ, ਕਿਉਂਕਿ ਤੁਸੀਂ ਇੱਕ ਹੋਰ ਬੰਦੇ ਨੂੰ ਮੰਨਦੇ ਹੋ, ਮੈਂ ਇੱਕ ਹੋਰ ਬੰਦੇ ਨੂੰ। ਕੁਰਾਨ ਦੀਆਂ ਉਹੀ ਆਇਤਾਂ ਤੇ ਉਹੀ ਅੱਲਾ ਦੇ ਬਿਆਨ ਕਰਦਾ ਸਿਫਾਤੀ ਕਲਮਾਤ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਜ਼ਤ ਵਾਸਤੇ ਔਰ ਉਹਨਾਂ ਦੇ ਸ਼ਰਫ ਵਾਸਤੇ ਜਿਹੜੇ ਅੱਲਾਹ ਤਾਲਾ ਨੇ ਅਸਮਾਨ ਤੋਂ ਨਾਜ਼ਲ ਕੀਤੇ, ਉਹ ਤੁਸੀਂ ਆਪਣੇ ਅਕਾਬਰ ਦੇ ਮੱਥੇ ਲਾਣਾ ਚਾਹੁੰਦੇ ਹੋ, ਉਹਨਾਂ ਦੇ ਮੱਥੇ ਸਿਹਰਾ ਬੰਨਣਾ ਚਾਹੁੰਦੇ ਹੋ। ਮੈਂ ਤੁਹਾਨੂੰ ਇਹਦੇ ਤੋਂ ਹੀ ਰੋਕਣਾ ਹੈ, ਇਹਦੇ ਤੇ ਮੁਆਹਦਾ ਹੋ ਨਹੀਂ ਸਕਦਾ। ਤੁਸੀਂ ਉਸ ਬੰਦੇ ਨੂੰ ਲੇਸਲਾ ਤੇ ਲੇਸਲਾਮ ਆਖਣਾ ਹੈ ਜਿਹੜਾ ਤੁਹਾਡੇ ਨਜ਼ਦੀਕ ਰਹਿਮਤੁਲ ਲਿਲ ਆਲਮੀਨ ਹੈ। ਭਾਈ ਇਹ ਰਹਿਮਤੁਲ ਲਿਲ ਆਲਮੀਨ, ਇਹ ਜਿੰਨੇ ਮੈਂ ਬਿਆਨ ਕੀਤੇ ਨੇ ਖਾਸੇ ਨਬੀ ਪਾਕ ਦੇ, ਇਹ ਤੁਸੀਂ ਨਬੀ ਪਾਕ ਦੇ ਨਾ ਇਸਤੇਮਾਲ ਕਰੋ। ਉਧਰ ਹੋ ਕੇ ਕ੍ਰਿਸ਼ਨ ਕੋਲ ਲੈ ਲਓ, ਦਾਵਾ ਤੇ ਕ੍ਰਿਸ਼ਨ ਦਾ ਵੀ ਹੈ ਨਾ। ਆ ਉਹ ਉਧਰ ਹਿੰਦੂਆਂ ਉੱਥੇ ਕ੍ਰਿਸ਼ਨ ਦਾ ਕੋਈ ਨਹੀਂ ਕੋਈ ਸਾਫ਼ ਨਜ਼ਰ ਆਉਂਦੇ, ਉਹ ਲਾ ਲਓ। ਗਵਰਨਰ ਜਨਰਲ ਵਾਲਾ ਲਾ ਲਓ, और कोई जय सिंह बहादुर वाला ला लो। जो अमा मिली तो कहाँ मिली, तेरे जुर्म खाना खराब को मेरे उफवे बंदा नवाज में। ਤੁਹਾਨੂੰ ਜੋ ਸ਼ਰਫ ਛੀਨਣ ਦਾ ਮੌਕਾ ਮਿਲਿਆ ਸਿਰਫ ਨਬੀ ਪਾਕ ਦਾ ਛੀਨਣ ਦਾ ਮਿਲਿਆ ਮੌਕਾ। ਕਿਆ ਮਿਰਜ਼ਾ ਸਾਹਿਬ ਦਾ ਦਾਵਾ ਕ੍ਰਿਸ਼ਨ ਹੋਣ ਦਾ ਨਹੀਂ ਹੈ? ਕਿਉਂ ਨਹੀਂ ਜਾ ਕੇ ਉੱਥੇ ਕ੍ਰਿਸ਼ਨ ਉਤਾਰ ਦੇ, ਉਹ ਸਾਫ਼ ਤਿਆਰ ਉੱਥੇ ਜੋ ਵੇਦ ਜੋ ਤਲਾਸ਼ ਕਰਦੇ, ਗੀਤਾ ਜੋ ਤਲਾਸ਼ ਕਰਦੇ, ਉੱਥੋਂ ਤਲਾਸ਼ बस ਕਰਕੇ कर दें अल्लामा साहब, बस कर दें, ਬਸ ਚੀਕਾਂ ਨਿਕਲਣੀ ਸ਼ੁਰੂ ਹੋ ਗਈਆਂ ਨੇ। अल्लामा साहब बस कर दें। ਹੌਸਲਾ ਕਰੋ, ਹੌਸਲਾ ਕਰੋ। ਮੈਂ ਕੋਈ ਰਿਪੀਟ ਨਹੀਂ ਗੱਲ ਕਰ ਰਿਹਾ, ਮੈਂ ਤੁਹਾਡੀ ਤਰਬੀਅਤ ਵਾਸਤੇ, ਮੈਂ ਤੁਹਾਡੀ ਹਮਦਰਦੀ ਪੈ ਕਰਨਾ ਕਿ ਸਿੱਖੋ ਕੋਈ ਜਾਚ। ਇਹ ਤੁਹਾਡਾ ਸਾਡਾ ਮੁਆਹਦਾ ਨਹੀਂ ਹੋ ਸਕਦਾ। ਇਹ ਨਫ਼ਰਤ ਤੁਹਾਡੀ ਤਾਲੀਮ ਦੀ ਬੁਨਿਆਦ ਵਿੱਚ ਪਾਈ ਗਈ ਹੈ। ਤੁਹਾਡਾ ਸਾਡਾ ਮੁਆਹਦਾ ਨਹੀਂ ਹੋ ਸਕਦਾ, ਤੁਹਾਡਾ ਸਾਡਾ ਪਿਆਰ ਵੀ ਨਹੀਂ ਹੋ ਸਕਦਾ। ਅਸੀਂ ਤੁਸੀਂ ਇਕੱਠੇ ਵੀ ਨਹੀਂ ਚੱਲ ਸਕਦੇ। ਔਰ ਸੱਚ ਬੋਲਦੇ ਤੁਹਾਡੇ ਬੰਦੇ ਬੋਲਦੇ ਨੇ, ਆਂਦੇ ਨੇ ਸਾਡੇ ਦੁਸ਼ਮਣ, ਅਸੀਂ ਇਹਨਾਂ ਦੇ ਦੁਸ਼ਮਣ। ਸਾਡਾ ਇੱਕ ਦੁਸ਼ਮਣੀ ਦਾ ਰਿਸ਼ਤਾ ਹੈ। ਲੇਕਿਨ ਜਿਹੜੇ ਲੋਕ ਕੋਈ ਖਾਨਦਾਨੀ ਹੁੰਦੇ ਨੇ ਨਾ, ਉਹ ਦੁਸ਼ਮਣੀ ਦੇ ਰਿਸ਼ਤੇ ਨੂੰ ਵੀ ਤਰੀਕੇ ਨਾਲ ਚਲਾਉਂਦੇ ਨੇ। जो खानदानी रईस हैं वो मिजाज रखते हैं नर्म अपना, तुम्हारा लहजा बता रहा है मिर्जाइयो, तुम्हारा लहजा बता रहा है ये दौलत अभी नहीं है। तुसा 4 कोड़ियां कमा लियां ने यूरोप आके, ऐ सिर्फ तुहाडा फर्क है। वरना जेड़े खानदानी रईस हुंदे ने वो पहल नहीं करदे। ऐ हुण दा मैं सबूत दे दिता है, ऐ हुण अग्गों भी वेख लिओ। जदों आओगे पहल तुसी करोगे, हर बंदे नाल हूटिंग करोगे, बदतमीजी करोगे, बद तहजीबी करोगे। चलो शातमी ते लिटरेचर च, वो ते तलीम च, बंदे नाल गल करनी भी ते नहीं ना आंदी। जिस तरह असीं तुहाडे मूंह दे उत्ते बैठ के ते हर लफज नाल कजाब दजाल नहीं बोलदे, असीं कहने नहीं यार गल करनी है, दलील देनी है ते आराम नाल गल कर लेने। इस तरह तुहानूं भी ये सीखना चाहिए कि किहड़ा लफज तुसीं आखो दे ते सानूं तकलीफ पहुंचे दी, किहड़ा लफज तुसीं ना आखो दे सानूं नहीं तकलीफ। चित के लई सलाम लई सलात आखो दे ਤੇ ਸਾਨੂੰ ਪਤਾ ਵੀ ਲੱਗਦਾ ਕਿ ਝੂਠੇ ਮਦੀਏ ਨਬੂਵਤ ਤੁਸੀਂ ਲਈ ਸਲਾਮ ਲਈ ਸਲਾਤ ਪੈਂਦੇ ਹੋ। ਸਾਨੂੰ ਤਕਲੀਫ ਹੀ ਹੁੰਦੀ ਹੈ, ਅਸੀਂ ਸਬਰ ਪੇ ਕਰਨੇ ਆ। ਲਾ ਮਹੱਲਾ ਉਹਦਾ ਰਿਬਟਲ ਆਵੇਗਾ। ਇਸ ਗੱਲੇ ਉਹਦੇ ਵਾਸਤੇ ਇਹ ਔਖਾ ਸੌਦਾ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਸਬਰ ਕਰਨੇ ਆ ਨਾ, ਤੁਹਾਡੇ ਕੋਲ ਤਾਂ ਸਬਰ ਹੈ ਹੀ ਨਹੀਂ। ਤੁਹਾਡਾ ਤਾਂ ਉਹਨਾਂ ਵਿਹੜਾ ਹੀ ਨਹੀਂ ਹੈ ਕਿ ਤੁਸੀਂ ਉਹਨਾਂ ਸਬਰ ਕਰਕੇ ਉਹਨੇ ਧੰਮਲ ਨਾਲ, ਬਰਦਾਸ਼ਤ ਨਾਲ ਜਾਂ ਨਰਮੀ ਨਾਲ ਗੱਲ ਕਰ ਲਓ ਜਾਂ ਮਿਰਜ਼ਾ ਸਾਹਿਬ ਕਹਿ ਕੇ ਗੱਲ ਕਰ ਲਓ। ਤੁਸੀਂ ਕਹਿੰਦੇ ਹੋ ਅਸੀਂ ਜਬ ਤੱਕ ਲਈ ਸਲਾਮ ਲਈ ਸਲਾਤ ਨਾ ਕੀਏ ਸਾਡਾ ਕੰਮ ਹੀ ਨਹੀਂ, ਸਾਡੀ ਰਾਤ ਹੀ ਨਹੀਂ ਟੱਪਦੀ ਹੈ। ਇਹਦੇ ਨਾਲ ਹੀ ਤਬਲੀਗ ਵੀ ਹੁੰਦੀ, ਇਹਦੇ ਨਾਲ ਅਸੀਂ ਲੋਕਾਂ ਨੂੰ ਧੋਖਾ ਵੀ ਦਿੰਦੇ ਆ ਕਿ ਵੇਖੋ ਇਹ ਇੱਕ ਬਹੁਤ ਵੱਡੇ ਬਜ਼ੁਰਗ ਸਨ ਜਿਨ੍ਹਾਂ ਨੂੰ ਅਸੀਂ ਲਈ ਸਲਾਤ ਲਈ ਸਲਾਮ ਪਿਆਉਂਦੇ ਆ। ਇਹਦੇ ਨਾਲ ਧੋਖਾ ਦੇਣਾ ਸਿਰਫ। ਵਰਨਾ ਇੱਜ਼ਤ ਜਿੰਨੀ ਕੁ ਹੈ ਉਹ ਤੁਹਾਨੂੰ ਪਤਾ ਹੀ ਹੈ ਮੁਸਲਮਾਨਾਂ ਦੀ ਨਜ਼ਰ 'ਚ, ਤੁਹਾਡੀ ਵੀ ਤੇ ਤੁਹਾਡੇ ਕਾਬਰੀਨ ਦੀ ਵੀ। ਤਾਂ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਕਰਨ ਦਾ। ਪਹਿਲ ਨਾ ਕਰੋਗੇ ਕੋਈ ਬੰਦਾ ਨਹੀਂ ਪਹਿਲ ਕਰਨ ਲੱਗਾ। ਪਹਿਲ ਕਰੋਗੇ ਇਹ ਫਿਰ ਵਾਰੀ ਇੰਝ ਹੀ ਆਵੇਗੀ। ਮੈਂ ਹੁਣ ਛੱਡਣ ਲੱਗਾ ਮਾਈਕ, ਆ ਜਾਓ। 5-5 ਮਿੰਟ ਲਾਣੇ ਨੇ, 10-10 ਮਿੰਟ ਲਾਣੇ ਨੇ, ਢਿੱਲ ਲਾ ਲਓ। ਜਿਹੜਾ ਆਪਣੇ ਆਪ ਨੂੰ ਬਹੁਤਾ ਚਰਬ ਜ਼ਬਾਨ ਸਮਝਦਾ ਹੋਵੇ ਨਾ, ਉਹ ਇੱਥੇ ਆ ਕੇ ਗੱਲ ਕਰ ਲਵੇ। ਜਿਹਨੂੰ ਸ਼ੇਰ ਬਹੁਤੇ ਆਉਂਦੇ ਮਨ। ਬੜੀ ਅੱਛੀ ਗੱਲ ਹੈ। ਅਸੀਂ 6 ਬੰਦੇ ਬੋਲਦੇ ਰਹੇ ਨੇ ਔਰ ਇੱਕ ਬੰਦਾ 2 ਤੋਂ 3 ਜਾਂ ਉਸ ਤੋਂ ਵੀ ਜ਼ਿਆਦਾ ਵਾਰੀਆਂ। ਰਾਣਾ ਸਾਹਿਬ ਹੈ, ਬੰਬਾਸਟਕ ਸਾਹਿਬ ਹੈ, ਖਾਦਮ ਸਾਹਿਬ ਹੈ, ਸ਼ਹਜ਼ਾਦ ਸਾਹਿਬ ਹੈ, ਵਾਟਰ ਸਾਹਿਬ ਹੈ, ਸਬਰ ਸਾਈਡ ਸਾਹਿਬ ਹੈ। ਇਹਨਾਂ ਸਾਰਿਆਂ ਦੀਆਂ ਤਕਾਰੀਰ ਦੇ ਬਾਅਦ ਜਿਸ ਵਕਤ ਉਹਨਾਂ ਨੇ ਬੱਸ ਕਰ ਦਿੱਤੀ, ਮੈਂ ਕਿਸੇ ਨੂੰ ਰੋਕਿਆ ਨਹੀਂ। ਉਹ ਕੋਈ ਦੋਸਤ ਨੀਚੇ ਲਿਖ ਰਹੇ ਮੇਰਾ ਨਾਂ ਲੈ ਕੇ, ਮੇਰੀ ਤੇ ਬਰਾੜ, ਮੈਂ ਤੇ ਕਦੇ ਇੱਕ ਵਾਰੀ ਵੀ ਨਹੀਂ ਕਿਹਾ ਮੇਰੀ ਬਰਾੜ ਤੇ ਤੁਹਾਡੀ ਹੈ। ਜਿਹੜੇ ਲੋਕ ਆਉਂਦੇ ਹੋ ਉਹ ਕਹਿੰਦੇ ਨੇ ਇੱਥੇ ਜ਼ਿਆਦਾ ਮੌਕਾ ਦਿੱਤਾ ਹੈ ਅਲਾਮਾ ਸਾਹਿਬ ਨੂੰ। ਇਹ 6 ਆਦਮੀ ਜਿਹੜੀਆਂ 3-3 4-4 ਵਾਰਾਂ ਲਾਉਂਦੇ ਰਹੇ ਨੇ, ਉਹਨਾਂ ਦਾ ਮੌਕਾ ਨਹੀਂ ਯਾਦ ਆ ਰਿਹਾ ਉਹਨਾਂ ਨੂੰ। ਬਾਰ-ਬਾਰ ਮੈਂ ਰਾਣਾ ਸਾਹਿਬ ਚੂੰਕਿ ਕਲਾਮ ਕਰਦੇ ਨੇ ਵਿੱਚ ਭੁੱਲ ਜਾਂਦੇ ਨੇ, ਬਾਅਦ ਦਫਾ ਉਹਨਾਂ ਦੀ ਗੱਲ ਕੋਈ ਟੋਕ ਦਿੰਦਾ ਵਿੱਚ ਰਹਿ ਜਾਂਦੀ। ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਰਾਣਾ ਸਾਹਿਬ ਦਾ ਕਲਾਮ ਮੁਕੰਮਲ ਹੋ ਜਾਏ, ਉਹਨਾਂ ਦਾ ਬਿਆਨ। ਉਹਨਾਂ ਨੂੰ ਮੈਂ 7-8 ਵਾਰੀ ਮੌਕਾ ਦਿੱਤਾ ਹੈ ਔਰ ਉਹਨਾਂ ਨੇ ਹਰ ਵਕਤ ਆਪਣੀ ਗੱਲ ਮੁਕੰਮਲ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਹਲੇ ਮੁਕੰਮਲ ਕਰ ਨਹੀਂ ਸਕੇ।
ਤੇ ਬੇਸ਼ੱਕ ਉਹ ਤਸ਼ਰੀਫ ਲਿਆਵਣ ਤੇ ਆ ਕੇ ਗੱਲ ਮੁਕੰਮਲ ਕਰਨ ਤੇ ਬਾਕੀ ਦੋਸਤ ਵੀ ਆ ਜਾਣ, ਆ ਕੇ ਆਪਣਾ ਕਲਾਮ بیان کریں۔ حسینی صاحب کسی کو نہ اٹھائیں، امن نذیر صاحب کو موقع دیں، شاید ابھی تقریر مکمل نہ ہوئی ہو۔ میری باری بھی رہتی ہے حسینی صاحب، میرے متعلق بھی ان سب نے بہت کچھ کہا ہے اور مجھے آپ نے اتار دیا تھا، تو مجھے بھی موقع دیں۔ میں آپ کے ساتھ معذرت خواہ ہوں، میرے اتارنے کا وہ مقصد نہیں ہے جو نہیں میں آپ سے شکایت نہیں کر رہا، میں نے کہا آپ نے اچھا کیا، اب سے اچھا کیا آپ نے۔ وہ ایک میرے لیے ایک مجھے امید ہے کہ میری مشکل کو آپ سمجھتے ہوں گے، ہاں میں بالکل سمجھتا ہوں، علامہ صاحب بھی سمجھتے ہیں۔ اتارنے کا نعوذ باللہ قطعاً یہ مقصد نہیں بالکل آپ کے ادب اور مرتبے میں کوئی کمی ہے، صرف وہ میری ایک آپریٹ کرنے کی مجبوری ہے کہ اس کو موقع دینے کے لیے۔ نہیں میں تو کہتا ہوں آپ نے بہت اچھا کیا، مجھے اتار دیا تاکہ وہ کھل کر بات کر لیں۔ حسینی صاحب ابھی طارق چوہان صاحب کو مکمل موقع دے۔ ٹھیک ہے جی۔ اور آج امن نذیر صاحب نے بڑی اچھی ایک بات کی ہے کہ اگر طارق چوہان صاحب ایک سچے اور خالص مرزا صاحب کے ذل اور بروز ہیں، سبحان اللہ، میں کہتا ہوں بے شک میں تو اپنے آپ کو سمجھتا ہوں، اور میں آج کی تقریر سننے سے یہ مجھے سمجھ آئی ہے، نبی کریم کا آخری خطبہ تو میں نے نہیں سنا تھا، لیکن مجھے لگتا ہے کہ اس سے بہتر نہیں ہوگا جو آج آپ یہ نہ کریں، بڑی ادب سے گزارش ہے۔ اچھا مجھے بات تو کرنے دینا۔ نہیں بشک بات جتنی مرضی کرتے رہیں، لیکن یہ میری اپنی اللہ کے تقدس کا معاملہ ہے، یہ نہ کریں۔ میری اپنی پرسنل فیلنگ ہے۔ جو دوسری بات یہ ہے کہ امن نذیر صاحب نے طارق چوہان صاحب کو مرزا صاحب کا ذل بروز کہا، میں ان کو رسول اللہ کا ذل بروز آج کہتا ہوں۔ تو تقریر شروع ہو جی مرزا صاحب کے رسول اللہ کے ذل بروز کے بعد مرزا صاحب کے ذل بروز، جی شروع کریں۔ ان کی تربیت میں انہوں نے یہی کرنا ہے، ان کی تربیت میں یہ شاطمیت پائی جاتی ہے۔ آپ ان سے کوئی توقع نہ رکھیں کہ ان سے کوئی اچھی ان کے منہ سے بات ایک دو لفظ ایسے مباسط صاحب آپ کی خدمت میں بڑی ادب سے گزارش ہے، آپ کی باتیں بہت اچھی ہیں سارے۔ ایک تو ہر کسی کو کسی بندے کو نبی اور رسول نہیں کہہ سکتے، یہ بڑی گناہ کی بات ہے۔ نبی اور رسول صرف اللہ کا ہی حق ہے، وہ جسے چاہے کہے، کوئی بندہ نہیں کہہ سکتا۔ کل میرے ساتھ وہ بحث کر رہے تھے، ایک احمدی دوست آئے تھے، وہ کہتے تھے کہ فلاں بندہ قرآن کریم میں تو اسے نبی نہیں کہا لیکن ہم اسے نبی کہتے ہیں۔ میں نے کہا میں نہیں کہہ سکتا، میں تو صرف اس کو ہی نبی کہہ سکتا ہوں جس کو اللہ پاک نے نبی کہا ہو۔ ہمارا اختیار۔ مجھے تو عشق اسلام نے گستاخ بنا دیا۔ ٹھیک، اگر خدا مجھے اس بات کی سزا دے گا تو میں کہوں گا نہیں کوئی سزا جزا تو میں کہوں گا مجھے منظور ہے، تو نے بندہ ہی رسول اللہ کے بعد ایک امن نذیر بھیجا تھا کہ جس کو میں نے اپنی آنکھوں سے دیکھا، میں نے تیرا رسول تو نہیں دیکھا۔ کیا بات، سبحان اللہ۔ اس بات میں مجھے سزا دیتا ہے تو دے دے، گالی کوئی نہیں، کہ جس نے اسلام کو زندہ کر دیا دوبارہ۔ لے جی ابھی چوہان صاحب مرزا صاحب کے ذل بروز۔ جمیل صاحب، اگر مرزا صاحب نبی پاک کے ذل بروز ہونے کا دعویٰ کر سکتے ہیں نا، تو جو کچھ مرزا صاحب کا کردار ہے نا نبی پاک کے سیرت کے بالمقابل، میرا خیال ہے چوہان صاحب کا کوئی اتنا غلط نہیں ہے مرزا صاحب کے نہیں، آپ کا بھی بڑا اچھا رسول اللہ کے مقابلے میں۔ امن نذیر صاحب کی پوری تقریر کا ایک فقرے میں منہ توڑ جواب رانا صاحب نے دیا ہے، جزاک اللہ، بہت اچھا جواب دیا۔ کچھ نہیں دیا، آپ کی کمی، آپ شروع ہو جائیں مہربانی۔ ججا صاحب ہی آ گئے۔ رانا صاحب آ گئے ہوں۔ جمیل صاحب تو میں کہ انہوں نے پر واڑا کو نہیں ہوتے کھاڑ کے ڈاک کے اندر سے انہوں تربیت ہی کرتے حسینی صاحب میں کہنا رانا صاحب رانا صاحب آگے ہیں، تشریف لے آئے ہیں۔ رانا صاحب آپ لوگ ہیں جو کہ حسینی صاحب کو کامیاب بناتے ہیں، انہوں نے کیوں اٹھایا ہے؟ آپ کو پتا انہوں نے کیوں اٹھایا ہے؟ امن نذیر کی تقریر کے دوران نہیں اٹھایا کیونکہ آپ سارے جاہل ہیں۔ فکر نہ کریں، نہیں میں فکر کی ضرورت ہے، میں آپ چلاں، تسی ٹیک اوور کر لو۔ آپ کو چاہیے کہ والنٹرلی نیچے اتر جائیں سارے، کیونکہ آپ سے برداشت نہیں ہونا۔ ابھی طارق چوہان کی تقریر ہونے لگی ہے، نیچے بیٹھ جا کے سنیں۔ وہ آپ سے برداشت نہیں ہوگی، وہ اس سے بہتر ہے کہ طارق چوہان صاحب کو اپنا امیر بنا لیں۔ امن نذیر صاحب نے آج کہا کیونکہ آپ کی تربیت نہیں ہو سکتی، جی انہوں نے یہ ریکمینڈ کیا کیونکہ انہوں نے چمڑے کا جوتا پکڑا ہوا۔ علامہ صاحب نے یہ بہت اچھی بات کی ہے کہ ہم میں نہیں مل سکتے، ہم میں سے نہیں ہیں۔ وہ ٹھیک ہے، درست کہہ رہے ہیں، واقعی ہم ان میں سے نہیں ہیں، ان فرقوں میں سے ہم نہیں ہیں۔ ان کا اپنا دین ہے،
हमारा दीन है मोहम्मद मुस्तफा सल्लल्लाहु अलैहि वसल्लम और आपके सहाबा का। ये जो है ये अपने साहब दीन के लिए हुसैनी साहब कामयाब हो गए जी। ये वाकई अलग हैं। जजा हम इनसे नहीं है, साहब हम तो जजा साहब फिरकों से बाहर। जजा साहब हुसैनी साहब को आप कामयाब कर रहे हैं, आप नीचे चले सही है। जाएं, मेहरबानी। ओके जी मैं जा रहा हूँ। सिर्फ जज़ाकल्लाह। इतना ही बताना आया था। सुन लिया अलामा साहब हम लोग तुम लोगों में से नहीं है। ये मौका बड़ा मिलेगा। लामा साहब रसूलुल्लाह इधर ही है, कहीं नहीं जाते। ਜਿਹਦੇ ਕਮੈਂਟ ਹੈ ਨਾ ਹੁਸੈਨੀ ਸਾਹਿਬ ਤਰਤੀਬ ਇਹਨਾਂ ਦੀ ਲਾ ਦਿਓ ਨੰਬਰ ਤੇ ਫਿਰ ਮੈਨੂੰ ਦਿਆ ਜੇ ਵਾਰੀ ਹਾਂ ਬਿਲਕੁਲ ਬਿਲਕੁਲ। ਹੁਸੈਨੀ ਸਾਹਿਬ ਨੋਟ ਕਰ ਲਓ ਸਾਰਾ ਤਕਰੀਰ ਦਾ। ਤੁਸੀਂ ਤਾਹਿਰ ਅਮਜਦ ਸਾਹਿਬ ਦੀ ਵੀ ਤਕਰੀਰ ਨੋਟ ਕੀਤੀ ਸੀ, ਲਾਮਾ ਸਾਹਿਬ ਦੀ ਤਕਰੀਰ ਦੇ ਵੀ ਤੁਸੀਂ ਸਲੀਸ ਦੱਸਣੀ ਹੈ, ਜਿਹੜੀ ग्लोसरी ऑफ इम्पोर्टेंट पॉइंट इज द ग्लोसरी ऑफ टर्म्स, तो वो बताने हैं। अभी मौका दे अपना तारक साहब को। सबर साहिब तू भी थले चला जा यार, जाना ही थे। जरूर है जी, जरूर जी शुक्रिया शुक्रिया। अल्लामा साहब क्या हाल है? अल्लामा साहब बहुत शातिम आदमी है यार तौबा या अल्लाह। मैं कहना ऐसे ऐसे मुखलिसीन है ने मुखलिस अहमदी और दाई आने इल्लल्लाह, बल्कि दाई आने खुसूस। मेरी बात सुने जी जी, अगर आपने ब्रॉड लगानी होती है, दोनों तरफ को मौका देना होता है ना, फिर आप ये ना कहा करें कि उसको मैंने 6 घंटे मौका दिया। हमने कोई भी बात नहीं, ये आप ठीक कह रहे हैं, आपको कम मौका मिला है तो अब आपके लिए खोल दिया। अब आप तफसील से बात करें। अगर आप मेरी बात सुने नहीं, मेरा यही कहने का मकसद है कि आपको मौका, मैं शर्मिंदा हूँ, आपको पूरी तरह मौका। अगर आपने मेरी बात सुन ले मेरी बात सनी भाई, मैं उसी के सुनने के लिए तो कह रहा हूँ ना। पहले मेरी मदद तो कबूल कर लेना। आपके लिए आपको पूरी तरह मौका नहीं दे सका मैं। हमारे लिए बराडे बड़ी मेरी बात सुन ले। मेरा मकसद ये है कि देखे, अगर राणा साहब देखे 2-3 बातें हैं। एक बात तो ये है कि मैं एहसान नहीं करते, मैं शर्मिंदा हूँ। अगर हमें कोई गाली देता है हम जवाब देते हैं, आप टाइम दे के हमें आप शुक्रिया आपका, लेकिन ये आपका फर्ज है कि टाइम दें, क्योंकि हमें तकलीफ हुई है, हम जवाब दे रहे हैं। नहीं करते। मैं शर्मिंदा हूँ, मैं शर्मिंदा हूँ इस बात से। आपको एक मिनट राहील, आप बात खराब ना करो प्लीज। जी आप अहमद नजीर साहब को मुखातब ना करो, फिर वो हमें बोलेंगे। आप बात को समझो, जो मैं बात कर रहा हूँ मेरी बात को फॉलो करो, जो मैं बात कर रहा हूँ असूल के मुताबिक। मैं ये बात कर रहा हूँ कि हम किसी को यहाँ पहले 1 मिनट राहील चुप कर जाओ, राहील चुप कर जाओ, खुदा का वास्ता है राहील, खुदा का वास्ता चुप कर जाओ। तुम जानबूझ के काम खराब करते हो। रहील तुम राणा साहब को चुप कराओ और वो तुम। ये हमारा बंदा नहीं है रहील, ये जान के कर रहा है ताकि अहमद साहब बात करें, ये उन्हीं का बंदा है। अच्छा देखें, हम यहाँ पर बताया था कि आप हम यहाँ पर हुसैनी साहब मेरी बात सुन ले मेरी बात। हम यहाँ पर पहले किसी को कभी भी ना तो डिसरिस्पेक्ट करते हैं, ना किसी के अकाबर को गाली देते हैं, ना हम बोलते हैं। अगर हमारे साथ कोई पहल करता है हम ट्राई करते हैं सब्र करने की, लेकिन हम एक तो सवाल का जवाब देते हैं, फिर हम जवाब में जो भी हम इकदाम उठाते हैं, वो जैसा कि ताहिर साहब ने उठाया या मैंने उठाया, उसमें भी हम किसी अकाबर पर नहीं जाते। ठीक है। उसके बाद अमर साहब ने जो भी कहा हमें उस पर कोई इतराज नहीं है। आप उन्हें 10 घंटे और दें, आपकी ब्रॉड है। लेकिन उसके बाद ये जो आप फरमान जारी करते हैं ना कि आपने हमने 8 बंदों को टाइम दिया, भाई आप उनको भी टाइम दे, हम आपको मना तो नहीं कर रहे। नहीं, लेकिन मतलब जब ये मेरी गलती, मुझे उसकी माफी मांग लेने दें कि मैंने ये जो कहा है बात, मुझे साथ साथ माफी भी तो होती है ना। देखिए ये जो मैंने कहा है कि राणा साहब थे, बम्बास्टिक साहब थे, और खादम साहब थे, शहजाद साहब थे, वाटर साहब थे और सबर साइड साहब थे। मैंने हर एक को कोशिश कर करके कहा है कि हर आदमी अपना माफिज अमीर। ताहिर अमजद साहब का नाम भूल गया। ताहिर अमजद साहब तो लिखे ही नहीं। हाँ वो 7 नंबर ताहिर अमजद। तो ये थे, इन 7 को मैंने बार बार कोशिश की है, लेकिन मैं शर्मिंदा हूँ, राणा साहब को पूरी तरह मौका मैं नहीं दे सका। उसके बाद आपने ताहिर अमजद साहब के अल्फाज वोकैबुलरी के कोट किए। ठीक है, बिल्कुल आपका बिहेवियर अब आप सबके सामने है। हाँ, वो उनके जो मैंने उनके लफ्ज मैंने मोड़ तोड़ के पेश किए। नहीं, कुछ नहीं आपने किए।
अब इंसाफ की बात मेरा ये कि मकसद ये अल्लामा है कि साहब ने उनके लफ्ज एक मिनट उनके उनके मुस्तनी ऊपर कोई मैंने साहब आप में इतनी है इंसाफ की अल्लामा साहब की भी अल्फाज पूरे कर दें वोकैबुलरी बयान। हाँ वो भी कर देते हैं, हाँ वो भी कर दें, वो भी कर ठीक है। देते जी। तो अगर हमने कोई बात की है, हमने कोई गलत बात नहीं की, हमने अपने कहा चीज किसने? पर दिफा की। ये तो तब बात हो राना साहब आपने हुसैनी साहब को कुछ करने के लिए कहा है तो उनको करने का मौका देंगे। ग्लोसरी ठीक है, अल्फाज बयान कर दें। मुझे बात यह है कि अगर तो टोनी भाई के अल्फाज को मैंने कहा कि उन्होंने बुरे अल्फाज बोले अच्छे बोले हैं, लेकिन आमन नजीर साहब ने तो बहुत ही बेहतरीन बोले हैं। मेरा अर्थ करने का मकसद ये है कि उनके जो अल्फाज थे, जो मैं छोटे मोटे सारे तो नहीं नोट कर सका, लेकिन जल्दी जल्दी में मोटी मोटी बातें जो नोट की हैं, तो उसमें मैंने ये तो नहीं कहा कि उन्होंने कोई बुरी बात कही है। अमर साहब ने भी कोई बुरी बात नहीं की, थोड़े हमने इनकी भी वोकैबुलरी से मैं वही अर्ज कर रहा हूँ कि ये जो बात आप कह रहे हैं, देखें आपने उनके अल्फाज नोट किए हैं, ओ भाई अल्फाज नोट किए हैं तो कोशिश ये की है कि वो बातें मैंने बम्बासट साहब के भी नोट किए हैं, वो भी पेश किए हैं, और आपके नहीं मैं नोट कर सका, सबके नहीं नोट कर सका। अब सारे आदमियों का तो मुमकिन नहीं होता, इतनी स्पीड से बोल रहे होते हैं तो उसमें सारी बातें नोट करना तो मुमकिन नहीं होता। लेकिन चूंकि टोनी भाई की वोकैबुलरी ज़्यादा है, वो बहुत अच्छे तरीके से बोलते हैं, इसलिए हाँ जी, हाँ जी, करें बात, आप करें। रहील, आप काम खराब ना करना, तुम्हें खुदा का वास्ता है। करें अगर आप कोई भी चीज अहमद नज़ीर को कहेंगे, आपका मौका है, आप बात करें। नहीं तो राणा आप साहब, इस बात को प्लीज समझो, अच्छे अंदाज में बात करो जैसे हम कर रहे हैं। राणा साहब तो हमारी तरफ से कोई इनका मुंह बंद करवाने वाला नहीं पैदा हुआ अभी तक। वो साहब करवा के गए हैं ना, मुंह पे ठप्पे लगा गए हैं। नहीं रहील साहब आप करें, आप मुंह बंद करें। आप करें। ये जाली अल्लामा जो बना बैठा रहता है यहाँ पर चीफ गेस्ट बनकर, हुसैनी अंकल का चीफ गेस्ट बनकर बैठता है, वो शादमियत करता है, मुसलसल शादमियत करता है, कोई इसका मुंह बंद करवाने वाला कोई भी नहीं पैदा हुआ अभी तक। और हुसैनी अंकल, ये सब हुसैनी अंकल करवाते हैं। इन्नी मुहीनो मन अरादा करवाते हैं ये सारा। इन्नी मुहीनो मन अरादा इहानत का व इन्नी मुहीनो मन अरादा इहानत का, खुदा उड़ा देगा खाक उनकी, करेगा रुसवाए आम कहना। जी जी, ये खलीफा राबे का था शेर। नबी की तालीमात पेश की है ना, या जुल्म मिटेगा धरती से या धरती खुद मिट जाएगी। और सानी साहब इनकी खाक उड़ रही है, इन कौम को समझ नहीं आ रही है। पत्थर की लकीर है ये तकदीर, मिटा देखो अगर हिम्मत है, या जुल्म मिटेगा धरती से या धरती खुद मिट जाएगी। क्या अब भी सफेद मीनारों से नफरत, क्या अब भी सफेद मीनारों से नफरत के बुलावे आते हैं? मैं अल्लाह की कसम उठा के कह रहा हूँ, मैं अल्लाह की कसम उठा के कह रहा हूँ, ये सारे तौहीन करने वाले अगर इनकी खाक ना उड़ी तो जमात झूठी है, ये होंगे रुसवा, आप यकीन कीजिए। जिया बच गया, भुट्टो बच गया, जब वो नहीं बचे, वो मौलवी नहीं बचे, ये क्या चीज है? ये चीज क्या है? इन्होंने क्या बड़ा बात कर दी है, क्या बड़ी तकरीर कर दी है जो उन्होंने नहीं की। जमात सच्ची है तो इनकी राखें उड़ेंगी, यकीन करें, अगर जमात सच्ची है तो। इन तौहीन करने वालों की मुंह बंद होंगे, इनके मुंह बंद होंगे, इंशाल्लाह हमारी जिंदगी में होंगे। आज ना हुए 5 साल में, 10 साल में ना हुए, इनके मुंह बंद होंगे और हम अपनी आंखों से देखेंगे इन लोगों के मुंह बंद। देखिएगा राणा साहब, आपके मुंह बंद होंगे तो उनके होंगे ना, पता नहीं आपके कब होंगे। अगर हम भी कोई बुरा लफ्ज कहते हैं तो हमारे भी अल्लाह करे बंद हो जाए, अगर हम कहते हैं तो हो बंद। आप 4 कौड़ियां यूरोप से कमा के हैं, फुदक रहे हैं। इसमें कमाई वाली क्या बात है? मैं तो तौहीन की बात कर रहा हूँ। आपको नहीं पता कि हज़रत मसीह मौद अलैहिस्सलाम तो हाँ गल कर लैन दो, इन्होंने आखो, इन्होंने फिर आपस में तकरार है या इन्होंने कोई गल करनी? नहीं अमर साहब, मैं आपसे तो कोई बात ही नहीं कर रहा, सॉरी, मैं तो करो गल करो जी, बड़े की तरह। सबर साइड साहब चलाओ, बम चलाओ बिस्मिल्लाह करके। जी रहील साहब आप बात करें। सबर साइड साहब बम चलाओ, ਤੁਹਾਡੇ ਕੋਲ ਸੁਣਿਆ ਸੇਬੇ ਵਾਲਾ ਬੰਬ ਹੈਗਾ ਜਿਹੜਾ ਵਿਆਹਾਂ ਵਿੱਚ ਚਲਾਉਂਦੇ ਨੇ। ये वाटर साहब आना चाह रहे हैं, शायद वो कोई बात जी जी, ਵਾਟਰ ਸਾਹਿਬ ਨੂੰ ਲਵੋ ਜੀ, ਵਾਟਰ ਸਾਹਿਬ ਨੂੰ। जी जी ठीक है जी, ਵਾਟਰ ਸਾਹਿਬ ਨੂੰ ਲੈ ਲਓ ਜੀ। ਫਾਇਰ ਬ੍ਰਿਗੇਡ ਆਣ ਲੱਗਾ ਜੀ, ਪਾਣੀ वाटर साहब आ गए, फायर ब्रिगेड आ गया। ਲਾ ਜੀ ਲਾ ਜੀ, ਹੁਣ ਤੇ ਸਾਰੇ ਗੱਲਾਂ ਠੀਕ ਹੋ ਜਾਣੀਆਂ ਨੇ। अच्छा जी हुसैनी साहब, मैं छोटी सी बात करना चाहता हूँ। मैं कहता हूँ बड़ी सारी गल करेंगे, छोटी का क्या फायदा।
बात दरअसल ये है कि दुश्मन की भी जो बात ठीक है ना वो बात ठीक है। ਇਹ ਗੱਲ ਹੁੰਦੀ ਹੈ ਵਾਟਰ ਸਾਹਿਬ ਦੀਆਂ ਗੱਲਾਂ ਬੜੀਆਂ ਸੁਣਨ ਵਾਲੀਆਂ ਨੇ ਇੱਕ ਇੱਕ हाँ जी, ਮੋਤੀਆਂ ਦੀ ਤਰ੍ਹਾਂ। मैंने 6 महीने पहले ही आमिर नज़ीर की एक दफ़ा पहले भी मेरे से इनकी नाराज़गी थी। मुझे तो ये कभी मतलब कि अकीदे वाइज मैं इनको बिल्कुल नहीं तायद करता, लेकिन ये बात इनकी रिमार्केबल है कि इनकी ब्रॉड पे जहाँ पे ये बैठते हैं वहाँ पे बहुत ज़्यादा डिसिप्लिन होता है। इनके मुसलमान भी बाकी ब्रॉडों पे बेताशा बदतमीजियाँ गंद गाली गलोच करते हैं, लेकिन जब ये बंदा जिस ब्रॉड में जाके बैठता है ना वहां पे डिसिप्लिन शुरू हो जाता है। सुभान अल्लाह, ये सुभान अल्लाह। बिल्कुल पक्की बात है। और अहमदियों के पास ऐसे चंद बंदे हैं, लेकिन उन ब्रॉडों पे फिर हम जा नहीं सकते। वो बात ये है कि अहमदियों की वो ब्रॉडें हायर लेवल ब्रॉड्स बन गई हैं जहाँ पे काफ़ी ज़्यादा डिसेंट और इलम वाले अहमदी बैठते हैं। तो यकीन बात दरअसल ये है कि हम मीडियम नॉलेज के बंदे हैं, हम मीडियम नॉलेज के अहमदी हैं, जैसे बहुत सारे मीडियम नॉलेज के मुसलमान होते हैं। लेकिन मीडियम नॉलेज के मुसलमानों का जो डिसिप्लिन आमिर नज़ीर ने बनाया है वो बहुत ज़बरदस्त है, इसमें कोई शक नहीं। हाँ जी, इसमें अब बात ये है कि मुझे थोड़ा सा हुसैनी साहब से इतराज होता है, लेकिन मालिकों पे इतराज नहीं कभी किए जा सकते। मालिक होता है, ठीक है जी। हुसैनी साहब खुद बिठा के शादमियत करवाते हैं। चलो ये वाली बात शादमियत करवाते हैं, बिल्कुल ठीक है, शादमियत करवाते हैं हुसैनी अंकल। लेकिन वो हुसैनी साहब हमें घर से कान से पकड़ के तो लाते नहीं है। हमें यकीन माने कि इतनी अट्रैक्शन है हुसैनी सलाम है वाटर साहब साहब, सलाम है कि मैं इतना अट्रैक्ट होता हूँ कि मैं 4-4 महीने इनकी ब्रॉड छोड़ने के बाद फिर वापस आ जाता हूँ। रुकना भाई, छोटा सा टाइम दे दो, मैं तो हकीकत बयान करूंगा। अल्लामा साहब अल्लाह के सच्चे नबी पे 3-4 महीने भौंकते मैंने हैं। ये ब्रॉड छोड़ी भी रखी, लेकिन आखिर फिर मैं साहब इनके अल्लाह के पास सच्चे वापस नबी पे आया। भौंकते हैं, इनको शर्म आनी ठहर जाओ चाहिए। यार, ठहर जाओ, एक मिनट ठहर जाओ। बात ये है कि वाकई वो जो है ना उन्होंने बड़ी ज्यादती की, और अल्लामा कभी साहब को उसने शर्म आनी लिहाज चाहिए, नहीं अल्लाह के सच्चे नबी पे भौंकते हैं। मसीह वो मौद आप अलैहिस्सलाम कर लेना ना, वो वाला पोर्शन आप कवर करना, मैंने ये वाला पोर्शन कवर करना है। बम्बास्टिक साहब जो है इनको थोड़ा सा जो है ना मसला है मूड स्विंग्स का।